सत श्री अकाल, सलाम, नमस्कार, आदाब, सब सत्कार सज्जनों ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:34 ਤਾਰੀਖ ਅੱਜ ਹੈ 30 ਦਸੰਬਰ ਸਨ 2021 ਵੀਰਵਾਰ ਦੀ ਸ਼ਾਮ ਹੈ। 16 ਪੋਹ ਨਾਨਕਸ਼ਾਹੀ ਸੰਮਤ 553 ਨੂੰ ਸ਼ਾਮ ਦੀ ਸਵਾ ਦੇ ਦੌਰਾਨ ਸਾਥ ਤੁਹਾਡਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਦੇ ਨਾਲ। सोमवार तो शनिवार सवेरे 7 ਤੋਂ 9 ਤੇ ਸ਼ਾਮੀ 7:30 ਤੋਂ 9:30 ਆਪਾਂ ਤੁਹਾਡੇ ਨਾਲ ਜੁੜੀਦਾ ਤੇ ਤੁਸੀਂ ਇਹਨਾਂ ਲਾਈਵ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ, ਜਿੱਥੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਇੰਸਟਾਲ ਕਰੋ, ਬੈਲ ਆਈਕਨ ਦਬਾਓ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਤੁਹਾਨੂੰ ਸੂਚਨਾ ਮਿਲੇ। ਇਸ ਦੌਰਾਨ ਇਹਨਾਂ ਪ੍ਰੋਗਰਾਮਾਂ ਨੂੰ YouTube ਦੇ ਪ੍ਰੋਗਰਾਮਾਂ ਨੂੰ ਲਿੰਕ ਨੂੰ ਤੇ ਖਬਰਾਂ ਦੇ ਬੁਲੇਟਿਨ ਨੂੰ ਅੱਜ ਮਾਫੀ ਚਾਹਾਂਗੇ ਕਿ ਖਬਰਾਂ ਨਹੀਂ ਕਰ ਸਕੇ। ਜਲਦ ਤੁਹਾਡੇ ਨਾਲ ਖਬਰਾਂ ਦਾ ਬੁਲੇਟਿਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇਹਨਾਂ ਖਬਰਾਂ ਦੇ ਬੁਲੇਟਿਨ ਨੂੰ ਰੋਜ਼ਾਨਾ ਅਤੇ ਪ੍ਰੋਗਰਾਮ ਦੇ ਲਿੰਕ ਨੂੰ ਤੁਸੀਂ YouTube ਦੇ ਰਾਹੀਂ ਮੰਗਵਾ ਸਕਦੇ ਹੋ। ਉਸ ਦੇ ਲਈ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਆਪਣਾ ਨਾਮ ਪਤਾ ਲਿਖ ਕੇ ਸੈਂਡ ਕਰ ਦਿਓ। ਆਪਣਾ WhatsApp ਗਰੁੱਪ ਉਹੀ ਹੈ ਜਿੱਥੇ ਤੁਸੀਂ ਕਾਲ ਕਰਦੇ ਹੋ 98 763 09655 9876309655। ਇਸ ਨੰਬਰ ਤੇ ਕਾਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ। ਤੇ ਕਾਲ ਟੂ ਲਿਸਨ ਨੰਬਰ ਹੈ ਆਪਣਾ 667 930 9260 6679309260। ਇਹ ਸਨ ਜ਼ਰੂਰੀ ਸੂਚਨਾਵਾਂ ਤੇ ਖਬਰਾਂ ਦੀ ਦੁਨੀਆ ਵੱਲ ਨੂੰ ਵਧਦੇ ਹਾਂ ਤੇ ਨਾਲ ਆਖਰ ਦੇ ਵਿੱਚ ਕੋਈ ਵਿਰਾਸਤ ਸਿਆਸਤ ਦੀ ਗੱਲ ਕਰਾਂਗੇ ਜਾਂ ਕਹਾਣੀ ਤੁਹਾਨੂੰ ਸੁਣਾਵਾਂਗੇ। ਇਹ ਵੀ ਦੱਸਣਾ ਕਿ ਕਹਾਣੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ, ਉਹਦੇ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਉਮੀਦ ਹੈ ਤੁਹਾਨੂੰ ਇਹ ਪਸੰਦ ਆਉਂਦੀਆਂ ਨੇ, ਜ਼ਰੂਰ ਸੁਣਿਆ ਕਰੋ। ਕਾਫੀ ਦਿਲਚਸਪੀ ਦੇ ਨਾਲ ਇੱਕ ਤਾਕੀਦ, ਇੱਕ ਸਿੱਖਿਆ ਉਸ ਦੇ ਵਿੱਚ ਸਹਿਜ ਸੁਭਾਅ ਮਲਕੜੇ ਜਿਹੇ ਸਾਨੂੰ ਮਿਲਦੀ ਹੈ। ਅਤੇ ਖਬਰਾਂ ਦੇ ਦੌਰਾਨ ਸਿਆਸਤ ਦਾ ਜਾਦੂ ਪੰਜਾਬ ਦੇ ਪੂਰਾ ਸਿਰ ਚੜ੍ਹ ਕੇ ਬੋਲ ਰਿਹਾ। ਇਸ ਵਕਤ ਪੂਰੇ ਜੋਸ਼ੋ ਖਰੋਸ਼ ਨਾਲ ਸਿਆਸਤ ਗਰਮ ਹੈ। ਆਮ ਆਦਮੀ ਪਾਰਟੀ ਦੀ ਕਾਫੀ ਚਰਚਾ ਹੋਈ ਹੈ। ਚੰਡੀਗੜ੍ਹ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਕਾਫੀ ਖੁਸ਼ੀ ਦੇ ਰੌਂਹ ਦੇ ਵਿੱਚ ਹੈ। ਆਮ ਆਦਮੀ ਪਾਰਟੀ ਚਰਚਾ ਦੇ ਵਿੱਚ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਲਗਾਤਾਰ ਜਿਹੜੇ ਨੇ ਰੋਡ ਸ਼ੋਅ ਕਰੀ ਜਾਂਦੇ ਨੇ, ਬੱਲੇ ਬੱਲੇ ਕਰਾਈ ਜਾਂਦੇ ਨੇ ਤੇ ਇਸ ਦੌਰਾਨ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਣ ਦੇ ਵਾਸਤੇ ਕੇਜਰੀਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਰੋਡ ਸ਼ੋਅ ਕੱਢਿਆ ਗਿਆ। ਚੰਡੀਗੜ੍ਹ ਦੇ ਵਿੱਚ ਨਿਗਮ ਦੀਆਂ 14 ਸੀਟਾਂ ਜਿੱਤਣ ਦੀ ਖੁਸ਼ੀ ਮਨਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ, ਤੇ ਇਸ ਨੂੰ ਕਿਤੇ ਨਾ ਕਿਤੇ ਇੱਕ ਟੀਜ਼ਰ ਜਾਂ ਟ੍ਰੇਲਰ ਦੇ ਤੌਰ ਤੇ ਵੀ ਪੇਸ਼ ਕੀਤਾ ਜਾ ਰਿਹਾ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ। ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ, ਭਾਰਤੀ ਜਨਤਾ ਪਾਰਟੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ 5 ਜਨਵਰੀ ਨੂੰ ਫਿਰੋਜ਼ਪੁਰ ਦੇ ਵਿੱਚ ਆਉਣਗੇ। ਉਸ ਨੂੰ ਲੈ ਕੇ ਵੀ ਚਰਚਾਵਾਂ ਨੇ ਤੇ ਇਸ ਦੌਰਾਨ ਜਿਹੜਾ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਿਸ ਤਰ੍ਹਾਂ ਸੈਕਟਰ 22 ਦੇ ਵਿੱਚ ਰੋਮਸ ਲਾਈਟ ਪੁਆਇੰਟ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ, ਉੱਥੇ ਸ਼ਾਮਲ ਹੋਏ। ਇਸ ਨੂੰ ਉਹਨਾਂ ਨੇ ਵਿਜੇ ਯਾਤਰਾ ਦੱਸਿਆ ਤੇ ਚੰਡੀਗੜ੍ਹ ਦਾ ਧੰਨਵਾਦ ਕਰਦੇ ਬੈਨਰ ਜਿਹੜੇ ਲਿਖੇ ਹੋਏ ਸਨ ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਹੁਣ ਮੇਅਰ ਬਣਾਉਣ ਦੇ ਵਾਸਤੇ ਇਕਜੁੱਟਤਾ ਦਾ ਪ੍ਰਗਟਾਵਾ, ਕਿਉਂਕਿ ਇਹ ਦੋਸ਼ ਲੱਗ ਰਹੇ ਨੇ ਉਹਨਾਂ ਵੱਲੋਂ ਕਿ ਵਿਰੋਧੀ ਧਿਰ ਖਾਸ ਕਰਕੇ ਭਾਜਪਾ ਖਰੀਦੋ ਫਰੋਖਤ ਕਰਨ ਦੀ ਜੁਗਾੜਬਾਜ਼ੀ ਦੇ ਵਿੱਚ ਹੈ। ਇਹਨਾਂ ਦੇ ਨਵੇਂ ਚੁਣੇ ਐਮਸੀ ਨੂੰ ਮਾਇਆ ਦੇ ਲਾਲਚ ਦੇ ਵਿੱਚ ਆਪਣੇ ਨਾਲ ਜੋੜਨ ਦੇ ਰੌਂ ਦੇ ਵਿੱਚ ਹੈ। ਫੇਸਬੁੱਕ ਤੇ ਮਲੂਕ ਸਿੰਘ ਲਾਹੌਰੀਆ ਤੇ ਗੁਰਵਿੰਦਰ ਸਿੰਘ ਢਿੱਲੋਂ ਹੋਰ ਸੱਜਣ ਜੁੜੇ ਨੇ। ਆਪ ਸਭ ਦਾ ਧੰਨਵਾਦ ਹੈ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਦੱਬ ਕੇ, ਇੰਨੀ ਜ਼ਰੂਰ ਬੇਨਤੀ ਹੈ ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਬੜਾ ਅੱਛਾ ਲੱਗਦਾ ਹੈ। ਜੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤਾਂ ਇੰਨਾ ਕੁ ਜ਼ਰੂਰ ਕਲਿੱਕ ਕਰਿਆ ਕਰੋ ਕਿ ਉਹਨਾਂ ਨੂੰ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਇਹ ਜਿਹੜੀ ਗੱਲਬਾਤ ਆਪਾਂ ਜੋ ਮਿਹਨਤ ਮੁਸ਼ੱਕਤ ਕਰਦੇ ਹਾਂ, ਆਪਣੇ ਵਿਚਾਰ ਨੇ ਜਿਹੜੇ ਹੋਰ ਲੋਕਾਂ ਤੱਕ ਪਹੁੰਚਣ, ਉਹ ਆਪਣੇ ਵਿਚਾਰ ਇਸ ਦੇ ਵਿੱਚ ਜੋੜ ਸਕਦੇ ਆ ਤੇ ਕਾਫਲਾ ਜਿਹੜਾ ਵੱਡਾ ਬਣੇ। ਤੀਲੇ ਨਾਲ ਤੀਲਾ ਜੁੜਦਿਆਂ ਕਾਫਲੇ ਬਣਦੇ ਨੇ। ਹਮ ਅਕੇਲੇ ਨਿਕਲੇ ਸੇ ਜਾਨ ਮੇ ਮੰਜ਼ਲ, ਲੋਕ ਮਿਲਤੇ ਗਏ ਔਰ ਕਾਰਵਾਂ ਬਣਤਾ ਗਿਆ। ਕਾਰਵਾਂ ਬਣਾ ਕੇ ਆਪਾਂ ਕੋਈ ਜੰਗ ਨਹੀਂ ਜਿੱਤਣੀ, ਨਾ ਕੋਈ ਇਲੈਕਸ਼ਨ ਜਿੱਤਣੀ ਹੈ। ਸਿਰਫ ਇਹੀ ਹੈ ਕਿ ਮਾਨਵਤਾ ਦਾ ਝੰਡਾ ਬੁਲੰਦ ਰਹੇ। ਆਪਸੀ ਸਾਂਝਾਂ ਨੇ ਜਿਹੜੀਆਂ ਵੱਖ-ਵੱਖ ਭਾਈਚਾਰਿਆਂ ਦੀਆਂ
जो असीं धर्म मजहब के वखरेविਆਂ ਨੂੰ ਲੈ ਕੇ लड़ते आए हैं उन्हां तो किते ना किते असीं थोड़ा वेल कढ़ के जिंदगी नूं बेहतर बना सकीए, यही अपना ऐद है ते यही समुची मानवता ता यही ते मुख धर्म है। अपने अपने धर्मां दे गरूर दे विच दूसरे दे धर्म नूं नुकसान पहुंचाउणा कोई बहुतियां सियाणपां नहीं हुंदियां। बाई जी साहब अवतार सिंह जुड़े ने ते इन्हां दा भी धन्नवाद है। ते इस दौरान तुसी साडे इन्हां भरावां नूं WhatsApp ग्रुप दे विच मंगवा सकदे हो। उस दे वास्ते तुसी अपना WhatsApp ग्रुप नंबर यही है जिस ते तुसी कॉल कर दिओ 98 763 096 55 9876309655 इस नंबर ते सांझ तुसी बना सकते हो। खबरां दी दुनिया दे विच कि WHO ने कोरोना दे बारे सतर्क कीता, पर अजे जिस तरह 800 तो तादाद टप्पी है कोरोना दी ते इस दौरान पंजाब दे विच कोई बहुती सतर्कता नहीं है। एक मरीज नवां शहर दे विच मिलिया जिहड़ा स्पेन तो आया सी, हालांकि जिहड़े उसके संपर्क दे विच आए उन्हां दे विच भी कई लोग दुरुस्त होकर घरां नूं जा चुके ने, पर उन्हां दी जिहड़ी जांच तो दौरान ये जे पता नहीं लग्या कि उन्हां दे विचों भी किसी नूं कोरोना है जां नहीं। ते इस दौरान किसी ने तेरी जात पुछनी कीते अमलों के होने ने नवेड़े। एक रिपोर्ट है कि यूपी दे विच 26% जिहड़े डीएम ने वो ठाकुर ने, यानी कि वो इस ठाकुर जात नाल संबंधित ने। 26% डीएम जिस तरह जिहड़ा उत्थे डिस्ट्रिक्ट मैनेजर दा रुतबा हुंदा जिवें पंजाब दे विच डीसी दा। 11% ब्राह्मण ने ते 5% जिहड़े ने वो दलित ने ते यादव जिहड़ा डीएम है वो एक ही है। ते ये जिहड़ी रिपोर्ट किते ना किते जाति समीकरण है, ये यूपी के 75 जिलिਆਂ ਦਾ सर्वे जिस दे विच दस्सिया गया कि यूपी के 75 जिलिਆਂ ਦੇ ਵਿੱਚ 40% यानी कि 30 के करीब जिहड़े समान आम वर्ग के डीएम तैनात ने जिला अधिकारी। इन्हां दे विचों 26% यानी कि 20 ठाकुर ने जो कि 11% बनता है। 20% ठाकुर ने ते 11% जिहड़े ने वो ब्राह्मण ने। उत्तर प्रदेश के विच SSP या SP की तैनाती ते अगर निगाह मारी जाए तो 18 जिलिਆਂ की कमांड ठाकुर जाति नाल संबंध रखने वाले SSP ने ते खास करके इन्ने ही जिलिਆਂ की कुर्सी ते ब्राह्मण जाति के SSP तकरीबन 18 जिलिਆਂ च ब्राह्मण SSP तैनात ने। ते इस नूं लैके जिहड़े OBC जाति के अधिकारियों की स्थिति थोड़ी अच्छी भी कही जा सकती है। यूपी दे विच 14 डीएम OBC जाति के ने, अदर बैकवर्ड कास्ट, ते 12 SSP, यानी इस तरह के जिहड़े जाति समीकरण जिहड़े ने वो भी किते ना किते पेश हुंदे ने। हालांकि जात आधारित रिजर्वेशन नूं लैके भी चर्चावां अक्सर रहिंदियां ने। ते क्योंकि जात समीकरण के आधार ते क्योंकि अपना जात भाईचारा ये हुंदा ही है, किते ना किते सांझ हुंदी है अपने देसी बंदियां दी, जिवें हुंदी है कि साडे भाईचारे चों ने अपना मारू सावें छुट्टू। ये जिहड़ी फितरत किते ना किते लोक सुभा दा हिस्सा है। ते उधर जिहड़ी इस तरह दा हेट क्राइम है, काली चरण कहंदा सी मैनूं कोई अफसोस नहीं है, पर महात्मा गांधी नाल बदसलूकी भरे व्यवहार दा मामला सामने आया सी, जिस संबंधी ये काली चरण सी जिहड़ा ये हेट स्पीच इसने दित्ती सी। ये छत्तीसगढ़ पुलिस का जिहड़ा रैपर लैके उसनूं पहुंच गई है। छत्तीसगढ़ की पुलिस का रैपर इसनूं अदालत विच लैके पुजी, अदालत विच पेश किया गया। वड्डी तादाद दे विच इसदे समर्थक भी है क्योंकि धार्मिक व्यक्ति है काली चरण महाराज। ते उस दौरान जय श्री राम ते नत्थू राम गौंड से जिंदाबाद के नारे भी लगे। हालांकि उत्थे कांग्रेस पार्टी की सरकार है, बीजेपी उत्थे सत्ता तो बाहर है ते बड़ा लंबा समा बीजेपी ने छत्तीसगढ़ दे विच राज कीता है। ते इस दौरान के जिस नत्थू राम की उसने तारीफ की सी महात्मा गांधी के कातल की, उस दे जिंदाबाद के नारे उत्थे लगे ने। ते देश नूं किस पासे नूं लिजाया जा रहा है। हालांकि उसका मुआयना होया ते अदालत विच उसनूं पेश किया गया। मध्य प्रदेश के खुजराहों तो गिरफ्तार किया उसनूं, जिथों दी मूर्तियां बड़ियां चर्चित ने। अजंता लोरा खुजराहों दे विच काफ़ी आर्काइव दे जिहड़े ने सबूत मिलते हैं। ते उस दौरान क्योंकि उस विच रैपर पुणे ते कोला दे विच केस दर्ज किए गए सन। मध्य प्रदेश दे विच भी जिहड़ा गृह मंत्री ने उसकी गिरफ्तारी के तरीके ते इतराज जताया, क्योंकि छत्तीसगढ़ दे विच गृह मंत्री जिहड़े ने तमाम ताम्रध्वज साहू ने आख्या कि निज़मां दे अधीन उन्होंने सारा कुछ किया। सो छत्तीसगढ़ के मुख मंत्री जिहड़ी कांग्रेस पार्टी की सरकार है भूपेश बघेल, उसने आख्या कि काली चरण दे परिवार अते उसके वकील नूं गिरफ्तारी की जिहड़ी जानकारी दे दी है ते जल्दी ही उसनूं कोर्ट दे विच पेश किया जाएगा।
ਤੇ ਇਸੇ ਤਰ੍ਹਾਂ ਜਿਹੜਾ ਰੈਪਰ ਪੁਲਿਸ ਨੇ ਸਵੇਰੇ 4 ਵਜੇ ਉਸ ਨੂੰ ਖਜਰਾਹੋਂ ਤੋਂ ਗ੍ਰਿਫਤਾਰ ਕੀਤਾ ਤੇ ਅਦਾਲਤ ਵਿੱਚ ਪੇਸ਼ ਕੀਤਾ ਤੇ ਉੱਥੇ ਜੋ ਉਸਨੇ ਇੱਕ ਕਾਟੇਜ ਬੁੱਕ ਕਰਾਇਆ ਸੀ ਤੇ ਉੱਥੇ ਉਹ ਠਹਿਰ ਰਿਹਾ ਸੀ ਤੇ ਉੱਥੋਂ ਉਸ ਨੂੰ ਫਿਰ ਛੱਤੀਸਗੜ੍ਹ ਲਿਆਂਦਾ ਗਿਆ ਤੇ ਉਸ ਦੌਰਾਨ ਉਸਦੇ ਕਾਫੀ ਜਿਹੜੇ ਸਮਰਥਕ ਨੇ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ ਅਦਾਲਤ ਦੇ ਵਿੱਚ ਕਾਫੀ ਹੜਦੰਗਾ ਜਿਹੜਾ ਮਚਾਇਆ, ਜੈ ਸ਼੍ਰੀ ਰਾਮ ਤੇ ਨਾਅਰੇਬਾਜ਼ੀ ਕੀਤੀ ਹੈ ਨੱਥੂ ਰਾਮ ਗੌਂਡਸੇ ਜਿੰਦਾਬਾਦ ਦੀ। ਕਿਤੇ ਨਾ ਕਿਤੇ ਮਤਲਬ ਨੱਥੂ ਰਾਮ ਬਨਾਮ ਕਰਮਚੰਦ ਮੋਹਨਦਾਸ ਗਾਂਧੀ, ਇਹ ਵੀ ਇੱਕ ਮਤਲਬ RSS BJP ਬਨਾਮ ਕਾਂਗਰਸ, ਇਹ ਲੜਾਈ ਦੇ ਜਿਹੜੇ ਆਈਕਨ ਨੇ ਜਿਹੜੇ ਉਹ ਬਦਲੇ ਜਾ ਰਹੇ ਨੇ ਇਹ ਸਾਰੇ ਸਮੀਕਰਨਾਂ ਦੇ ਵਿੱਚ। ਤੇ ਦੂਜੇ ਬੰਨੇ ਇਸ ਤਰ੍ਹਾਂ ਦਾ ਜਿਹੜਾ ਅੱਤਵਾਦ ਹੈ ਉਸ ਅੱਤਵਾਦ ਦੇ ਦੌਰਾਨ ਜਿਹੜਾ ਕਿਤੇ ਭਾਈਚਾਰਾ ਵਿਸ਼ੇਸ਼ ਨੂੰ ਲੈ ਕੇ ਜੇ ਕਿਸੇ ਦਾ ਨੁਕਸਾਨ ਹੁੰਦਾ ਉਹ ਚੀਜ਼ਾਂ ਧਿਰ ਬਣਦੀਆਂ ਨੇ। ਸਰਦੀਆਂ ਦੇ ਦਿਨਾਂ ਦੇ ਦੌਰਾਨ ਜੰਮੂ ਕਸ਼ਮੀਰ ਦੇ ਵਿੱਚ ਘੁਸਪੈਠ ਵੱਧਦੀ ਹੈ ਤੇ ਤਸਕਰੀ ਵੱਧਦੀ ਹੈ, ਗੈਰ ਸਮਾਜੀ ਅੰਸਰਾਂ ਦੀਆਂ ਹਰਕਤਾਂ ਦੇ ਵਿੱਚ ਇਜ਼ਾਫਾ ਹੁੰਦਾ ਕਿਉਂਕਿ ਸਰਦੀ ਦੇ ਦੌਰਾਨ ਬਰਫ਼ਾਂ ਦਾ ਦੌਰ ਹੁੰਦਾ ਹੈ ਤੇ ਜਿਸ ਦੌਰਾਨ ਮਾਈਨਸ ਟੈਂਪਰੇਚਰ ਹੁੰਦੇ ਨੇ ਤੇ ਜਵਾਨ ਕਿਸ ਤਰ੍ਹਾਂ ਸਰਹੱਦਾਂ ਦੀ ਦੇਸ਼ ਦੀ ਰਾਖੀ ਕਰਨ, ਉਹ ਇੱਕ ਵੱਡੀ ਸਮੱਸਿਆ ਹੋ ਜਾਂਦਾ ਹੈ। ਸੋ ਇਸ ਦੌਰਾਨ ਜਿਹੜੇ ਦਹਿਸ਼ਤਗਰਦ ਕਿਸਮ ਦੇ ਲੋਕ ਨੇ, ਤਸਕਰ ਨੇ, ਉਹਨਾਂ ਦੇ ਲਈ ਇਹ ਸ਼ੁਭ ਸ਼ਗਨ ਹੁੰਦਾ ਹੈ। ਇਸੇ ਦੌਰਾਨ ਕਸ਼ਮੀਰ ਵਾਦੀ ਦੇ ਵਿੱਚ ਕਿਉਂਕਿ ਇੱਕ ਤਾਂ ਪੰਜਾਬ ਸਮੇਤ 5 ਸੂਬਿਆਂ ਦੇ ਵਿੱਚ ਚੋਣਾਂ ਨੇ, ਇਹ ਵੀ ਇੱਕ ਕਾਰਨ ਹੈ। ਕਸ਼ਮੀਰ ਦੇ ਵਿੱਚ ਅੱਜ ਇੱਕ ਫੇਰ ਮੁਕਾਬਲਾ ਹੋਇਆ ਜਿਸ ਮੁਕਾਬਲੇ ਦੇ ਦੌਰਾਨ 2 ਪਾਕਿਸਤਾਨੀਆਂ ਸਣੇ 6 ਅੱਤਵਾਦੀ ਜਿਹੜੇ ਨੇ ਉਹ ਮਾਰੇ ਗਏ ਨੇ ਤੇ ਭਾਰਤੀ ਫੌਜ ਦਾ ਇੱਕ ਜਵਾਨ ਵੀ ਜਿਹੜਾ ਇਸ ਮੁਕਾਬਲੇ ਦੇ ਵਿੱਚ ਆਪਣੀ ਜਾਨ ਵਾਰ ਗਿਆ। ਖਡੂਰ ਸਾਹਿਬ ਇਲਾਕੇ ਦਾ ਰਹਿਣ ਵਾਲਾ ਸੀ ਜਸਵੀਰ ਸਿੰਘ, ਜੋ ਇਸ ਮੁਕਾਬਲੇ ਦੇ ਦੌਰਾਨ ਅੱਤਵਾਦੀਆਂ ਦੇ ਨਾਲ ਲੋਹਾ ਲੈਂਦਿਆਂ ਹੋਇਆ ਜਾਨ ਵਾਰ ਗਿਆ। ਵੇਈਮਪੂਈ ਦਾ ਰਹਿਣ ਵਾਲਾ ਸੀਗਾ, ਖਡੂਰ ਸਾਹਿਬ ਹਲਕੇ ਦੇ ਪਿੰਡ ਵੇਈਮਪੂਈ ਨਾਲ ਸੰਬੰਧਿਤ ਸੀਗਾ ਜਸਵੀਰ ਸਿੰਘ ਸਨ ਆਫ ਗੁਰਤੇਜ ਸਿੰਘ ਤੇ ਦੇਰ ਰਾਤ ਇਹ ਮੁਕਾਬਲਾ ਹੋਇਆ। ਉਹ 2014 ਦੇ ਵਿੱਚ ਰਾਸ਼ਟਰੀ ਰਾਈਫਲ ਦੇ ਵਿੱਚ ਬਤੌਰ ਲਾਸ ਨਾਇਕ ਭਰਤੀ ਹੋਇਆ ਸੀ ਤੇ ਜੰਮੂ ਕਸ਼ਮੀਰ ਦੇ ਤਾਇਨਾਤ ਸੀ। ਪਿੱਛੇ ਉਸ ਦੀ ਇੱਕ ਭੈਣ ਤੇ ਇੱਕ ਭਰਾ ਨੇ, ਹਾਲੇ ਜਸਵੀਰ ਦੀ ਸ਼ਾਦੀ ਵੀ ਨਹੀਂ ਸੀ ਹੋਈ ਕਿ ਇਸ ਦੌਰਾਨ ਉਹ ਮੌਤ ਲਾੜੀ ਦੇ ਨਾਲ ਪਰਨਾਇਆ ਗਿਆ। ਇਸੇ ਸਿਲਸਿਲੇ ਵਿੱਚ 2 ਪਾਕਿਸਤਾਨੀਆਂ ਸਮੇਤ 6 ਦਹਿਸ਼ਤਗਰਦਾਂ ਦੀ ਵੀ ਮੌਤ ਹੋਈ ਹੈ। ਇਹ ਜਿਹੜਾ ਮੁਕਾਬਲਾ ਹੋਇਆ ਕਸ਼ਮੀਰ ਦੇ ਵਿੱਚ ਜਿਹੜੇ 2 ਵੱਖ-ਵੱਖ ਮੁਕਾਬਲੇ ਹੋਏ ਨੇ, ਇਹਨਾਂ ਦੇ ਵਿੱਚ ਪਾਕਿਸਤਾਨ ਦੇ 2 ਨਾਗਰਿਕਾਂ ਸਮੇਤ 6 ਦਹਿਸ਼ਤਗਰਦ ਮਾਰੇ ਗਏ ਨੇ ਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ, 3 ਜਵਾਨ ਵੀ ਜ਼ਖਮੀ ਨੇ। ਇਹ ਸਾਰੇ ਜਿਹੜੇ 6 ਦੇ 6 ਅੱਤਵਾਦੀ ਸੀਗੇ ਇਹ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਸਨ। ਜੰਮੂ ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵਿਜੇ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਇਹ ਦਹਿਸ਼ਤਗਰਦ ਸਨ ਜਿਨ੍ਹਾਂ ਦਾ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ। ਅਜੇ 2 ਹੋਰ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸ਼ਾਹਬਾਦ ਡਰੂ ਇਲਾਕੇ ਦੇ ਵਿੱਚ ਇਹ ਮੁਕਾਬਲਾ ਹੋਇਆ ਜਿਸ ਦੌਰਾਨ 3 ਦਹਿਸ਼ਤਗਰਦ ਮਾਰੇ ਗਏ ਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਮਿਰਹਾਮਾ ਦੇ ਵਿੱਚ ਇਹ ਜਿਹੜੇ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ 3 ਦਹਿਸ਼ਤਗਰਦ ਇਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ। ਹਾਲਾਂਕਿ ਸਥਿਤੀ ਭਾਵੇਂ ਇਸ ਤਰ੍ਹਾਂ ਦੀ ਬਣ ਰਹੀ ਹੈ, ਕਦੇ ਪੰਜਾਬ ਦੇ ਵਿੱਚ ਟਿਫਨ ਬੰਬ, ਕਦੇ ਬੰਬ ਧਮਾਕਾ ਲੁਧਿਆਣਾ, ਪਰ ਇਸ ਦੌਰਾਨ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ, ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸੁਸ਼ੀਲ ਚੰਦਰਾ ਲਖਨਊ ਦੇ ਦੌਰੇ ਤੇ ਸਨ। ਉਹਨਾਂ ਨੇ ਆਖਿਆ ਕਿ ਸਿਸਟਮ ਭਾਵੇਂ ਮਾੜਾ ਹੈ ਪਰ ਅਸੀਂ ਜਿਹੜਾ ਇਲੈਕਸ਼ਨ ਨਹੀਂ ਟਾਲਾਂਗੇ। ਇਹ ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਵਿਧਾਨ ਸਭਾ ਦੀਆਂ ਸਾਰੀਆਂ ਚੋਣਾਂ ਭਾਵੇਂ ਕੋਵਿਡ ਹੈ ਜਾਂ ਕੁਝ ਦਹਿਸ਼ਤਗਰਦੀ ਕਾਰਵਾਈਆਂ ਹੋ ਰਹੀਆਂ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਤੇ ਇਸ ਦੌਰਾਨ ਜਿਹੜਾ ਚੋਣਾਂ ਦਾ ਅਮਲ ਹੈ ਉਹ ਮਿੱਥੇ ਸਮੇਂ ਤੇ ਨਿਪਰੇ ਚੜ੍ਹੇਗਾ। ਸੋ ਉਹਨਾਂ ਨੇ ਲਗਾਤਾਰ ਪੰਜਾਬ ਦਾ ਵੀ ਦੌਰਾ ਕੀਤਾ, ਵੱਖ-ਵੱਖ ਸੂਬਿਆਂ ਦੇ ਦੌਰੇ ਕੀਤੇ ਨੇ। ਲਖਨਊ ਦੇ ਵਿੱਚ ਉਹਨਾਂ ਨੇ ਅੱਜ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਉੱਤਰ ਪ੍ਰਦੇਸ਼ ਦੇ 52 ਲੱਖ ਨਵੇਂ ਵੋਟਰ ਇਸ ਵਾਰੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਰਾਂ ਦੀ ਗਿਣਤੀ ਵਧਣ ਅਤੇ ਕੋਰੋਨਾ ਦੇ ਕਾਰਨ ਜਿਹੜਾ ਡਿਸਟੈਂਸ ਰੱਖਣਾ, ਸੋਸ਼ਲ ਡਿਸਟੈਂਸਿੰਗ ਜਾਂ ਹੋਰ ਮਾਮਲਿਆਂ ਦੇ ਮੁਤਲਕ 11,000 ਹੋਰ ਪੋਲਿੰਗ ਬੂਥ ਲਾਉਣ ਦਾ ਫੈਸਲਾ ਕੀਤਾ ਤਾਂ ਜੋ ਭੀੜ ਨਾ ਵਧੇ ਤੇ ਇਸ ਕੋਵਿਡ ਦਾ ਕੋਈ ਅਸਰ ਮਾੜਾ ਲੋਕਾਂ ਤੇ ਨਾ ਪਵੇ। ਉਸ ਦੇ ਮੱਦੇਨਜ਼ਰ ਕਿਉਂਕਿ 52 ਲੱਖ ਨਵੇਂ ਵੋਟਰ ਨੇ, ਵੱਡਾ ਸੂਬਾ ਹੈ ਤੇ 11,000 ਪੋਲਿੰਗ ਬੂਥ ਉਸ ਮੁਤਲਕ ਹੋਰ ਵਧਾਏ ਗਏ ਨੇ। ਯਾਨੀ ਅਜੇ ਤੱਕ ਜਿਹੜੀ ਖਬਰ ਹੈ ਕਿ ਇਹ ਚੋਣਾਂ ਮਿੱਥੇ ਸਮੇਂ ਤੇ ਹੀ ਹੋਣਗੀਆਂ। ਤੇ ਥੋੜਾ ਪੰਜਾਬ ਦੀ ਸਿਆਸਤ ਵੱਲ ਨੂੰ ਆਈਏ। ਬਿਕਰਮ ਸਿੰਘ ਮਜੀਠਾ ਦਾ ਅਜੇ ਕੁਝ ਨਹੀਂ ਬਣਿਆ। ਅੱਜ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਕੇਸ ਦੀ ਸੁਣਵਾਈ ਹੋਣੀ ਸੀ। ਜਿਹੜਾ ਡਰੱਗ ਦਾ ਮਾਮਲਾ ਉਹਨਾਂ ਤੇ ਦਰਜ ਹੋਇਆ, ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਅੱਜ ਸੁਣਵਾਈ ਲੱਗੀ ਸੀ
जस्टिस लीजा गिल बड़ी चर्चित जस्टिस ने लीजा गिल उन्हां कोले मामला आया सीगा ते पंजाब सरकार ने बहस करने दे वास्ते पी चिदंबरम नाल संपर्क किया। दूजे पासे जिहड़े सुप्रीम कोर्ट के वकील ने मुकुल रहतोगी नूं चुनिया गया। पी चिदंबरम सीनियर वकील ने पहला भी पंजाब सरकार ने एक दो केसां च बुलाए ने ते हुण मजीठा नूं जमानत रोकण दे वास्ते उन्होंने पी चिदंबरम नूं हायर कीता ते बचाव धिर ने सुप्रीम कोर्ट के वकील ने जिहड़े मुकुल रहतोगी नूं चुनिया ते इस दे विच इह किते ना किते हुण 5 जनवरी नूं पता लगेगा। तरीक लम्मी पै गई है। नवें वरे दे दौरान ये जिहड़ियां समस्यावां टलदियां ने जां उदों क्योंकि मोदी साहब की 5 जनवरी की रैली है फिरोजपुर दे विच जिस दे वास्ते वड्डा लाम लश्कर दे नाल डटे हुए ने राणा गुरमीत सोढी ते उस दे विच जेड सुरक्षा मिली हुई है ते वड्डी तादाद दे विच उन्होंने 5 लाख के करीब इकट्ठ करना ते अपनी कारगुजारी दिखाउणी है सोढी होरां ने जिस दे आधार ते किते ना किते फिर प्रधानमंत्री पैर धरावा बीजेपी का पंजाब दे विच कराउंदे आ जां नहीं। मैनूं ते लगदी है मुख मंत्री बनाउणगे। मुख मंत्री तो वैसे भाजपा के RSS के खेमे चों बनना सोढी होरी तां अजे इह है कि खाण पीण नूं बांदरी ते डंडे खाण नूं रिछ वाली गल अजे इन्हां सरदारां नाल होनी है। वरतना जो हुंदा है इस तरह का सिस्टम है। तुसीं वेखो कि जदों तो पंजाब दे विच किसानी का दौर चलिया सिख चेहरे बीजेपी के काफ़ी अगे आए ने। जिहड़ा हिंदू चेहरा सी सारे साइलेंट मोड ते चले गए ने वाइब्रेशन मोड ते चले गए ने ਉਹ ਭਾਵੇਂ ਤਰੁਣ ਚੁੱਗ ਹੋਵੇ ਜਾਂ ਹੋਰ RSS ਤੇ बीजेपी ਦੇ नेता होण। सो ਹੁੰਦਾ ही है फिर ਉਹ सरदार फिर इसे ਕੰਮ ਲਈ ਹੁੰਦੇ ਨੇ ना। ਇਹ ਕੁਦਰਤੀ है कि एक पासे सन जरनैल सिंह पिंडरां वाले ने दूसरे पासे जनरल बराड़ ने ये फिर ਹੁੰਦਾ ही है नाल दोने इतफाकन बराड़ भाईचारे चों सी। सो ये सिलसिला जिहड़ा चलदा आया। इस तरह अज ठंड ਠਾਰੀ काफ़ी सी। सवेरे भी मैं वेखिया प्रोग्राम करन तो बाद काफ़ी जिहड़ा ठंड लगदी सी शरीर नूं ते इस दे विच सीत लहर का असर है। अज भावें धुप्प उन्नी तिखी नहीं सी पर जिवें कल मोगा सब तो ठंडा सीगा ते इस दौरान पंजाब हरियाणा के ज़्यादातर हिस्सों के विच सीत लहर का काफ़ी असर रहा ते धुप्प अज तिखी नहीं सी। हालांकि कल धुप्प तिखी सी। हरियाणा का हिसार सब तो ठंडा रहा जिथे 2 डिग्री टैंपरेचर नोट किया गया घट्टो घट्ट। इस तरह करनाल रोहतक गुड़गांव सिरसा फतेहाबाद पंचकूला दे विच भी 3 तो लैके 6-7 के दरम्यान टैंपरेचर जिहड़ा रहा। कूलां दा शहर पंचकूला दे विच भी 5 डिग्री तो घट तापमान सी। चंडीगढ़ दे विच 4.2 डिग्री। पंजाब दा रतीला इलाका बठिंडा पंजाब की पहली राजधानी है बिक्रमगढ़ ते इत्थे जिहड़ा तापमान वो 2.6 डिग्री रहा ते मौजूदा राजधानी चंडीगढ़ दे विच 4.2 डिग्री रहा। हालांकि इस दौरान अमृतसर दे विच 4, लुधियाना 4, शहर पटियाला ठंडा बागां दा शहर 3, पठानकोट 7, फरीदकोट दे विच 3 के करीब रहा ते इस तरह संगरूर दे विच जिहड़ा 3.1 डिग्री सैल्सीयस तापमान अज रहा। सियासी तापमान पूरा गर्म है ते 1 लाख के करीब बोतलां बन सकदियां सी। एक टैंकर फड़िया गया छत्तीसगढ़ तो आया सी। वो टैंकर दे विच इन्नी शराब सी। पंजाब दा एक बड़ा मशहूर ब्रांड है उस दे नाल संबंधित उन्हां दा बॉटलिंग प्लांट सी जिथे जाना सी टैंकर। इहदे च जो फड़ी गई है शराब आबकारी विभाग ने रेड किया टैंकर बਨੂੜ दे लागे ते उस टैंकर नूं छत्तीसगढ़ तो बन के आई सीगी ते इह पंजाब दे विच बोटलिंग होनी सीगी ते 1,10,000 बोतल उस टैंकर चों पैदा होनी सी। सो ये तैयारियां ने जी। एक पासे जिथे महालम वर्गे पिंड ने ते दूसरा होर बहुत सारे इलाके ने जिथे कच्ची पक्की शराब निकलती है गुड़ वाली लाट वाली राव वाली ते इस सिलसिले विच ये जिहड़ी डिस्टिलरिंग वाली है वह भी वड्डे पद्धर ते पंजाब दे विच लगातार विकदी है। ते इस दे नाल सियासत दे विच होर की कुछ वापर रहा उस दे भी नाल आपां अपडेट करांगे। कुछ मसले तुहाडे नाल साझे कीते ने तुसीं हुण कॉल कर सकदे हो ते उस तो बाद फिर आपां गलबात करांगे थोड़ी विरासत वाल। जिस तरह नागालैंड दे विच पिछले दिन ही घटना घटी सी
14 ਦੇ ਕਰੀਬ ਵਿਅਕਤੀਆਂ ਦਾ ਕਤਲ ਕੀਤਾ ਸੀ ਫੌਜ ਨੇ। ਸੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ 7 ਸਿਸਟਰ ਸਟੇਟਸ ਨੇ, ਇਹਨਾਂ ਦੇ ਵਿੱਚ ਅਫਸਫਾ ਕਾਨੂੰਨ ਦਹਾਕਿਆਂ ਤੋਂ ਲਾਗੂ ਹੈ। ਇਸ ਕਾਨੂੰਨ ਦੇ ਤਹਿਤ ਜਿਹੜੀਆਂ ਫੋਰਸਸ ਨੇ ਜਾਂ ਫੌਜ ਹੈ, ਉਹਨਾਂ ਨੂੰ ਗੋਲੀ ਮਾਰਨ ਦਾ ਅਧਿਕਾਰ ਹੈ ਬਿਨਾਂ ਕਿਸੇ ਪੁੱਛਗਿੱਛ ਦੇ। ਇਹ ਅਫਸਫਾ ਕਾਨੂੰਨ ਜਿਹੜਾ ਉਸ ਨੂੰ ਰੱਦ ਕਰਨ ਦੇ ਵਾਸਤੇ ਜਾਂਚ ਕਮੇਟੀ ਦੀ ਅੱਜ ਮੀਟਿੰਗ ਸੀ। ਸੋ ਕੇਂਦਰ ਸਰਕਾਰ ਨੇ ਨਾਗਾਲੈਂਡ ਦੇ ਵਿੱਚ ਅਫਸਫਾ ਕਾਨੂੰਨ ਨੂੰ 6 ਮਹੀਨੇ ਲਈ ਹੋਰ ਵਧਾ ਦਿੱਤਾ। ਅੱਜ ਤੋਂ ਯਾਨੀ ਜੂਨ ਤੱਕ ਅਫਸਫਾ ਲਾਗੂ ਰਹੇਗਾ। ਹਾਲਾਂਕਿ ਪਿਛਲੇ ਦਿਨੀ ਜਿਹੜੇ 14 ਆਮ ਨਾਗਰਿਕ ਫੌਜ ਨੇ ਮਾਰ ਦਿੱਤੇ ਸੀਗੇ, ਉਸ ਤੋਂ ਬਾਅਦ ਬੜਾ ਰੌਲਾ ਪਿਆ ਸੀਗਾ ਕਿ ਇਹ ਕਾਨੂੰਨ ਰੱਦ ਕੀਤਾ ਜਾਵੇ, ਕਿਉਂਕਿ ਵਿਸ਼ੇਸ਼ ਆਰਮਡ ਫੋਰਸ ਦੀਆਂ ਜਿਹੜੀਆਂ ਇਸ ਕਾਨੂੰਨ ਦੇ ਤਹਿਤ ਵੱਧ ਸ਼ਕਤੀਆਂ ਨੇ, ਉਹਨਾਂ ਨੂੰ ਖਤਮ ਕੀਤਾ ਜਾਵੇ, ਕਿਉਂਕਿ ਬਾਰਡਰ ਸਟੇਟ ਹੈ। ਏਡੀ ਵੀ ਗੱਲ ਨਹੀਂ ਜਿੱਡੀ ਪੇਸ਼ ਕੀਤੀ ਜਾ ਰਹੀ ਹੈ। ਪਰ ਇਸ ਅੱਜ ਜਿਹੜੀ ਸਰਕਾਰ ਦੀ ਕਮੇਟੀ ਸੀ, ਉਸਨੇ ਸਪਸ਼ਟ ਕੀਤਾ ਕਿ ਨਾਗਾਲੈਂਡ ਅਸ਼ਾਂਤ ਇਲਾਕਾ ਹੈ, ਖਤਰਨਾਕ ਸਥਿਤੀ ਹੈ। ਇਸ ਕਰਕੇ ਪ੍ਰਸ਼ਾਸਨ ਦੀ ਮਦਦ ਦੇ ਵਾਸਤੇ ਫੌਜ ਨੂੰ ਅਫਸਫਾ ਕਾਨੂੰਨ ਦੀ ਜ਼ਰੂਰਤ ਹੈ। ਫੋਰਸ ਨੂੰ ਵੀ ਜ਼ਰੂਰਤ ਹੈ। ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ, ਉਹ ਵੀ ਇਸ ਅਫਸਫਾ ਕਾਨੂੰਨ ਦੇ ਤਹਿਤ ਗੋਲੀ ਮਾਰ ਸਕਦੀਆਂ ਨੇ ਅਗਰ ਕੋਈ ਹੀਲ ਹੁਜਤ ਕਰਦਾ ਹੈ। ਤੇ ਹਾਲਾਂਕਿ ਇਸ ਕਾਨੂੰਨ ਦੇ ਖਿਲਾਫ 15-16 ਸਾਲ ਦਾ ਲੰਮਾ ਜਿਹੜਾ ਸੀਗਾ ਭੁੱਖ ਹੜਤਾਲ ਕਹਿ ਲਈਏ, ਮਰਨ ਵਰਤ ਕਹਿ ਲਈਏ, ਅਰੋਨ ਸ਼ਰਮੀਲਾ ਨੇ ਰੱਖਿਆ ਸੀ, ਜਿਸ ਨੇ 16 ਸਾਲ ਅੰਨ ਦੀ ਗਰਾਹੀ, ਪਾਣੀ ਦੀ ਬੂੰਦ ਮੂੰਹ 'ਚ ਨਹੀਂ ਸੀ ਪਾਈ। ਤੁਸੀਂ ਹਿਸਾਬ ਲਾ ਲਓ, ਉਹਦੇ ਫੂਡ ਪੈਪ ਪਾਈ ਹੋਈ ਸੀ, ਉਸ ਦੇ ਰਾਹੀਂ ਤਰਲ ਪਦਾਰਥ ਉਸ ਦੇ ਅੰਦਰ ਜਾਂਦਾ ਰਿਹਾ। ਉਸ ਇੰਨੀ ਕੁਰਬਾਨੀ ਤੋਂ ਬਾਅਦ ਅਰੋਨ ਸ਼ਰਮੀਲਾ ਸਿਆਸਤ 'ਚ ਆਈ। ਆਪਾਂ ਕਹਿ ਦਿੰਦੇ ਨੇ ਕਿ ਕਿਸਾਨਾਂ ਦੀ ਐਡੀ ਕੁਰਬਾਨੀ ਹੈ, ਤੇ ਅਰੋਨ ਸ਼ਰਮੀਲਾ ਜਿਸ ਦੇ ਸਾਹਮਣੇ 10 ਲੋਕਾਂ ਨੂੰ ਕਤਲ ਕਰ ਦਿੱਤਾ ਸੀ ਫੋਰਸ ਨੇ, ਤੇ ਉਸ ਕਾਨੂੰਨ ਦੇ ਖਿਲਾਫ ਉਸਨੇ 16 ਸਾਲ ਲੜਾਈ ਲੜੀ। ਅੰਨ ਦੀ ਗਰਾਹੀ ਮੂੰਹ ਨੂੰ ਨਹੀਂ ਲਾਈ, ਪਾਣੀ ਦੀ ਬੂੰਦ ਮੂੰਹ ਨੂੰ ਨਹੀਂ ਲਾਈ। ਆਪਣਾ ਘਰ ਉਸਦਾ ਉਸ ਹਸਪਤਾਲ ਤੋਂ ਜਿੱਥੇ ਉਸ ਨੂੰ ਨਜ਼ਰਬੰਦ ਰੱਖਿਆ ਜਾਂਦਾ ਸੀ ਸਿਰਫ 1.5 ਕਿਲੋਮੀਟਰ ਦੂਰ ਸੀ। ਉਹ ਆਪਣੇ ਘਰੇ ਤੱਕ ਨਹੀਂ ਗਈ, ਸਿਰਫ ਕਿ ਅੱਖਾਂ ਸਾਹਮਣੇ ਬੇਦੋਸ਼ੀਆਂ ਦਾ ਕਤਲ ਉਸ ਤੋਂ ਵੇਖਿਆ ਨਹੀਂ ਗਿਆ। ਤੇ ਇਸ ਕਾਨੂੰਨ ਦੇ ਖਿਲਾਫ ਉਸਨੇ ਇਹ ਲੰਮੀ ਲੜਾਈ ਲੜੀ। ਵਿਸ਼ਵ ਦਾ ਸਭ ਤੋਂ ਵੱਡਾ ਜਿਹੜਾ ਰਿਮਾਂਡ ਉਸਦਾ ਰਿਹਾ। ਪਰ ਫਿਰ ਵੀ ਵੋਟਾਂ ਉਸ ਨੂੰ ਕਿੰਨੀਆਂ ਪਈਆਂ? 90। ਇਲੈਕਸ਼ਨ ਲੜੀ ਸੀ ਅਰੋਨ ਸ਼ਰਮੀਲਾ ਨੇ। ਇਹ ਹਾਲਾਤ ਹੈ ਲੋਕਤੰਤਰ ਦੇ ਵਿੱਚ। ਇੱਥੇ ਤਾਂ ਗੱਲ ਇਹ ਹੈ ਕਿ ਮਨਮੋਹਨ ਸਿੰਘ ਵਰਗਾ ਵਿਅਕਤੀ ਹਾਰ ਜਾਂਦਾ ਤੇ ਫੂਲਾਂ ਦੇ ਵੀ ਜਿੱਤ ਜਾਂਦੀ ਹੈ। ਉੱਥੇ ਤੁਸੀਂ ਕੀ ਉਮੀਦ ਕਰਦੇ ਹੋ? ਇਹ ਠੀਕ ਹੈ ਕਿ ਸਿਆਸਤ 'ਚ ਅੱਛੇ ਲੋਕ ਆਉਣੇ ਚਾਹੀਦੇ ਨੇ। ਹੁਣ ਕਿਸਾਨ ਸਿਆਸਤ 'ਚ ਆਏ ਨੇ, ਪੈਰ ਧਰਾਵਾ ਕੀਤਾ, ਪਰ ਅਜੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਵੋਟਰ ਸੁਚੇਤ ਨੇ ਕਿ ਨਹੀਂ, ਅਜੇ ਵਕਤ ਨਹੀਂ। ਹੁਣ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਜਾਂ ਹੋਰਾਂ ਦਾ ਕਿੰਨਾ ਸਤਿਕਾਰ ਸੀ, ਪਰ ਜਦੋਂ ਉਹਨਾਂ ਨੇ ਗੱਲ ਹੀ ਛੋਈ ਹੈ ਕਿ ਅਸੀਂ ਸਿਆਸਤ 'ਚ ਆਉਣਾ, ਅਜੇ ਸ਼ੁਰੂਆਤ ਓਪਨਲੀ ਥੋੜੀ ਜਿਹੀ ਕੀਤੀ ਹੈ, ਕੈਂਡੀਡੇਟ ਅਨਾਉਂਸ ਨਹੀਂ ਕੀਤੇ, ਕਿਹੜੇ ਕੈਂਡੀਡੇਟ ਨੂੰ ਟਿਕਟਾਂ ਦੇਣਗੇ ਤੇ ਕਿੱਦਾਂ ਉਹਨਾਂ ਦਾ ਵਿਰੋਧ ਹੋਏਗਾ ਤੇ ਕਿੱਥੋਂ ਉਹ ਪੈਸਾ ਜਟਾਉਣਗੇ, ਉਹ ਪ੍ਰਚਾਰ ਕੀ ਕਰਨਗੇ, ਉਹ ਆਪਣੀਆਂ ਮੈਨੀਫੈਸਟੋ ਕੀ ਲੈ ਕੇ ਆਉਣਗੇ, ਵਾਅਦੇ ਉਹ ਕੀ ਕਰਨਗੇ, ਉਸ ਦੌਰਾਨ ਇਹਦਾ ਵਿਰੋਧ ਬਿਨਾਂ ਵਜ੍ਹਾ ਵਧੇਗਾ। ਕਿਸਾਨਾਂ ਦੇ ਵਾਸਤੇ ਸੂਟੇਬਲ ਸਮਾਂ ਨਹੀਂ ਹੈ, ਕਿਉਂਕਿ ਉਹਨਾਂ ਦੀ MSP ਜਾਂ ਹੋਰ ਲੜਾਈਆਂ ਅਜੇ ਬਾਕੀ ਨੇ। ਕਿਉਂਕਿ ਅੱਜ ਵੀ ਮੀਟਿੰਗ ਹੋਣੀ ਸੀਗੀ ਉਗਰਾਹਾਂ ਗਰੁੱਪ ਦੇ ਨਾਲ CM ਚੰਨੀ ਸਾਹਿਬ ਦੀ, ਪਰ ਚੰਨੀ ਸਾਹਿਬ ਕਹਿੰਦੇ ਸਮਾਂ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤਾਂ ਬੈਠੇ ਹਾਂ। ਤੇ ਉਹ ਮੀਟਿੰਗ ਜਿਹੜੀ ਹੈ ਟਲ ਗਈ ਹੈ। ਤੇ ਹੁਣ ਉਗਰਾਹਾਂ ਗਰੁੱਪ ਦਾ ਜਿਹੜਾ 11 ਸਦਰ ਮੁਕਾਮ ਨੇ, ਜ਼ਿਲ੍ਹੇ ਨੇ, ਉਹ ਘੇਰੇ ਹੋਏ ਨੇ ਤੇ ਉਹਨਾਂ ਦੇ ਧਰਨੇ ਇਸੇ ਯੱਖ ਠੰਡਾਂ ਦੇ ਵਿੱਚ ਇਦਾਂ ਹੀ ਜਾਰੀ ਰਹਿਣਗੇ। ਇਦਾਂ ਹੀ 21 ਨਿਕਲ ਗਿਆ ਤੇ 22 ਚੜ੍ਹਦੇ ਨੂੰ ਵੀ ਉਹਨਾਂ ਨੂੰ ਇਹ ਬਾਈਆਂ ਨੇ, ਇਸੇ ਤਰ੍ਹਾਂ ਬੀਬੀਆਂ ਨੇ ਸਰਕਾਰ ਦੇ ਖਿਲਾਫ ਮੁਹਾਜ ਵਿੱਢੀ ਰੱਖਣਾ। ਹਾਲਾਂਕਿ ਸਰਵਣ ਸਿੰਘ ਪੰਧੇਰ ਹੋਰਾਂ ਦੀ ਮੀਟਿੰਗ ਹੋ ਗਈ ਸੀਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਤੇ ਉਹਨਾਂ ਨੇ ਇਹ ਧਰਨਾ ਚੁੱਕ ਲਿਆ। ਪਰ ਉਗਰਾਹਾਂ ਗਰੁੱਪ ਅਜੇ ਐਜ਼ ਇਟ ਇਜ਼ ਹੂਬਹੂ ਉਸੇ ਤਰ੍ਹਾਂ ਜਿਹੜਾ ਡਟਿਆ ਹੋਇਆ। ਸੋ ਇਸ ਕਰਕੇ ਕਿਸਾਨਾਂ ਦਾ ਜਿਹੜਾ ਮੁਹਾਜ ਹੈ ਉਹ ਵੱਖਰਾ ਹੈ। ਹੁਣ ਸਿਆਸਤ 'ਚ ਆ ਕੇ ਪੈਰ ਧਰਾਵਾ ਕਰਦੇ ਨੇ ਕੀ ਹੈ। ਹੋਰ ਵੀ ਕੁਝ ਖਬਰਾਂ ਨੇ, ਉਹਨਾਂ ਤੇ ਵੀ ਚਰਚਾ ਕਰਾਂਗੇ। ਵਰਿੰਦਰ, ਸਾਰਿਆਂ ਤੋਂ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵਰਿੰਦਰ ਜੀ। ਪਹਿਲਾਂ ਸਰ ਜਿਹੜਾ ਖਬਰ ਆ ਰਹੀ ਹੈ ਸਰ, ਜਿਹੜੀ ਜੰਮੂ ਕਸ਼ਮੀਰ ਤੋਂ ਇੱਕ ਜਵਾਨ ਸ਼ਹੀਦ ਹੋਇਆ ਸਰ, ਸਾਡੇ ਨੇੜੇ ਦਾ ਹੀ ਆ, ਸਾਡੇ ਨਾਲ ਹੀ ਪਿੰਡ 6-7 ਕਿਲੋਮੀਟਰ। ਹਾਂ, ਵੇਂਪੁਏ। ਹਾਂਜੀ, ਬਹੁਤ ਮੰਦਭਾਗੀ ਹੈ ਸਰ। ਪਤਾ ਨਹੀਂ ਸਰ ਕਿਉਂ ਇਹ ਚੱਲਦਾ ਜੀ ਵਰਤਾਰਾ, ਸਮਝ ਤੋਂ ਬਾਹਰ ਆ। ਮਨ ਨੂੰ ਬਹੁਤ ਦੁੱਖ ਹੁੰਦਾ ਜੀ ਇਹ ਚੀਜ਼ਾਂ ਦੇਖ ਕੇ ਵੀ ਅਨਮੈਰਿਡ ਸੀਗਾ, ਮੈਰਿਡ ਵੀ ਸੀਗਾ, ਅਨਮੈਰਿਡ ਸੀਗਾ, ਹੁੰਦੇ ਆ ਇਸ ਤਰ੍ਹਾਂ ਦਾ। ਤੇ ਬਾਕੀ ਸਾਰੇ ਪੋਲੀਟਿਕਸ ਇਨਵੋਲਵ ਆ ਜੀ ਇਹਦੇ ਵਿੱਚ। ਹੁਣ ਪਤਾ ਨਹੀਂ ਕੀ ਚੱਕਰ ਚੱਲਦੇ, ਕੀ ਨਹੀਂ ਚੱਕਰ ਚੱਲਦੇ ਨੇ ਜੰਮੂ ਕਸ਼ਮੀਰ ਨੂੰ ਲੈ ਕੇ ਇੰਨਾ ਜ਼ਿਆਦਾ ਕਿਉਂ ਆ ਨਾ ਸਾਰਾ ਕੁਛ। ਜੀ।
ਤੇ ਦੂਜੀ ਗੱਲ ਸਰ ਜਿਹੜੀ ਕਿਸਾਨਾਂ ਦੀ ਮੈਂ ਗੱਲ ਕਰਨ ਜਿੱਦਾਂ ਤੁਸੀਂ ਕਹਿੰਦੇ ਵੀ ਉਹ ਢੁਕਵਾਂ ਸਮਾਂ ਨਹੀਂ ਹੈਗਾ ਸਰ, ਹੁਣ ਤੇ ਸਮਾਂ ਹੀ ਨਹੀਂ ਹੈਗਾ ਇਹਨਾਂ ਕੋਲ, ਕੁਛ ਨਹੀਂ ਕਰ ਸਕਦੇ। ਜੇ ਇਹਨਾਂ ਨੂੰ ਸਰ ਇਲੈਕਸ਼ਨ ਲੜਨੀ ਸੀ ਨਾ ਤੇ ਇਹਨਾਂ ਨੂੰ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਚਾਹੀਦੀ ਹੈ, ਨਾ ਕਿ MLA ਵਾਲੀ ਇਲੈਕਸ਼ਨ ਲੜਨੀ ਚਾਹੀਦੀ ਹੈ। ਕਿਉਂਕਿ ਜੇ ਪਾਰਲੀਮੈਂਟ ਦੀ ਇਲੈਕਸ਼ਨ ਲੜ ਕੇ ਸਰ ਜੇ 2-4 ਜਿਹੜੇ ਲੀਡਰ ਜਿੱਦਾਂ ਰਾਜੇਵਾਲ ਹੋਏ ਜਾਂ ਹੋਰ 1-2 ਜਣੇ ਜਿੱਤ ਕੇ ਪਾਰਲੀਮੈਂਟ 'ਚ ਜਾਂਦੇ ਆ ਤੇ ਉੱਥੇ ਜੇ ਮੁੱਦੇ ਚੁੱਕਦੇ ਆ ਤੇ ਉਹ ਇਸ਼ੂ ਉਹ ਜਿਹੜੀ ਆ ਉਹ ਜ਼ਿਆਦਾ ਹੈਗੀ ਆ ਮਹੱਤਵਪੂਰਨ ਹੈਗੀ ਆ, ਜਿਹੜੀ ਉੱਥੇ ਜਾ ਕੇ ਆਪਣੇ ਮੁੱਦੇ ਚੁੱਕੂਗੇ। ਮੰਨ ਲਓ ਕਿ ਜੇ MLA ਬਣ ਵੀ ਜਾਂਦੇ, ਮੰਨ ਲਓ ਕਿ ਮੰਤਰੀ ਵੀ ਬਣ ਜਾਂਦੇ ਆ ਤੇ ਉਹਦੀ ਹੈਸੀਅਤ ਕੁਛ ਨਹੀਂ ਹੈਗੀ ਸਰ, ਉਹ ਪੰਜਾਬ ਲੈਵਲ ਤੇ ਰਹਿ ਜਾਣਾ ਜੀ। ਜੇ ਇਹਨਾਂ ਇਲੈਕਸ਼ਨ ਲੜਨੀ ਵੀ ਆ ਨਾ, ਉਹ ਲੜਨੀ ਵੀ ਸਾਰੇ ਇਹਨਾਂ ਨੂੰ ਚਾਹੀਦੀ ਆ ਪਾਰਲੀਮੈਂਟ ਦੀ। ਜੇ ਉੱਥੇ ਚਾਂਸ ਜ਼ਿਆਦਾ ਹੁੰਦੇ ਆ, ਉਸ ਨਾਲੇ ਲੋਕ ਡਿਫਰੈਂਟ ਸੋਚਦੇ ਆ ਇਹ ਚੀਜ਼ਾਂ ਵੀ ਸਾਡੀ ਆਵਾਜ਼ ਚੁੱਕੂਗਾ ਕਿ ਨਹੀਂ ਚੁੱਕੂਗਾ, ਤੇ ਉਹ ਇਲੈਕਸ਼ਨ ਲੜਨੀ ਚਾਹੀਦੀ। ਬਾਕੀ ਥੈਂਕ ਯੂ ਸਰ, ਇਹੀ ਕਹਿਣਾ ਸੀ। ਮਿਹਰਬਾਨੀ ਥੈਂਕ ਯੂ ਵਰਿੰਦਰ ਸਾਰਿਆਂ ਤੋਂ। ਹਾਂ, ਉਹਦੇ 'ਚ ਦੇਖੋ ਅੱਜ ਭਾਵੇਂ ਰਾਜੇਵਾਲ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਜਥੇਬੰਦੀਆਂ ਵੱਲੋਂ ਉਚੇਚਾ ਉਹਨਾਂ ਦਾ ਸਤਿਕਾਰ ਕੀਤਾ ਗਿਆ ਰਾਜੇਵਾਲ ਸਾਹਿਬ ਹੋਰਾਂ ਦਾ, ਤੇ ਉਹਨਾਂ 22 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਫਖਰੇ ਪੰਜਾਬ ਦੇ ਨਾਲ ਸਨਮਾਨਿਆ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਅੱਜ ਦੇ ਸਮਾਗਮ ਦੇ ਵਿੱਚ ਸਮਰਾਲਾ ਦੇ ਵਿੱਚ ਪੰਜਾਬ ਆੜ੍ਹਤੀ ਫੈਡਰੇਸ਼ਨ ਵੱਲੋਂ ਸਮਰਾਲਾ ਦੀ ਦਾਣਾ ਮੰਡੀ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਸਮੇਤ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਫਖਰੇ ਪੰਜਾਬ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ। ਕਾਫੀ ਤਾਦਾਦ 'ਚ ਉੱਥੇ ਲੋਕ ਆਏ ਵੀ ਨੇ, ਪਰ ਇਹ ਠੀਕ ਹੈ ਕਿ ਇਹ ਇੱਕ ਸ਼ਕਤੀ ਪ੍ਰਦਰਸ਼ਨ ਹੁੰਦਾ, ਇੱਕ ਕਵਾਇਦ ਦਾ ਹਿੱਸਾ ਹੁੰਦੀਆਂ ਨੇ ਇਹ ਚੀਜ਼ਾਂ। ਇਸ ਸੰਬੰਧੀ ਇਸ ਸਮਾਰੋਹ ਦੇ ਵਿੱਚ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਪੁੱਜੇ ਨੇ, ਕੁਲਦੀਪ ਸਿੰਘ ਵਜੀਦਪੁਰ, ਡਾਕਟਰ ਕੁਲਵੰਤ ਸੰਧੂ, ਪਰਮਿੰਦਰ ਸਿੰਘ ਪਾਲਮਾਜਰਾ, ਰੁਲਦੂ ਸਿੰਘ ਮਾਨਸਾ, ਇਹਨਾਂ ਸਾਰਿਆਂ ਦਾ ਸਨਮਾਨ ਹੋਇਆ। ਆੜ੍ਹਤੀ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਰੜਾ ਜਾਂ ਹੋਰਾਂ ਨੇ ਇਹ ਸਨਮਾਨ ਉਹਨਾਂ ਦਾ ਕੀਤਾ। ਸਵਾਗਤ 52 ਨੰਬਰ ਸੌਰੀ ਮਾਫੀ ਚਾਹੁੰਦਾ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ, ਦੁਬਾਰਾ ਕਰ ਸਕਦੇ ਹੋ। ਪਰ ਜਿਹੜਾ ਕੁਝ ਹੁਣ ਮਤਭੇਦ ਦੂਸਰੀਆਂ ਧਿਰਾਂ ਦੇ ਨਾਲ ਲਗਾਤਾਰ ਹੋ ਰਹੇ ਨੇ ਉਹ ਸ਼ਾਇਦ ਬਿਹਤਰ ਨਾ ਰਹਿਣ, ਕਿਉਂਕਿ ਇਹਦਾ ਅਸਰ ਜਿੱਤ ਹਾਰ ਉਹ ਬਾਅਦ ਦੀ ਗੱਲ ਹੈ, ਪਰ ਉਸ ਦੌਰਾਨ ਕਿਤੇ ਨਾ ਕਿਤੇ ਜਿਹੜਾ ਦਿੱਕਤ ਹੈ ਨਾ ਕਿ ਅੰਦੋਲਨ ਦੇ ਵਿੱਚ ਇੱਕ ਫੁੱਟ ਦਾ ਸਿਲਸਿਲਾ ਉਹ ਮੰਦਭਾਗਾ ਹੈ, ਉਹ ਚੀਜ਼ ਸ਼ਾਇਦ ਨੁਕਸਾਨਦਾਇਕ ਹੋਏਗੀ ਅੰਦੋਲਨ ਦੀ ਦ੍ਰਿਸ਼ਟੀ ਤੋਂ। ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਬੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਇੱਥੇ ਤੁਸੀਂ ਟਰੱਕਾਂ ਦਾ ਸਮਾਨ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲਾਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲਾਸਟਲ ਐਗਜ਼ਿਟ 278 ਤੇ। ਉਸ ਲੋਕੇਸ਼ਨ ਤੇ ਫ੍ਰੀ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਸਭ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਮਸਲਨ ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 425232 8413। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਅਗਲੇ ਕਾਲਰ 1500 ਨੰਬਰ। ਹਾਂਜੀ ਹਾਂ ਜਸਵੀਰ ਸਿੰਘ। ਹਾਂ ਜਸਵੀਰ ਸਿੰਘ ਬਾਈ ਜੀ ਸਵਾਗਤ ਹੈ ਤੁਹਾਡਾ। ਮੁਕੱਦਰ ਜੀ ਤੁਸੀਂ ਹੋਲਡ ਰੱਖਿਓ ਪਲੀਜ਼। ਜਸਵੀਰ ਬਾਈ ਜੀ ਗੱਲ ਕਰੋ। ਹਾਂਜੀ, ਮੇਰੀ ਨਿੱਜੀ ਰਾਏ ਹੈ ਬਈ ਕੋਈ ਵੀ ਤੀਜੀ ਫਰੰਟ ਜਾਂ ਕੋਈ ਵੀ ਧਿਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਹੋਂਦ ਵਿੱਚ ਆਉਂਦੀ ਹੈ ਨਾ, ਕਮ ਸੇ ਕਮ ਇਲੈਕਸ਼ਨ ਤੋਂ ਉਹ 1 ਸਾਲ ਪਹਿਲਾਂ ਹੋਣੀ ਚਾਹੀਦੀ ਹੈ। ਹਾਂ ਸਮਾਂ ਬਹੁਤ ਥੋੜਾ ਹੈ, ਨਵੇਂ ਬੰਦੇ ਨੇ ਤੇ ਜਥੇਬੰਦਕ ਢਾਂਚਾ ਕਾਇਮ ਕਰ ਸਕੇ ਉਹ ਆਪਣੀ ਤਿਆਰੀ ਮੁਕੰਮਲ। ਇਹ ਜਿਹੜੀਆਂ ਧਿਰਾਂ 2 ਜਾਂ 3 ਮਹੀਨੇ ਪਹਿਲਾਂ ਹੋਂਦ ਵਿੱਚ ਆਉਂਦੀਆਂ, ਇਹ ਤਾਂ ਮੇਰੇ ਖਿਆਲ ਨਾਲ ਸਿਰ ਫਿਰ ਉਹੀ ਹੋਊਗਾ ਜਿਹੜਾ ਸਰਬਹਿੰਦ ਅਕਾਲੀ ਦਲ ਦਾ ਟੌੜਾ ਸਾਹਿਬ ਦੇ ਟਾਈਮ ਹੋਇਆ ਸੀ, ਜਿਹਦੇ ਨਾਲ ਬਾਬਾ ਅਜੇ ਚੜੂਨੀ ਧੜਾ ਪਹਿਲਾਂ ਕਾਮਯਾਬ ਹੋ ਗਿਆ। ਚੜੂਨੀ ਧੜਾ ਬਿਹਤਰ ਰਹੇਗਾ ਅਜੇ ਇਹਨਾਂ ਨਾਲੋਂ ਕਿ ਨਹੀਂ? 1 ਸਾਲ ਪਹਿਲਾਂ ਤਿਆਰੀ ਹੋਣੀ ਚਾਹੀਦੀ ਹੈ ਸਰ ਇਹ। ਤੇ ਨੰਬਰ 2 ਮੈਂ ਕਹਿਣਾ ਚਾਹੁੰਦਾ, ਜਿਹੜੇ ਕਾਲਰ ਸਾਹਿਬ ਕਹਿ ਕੇ ਗਏ ਵੀ ਇਹਨਾਂ ਨੂੰ MP ਦਾ ਇਲੈਕਸ਼ਨ ਲੜਨਾ ਚਾਹੀਦਾ, ਜੇ ਲੇਟ ਕਰੇ ਕੰਮ ਇਹ ਹੁਣ ਮੌਕਾ ਨਹੀਂ ਹੈ, ਇਹ ਵੀ ਮੈਂ ਸਹਿਮਤ ਨਹੀਂ ਹੈ। ਕਿਉਂਕਿ ਹਵਾ ਤਾਂ ਥੋੜੀ ਬਹੁਤੀ ਜਿੰਨੀ ਵੀ ਬਣੀ ਵੀ ਹੈ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਵਿਨਰ ਹੋਣਾ ਕਿਸਾਨ ਯੂਨੀਅਨ ਹੈ, ਉਹ ਹੁਣ ਬਣੀ ਵੀ ਹੈਗੀ ਹੈ।
ਕਿਉਂਕਿ ਲੋਹੇ ਪਰ ਸੱਟ ਜਦੇ ਵੱਜਦੀ ਹੈ ਜਦੋਂ ਗਰਮ ਹੋਇਆ ਵਾ ਹੁੰਦਾ ਹਜੇ। MP ਦੇ ਇਲੈਕਸ਼ਨ ਤੱਕ ਕਿਆ ਪਤਾ ਹਵਾ ਰਹਿਣੀ ਕਿ ਨਹੀਂ ਰਹਿਣੀ, ਫਿਰ ਡਿਲੇ ਕਿਉਂ ਕਰਨਗੇ ਇਹ ਜਿਹੜੇ 2 ਹੱਥ ਕਰਨੇ ਇਹਨਾਂ ਨੂੰ। ਹੁਣੇ ਮੌਕਾ ਇਹਨਾਂ ਦਾ ਮੇਰੇ ਖਿਆਲ ਇਹਨਾਂ ਦਾ ਆਪਣਾ ਹੀ ਹੈ ਇਹ ਬਿਲਕੁਲ। ਥੈਂਕ ਯੂ ਤੇ ਮੌਕਾ ਹੈਗਾ ਹੁਣ ਇਹਨਾਂ ਨੂੰ। ਥੈਂਕ ਯੂ ਜਸਵੀਰ ਸਿੰਘ ਜੀ, ਮਿਹਰਬਾਨੀ। ਬਾਈ ਮੁਕੱਦਰ ਸਵਾਗਤ ਹੈ ਤੁਹਾਡਾ, ਵੈਲਕਮ। ਸੌਰੀ ਮੁਕੱਦਰ ਸਿੰਘ ਤੁਹਾਡੀ ਕਾਲ ਕੱਟ ਗਈ ਹੈ, ਮਾਫੀ ਚਾਹੁੰਦਾ, ਦੁਬਾਰਾ ਕਾਲ ਕਰ ਸਕਦੇ ਹੋ। ਦੇਖੋ ਬੜਾ ਮੁਸ਼ਕਿਲ ਹੋ ਜਾਂਦਾ ਇਸ ਸਥਿਤੀ ਦੇ ਵਿੱਚ, ਕਿਉਂਕਿ ਇਲੈਕਸ਼ਨ ਤਾਂ ਪੰਚਾਇਤ ਦੀ ਲੜਨੀ ਔਖੀ ਹੋ ਜਾਂਦੀ ਹੈ ਤੇ ਉਹ ਸਾਰੀ ਤਿਆਰੀ, ਸਾਰਾ ਮੁਹਾਜ ਵਿੱਢਣਾ, ਟਿਕਟ ਕਿਹਨੂੰ ਦੇਣੀ ਆ, ਬੜੇ ਫੈਸਲੇ ਨੇ। ਬਾਕੀ ਨਵੇਂ ਬੰਦੇ ਨੇ ਤੇ ਠੀਕ ਹੈ, ਸਿਆਸਤ 'ਚ ਰਹੇ ਨੇ ਪਹਿਲਾਂ, ਬਹੁਤ ਔਖਾ ਹੋ ਜਾਣਾ ਮੈਨੇਜ ਕਰਨਾ। ਖੈਰ ਦੇਖੋ ਕੀ ਬਣਦਾ। 1500 ਨੰਬਰ ਸਵਾਗਤ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਟਵਾਣਾ ਸਾਹਿਬ, ਜਿਹੜੀ ਤੁਸੀਂ ਕਿਸਾਨਾਂ ਵਾਲੇ ਇਲੈਕਸ਼ਨ ਵਾਲੀ ਗੱਲ ਕਰ ਰਹੇ ਸੀ ਨਾ ਜੀ, ਮੈਂ ਹੁਣੇ ਨਾ ਰਾਜੇਵਾਲ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਜੀ। ਉਹ ਪੱਤਰਕਾਰ ਪੁੱਛ ਰਹੇ ਸੀ ਉਹਨਾਂ ਨੂੰ ਵੀ ਕਿਵੇਂ ਇਲੈਕਸ਼ਨ ਲੜਨ ਦੀ ਤਿਆਰੀ ਹੈ ਜੀ। ਕਹਿੰਦੇ ਤਿਆਰੀ ਹੈ ਜੀ, ਤੇ ਆਮ ਆਦਮੀ ਪਾਰਟੀ ਨਾਲ ਕਹਿੰਦੇ ਸਮਝੌਤਾ ਹਾਲੇ ਕੋਈ ਨਹੀਂ ਹੈਗਾ, ਕਹਿੰਦੇ ਤੈਅ ਹੈਗਾ। ਬਾਅਦ ਚ ਕਹਿੰਦੇ ਨਹੀਂ ਕਹਿੰਦੇ ਹਾਲੇ ਕੋਈ ਤੈਅ ਨਹੀਂ ਹੈਗਾ ਜੀ। ਤੇ ਫਿਰ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਜੀ ਵੀ ਤੁਸੀਂ ਵੀ ਕੋਈ ਅਪਲਾਈ ਕੀਤਾ ਜੀ ਚੋਣ ਨਿਸ਼ਾਨ ਵਾਸਤੇ ਜਾਂ ਕੋਈ? ਨਹੀਂ ਕਹਿੰਦੇ ਹਾਲੇ ਨਹੀਂ ਕਰਿਆ ਹੈਗਾ, ਪ੍ਰੋਸੈਸ ਚੱਲ ਰਿਹਾ ਜੀ। ਤੁਸੀਂ ਦੇਖੋ ਟਵਾਣਾ ਸਾਹਿਬ, ਅੱਜ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਪਾਰਟੀ ਅਨਾਉਂਸ ਕਰੀ ਨੂੰ, ਉਸ ਤੋਂ ਬਾਅਦ ਹਜੇ ਨਾ ਅਪਲਾਈ ਨਹੀਂ ਕਰਿਆ ਹੈਗਾ ਜੀ। ਤੇ ਦੇਖੋ ਤੁਸੀਂ ਟਵਾਣਾ ਸਾਹਿਬ, ਜਿਹੜੇ ਹਿਸਾਬ ਨਾਲ ਆਮ ਆਦਮੀ ਪਾਰਟੀ ਟਿਕਟਾਂ ਅਨਾਉਂਸ ਕਰ ਰਹੀ ਹੈ ਜੀ, ਮੈਂ ਸਵੇਮਾਨ ਸਿੰਘ ਦਾ ਸੁਣ ਰਿਹਾ ਸੀ, ਠੀਕ ਹੈ ਓਨੈਸਟ ਨੇ, ਉਹ ਆਪਣੀ ਜਗ੍ਹਾ ਤੇ ਠੀਕ ਨੇ, ਪਰ ਉਹਨਾਂ ਨੂੰ ਨਾ ਇਹਨਾਂ ਦਾ ਪਤਾ ਨਹੀਂ ਹੈਗਾ ਵੀ ਇਹ ਚੀਜ਼ਾਂ ਕੀ ਨੇ ਜੀ। ਮੈਨੂੰ ਨਾ ਬੜਾ ਦੁੱਖ ਲੱਗ ਰਿਹਾ ਸੀ। ਉਹ ਕਹਿੰਦੇ ਵੀ ਨਹੀਂ ਹਜੇ ਕੋਈ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ, ਅਸੀਂ ਆਪਣਾ ਹੀ ਸਾਰਾ ਕਰਾਂਗੇ ਕੈਡਰ ਵੀ। ਇਹਨਾਂ ਨੇ ਸਿਰਫ 5-7 ਬੰਦਿਆਂ ਨੇ ਚੋਣ ਲੜਨੀ ਹੈ ਜੀ ਆਮ ਆਦਮੀ ਪਾਰਟੀ ਨਾਲ ਮਿਲ ਕੇ। ਤੁਸੀਂ ਦੇਖ ਲਓ ਇਹੀ ਹੋਣਾ ਜੀ। ਕਿਉਂਕਿ ਦੇਖੋ ਤੁਹਾਡੇ ਕੋਲ ਟਾਈਮ ਹੈ ਨਹੀਂ। ਇਹ ਹੁਣ ਕਹਿੰਦੇ ਵੀ ਹਜੇ ਅਪਲਾਈ ਨਹੀਂ ਕਰਿਆ ਜੀ। ਹੁਣ ਇਸ ਤੋਂ ਬਾਅਦ ਕਦੋਂ ਅਪਲਾਈ ਕਰਨਾ ਜੀ? ਜਾ ਕੇ 5-6 ਮਹੀਨਿਆਂ ਦਾ ਪ੍ਰੋਸੈਸ ਹੈ ਜੀ ਪਾਰਟੀ ਦਾ, ਮੰਨ ਲਓ ਚੋਣ ਨਿਸ਼ਾਨ ਲੈਣਾ, ਜੋ ਵੀ ਹੈਗਾ ਸਾਰਾ ਸਿਸਟਮ। ਤੇ ਇਹ ਹੁਣ ਸਾਰਾ ਇਹਨਾਂ ਨੂੰ ਹੋਈ ਤੇ ਚਲੋ ਠੀਕ ਨੇ, ਆਪਣੀ ਜਗ੍ਹਾ ਤੇ ਚਾਹੁੰਦੇ ਨੇ, ਪਰ ਇਹਨਾਂ ਨੇ 5-7 ਬੰਦਿਆਂ ਨੇ ਦੇਖਿਓ ਤੁਸੀਂ ਮਿਲ ਕੇ ਇੱਕ ਬਸ ਉਹ ਭਰਮ ਨਹੀਂ ਹੈ ਵੀ ਇਹਨਾਂ ਨੇ ਮੰਨ ਲਓ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਉਹ ਕਰਨ ਵਾਸਤੇ। ਬਾਕੀ ਜਦੋਂ ਚੋਣ ਨਿਸ਼ਾਨ ਮੰਨ ਲਓ ਆਮ ਆਦਮੀ ਪਾਰਟੀ ਦਾ ਹੋਇਆ ਤਾਂ ਫਿਰ ਇਲੈਕਸ਼ਨ ਵੀ ਤਾਂ ਆਮ ਆਦਮੀ ਪਾਰਟੀ 'ਚ ਇੱਕ ਹਿਸਾਬ ਨਾਲ ਸ਼ਾਮਲ ਹੋ ਗਈ ਜੀ। ਫਿਰ ਤਾਂ ਹੋਰ ਕੋਈ ਹੈ ਹੀ ਨਹੀਂ, ਹਨਾ ਜੀ। ਪਰ ਉਹ ਵੀ ਦੇਖੋ 6ਵੀਂ ਸੂਚੀ ਉਹਨਾਂ ਨੇ ਅੱਜ ਜਾਰੀ ਕਰ ਦਿੱਤੀ ਹੈ। 96 ਉਮੀਦਵਾਰ ਉਹਨਾਂ ਨੇ ਵੀ ਐਲਾਨ ਦਿੱਤੇ ਨੇ, ਤੇ ਫਿਰ ਉਹ ਆਪਣੇ ਉਮੀਦਵਾਰ ਜਾਂ ਤਾਂ ਬਦਲਣਗੇ ਤੇ ਇਹਨਾਂ ਨੂੰ ਐਕਸਕਿਊਜ਼ ਹੋ ਜਾਊਗਾ ਕਿ ਹੁਣ ਅਸੀਂ ਚੋਣ ਨਿਸ਼ਾਨ ਅਲਾਟ ਨਹੀਂ ਹੋਣਾ ਤੇ ਪਾਰਟੀ ਰਜਿਸਟਰਡ ਨਹੀਂ ਹੈ, ਉਸ ਤੋਂ ਬਿਨਾਂ ਤਾਂ ਚੋਣ ਨਹੀਂ ਲੜ ਸਕਦੇ। ਉਹ ਮਰਦੀ ਨੇ ਅੱਕ ਚੱਬਿਆ, ਫਿਰ ਅਲਾਇੰਸ ਫਿਰ ਆਮ ਆਦਮੀ ਪਾਰਟੀ ਨੂੰ ਬਚਦੀ ਹੈ ਤੇ ਜਾਂ ਫਿਰ ਹੋਰਾਂ ਨਾਲ ਤਾਂ ਉੱਡੀ ਗੱਲ ਬਣਦੀ ਨਹੀਂ। ਜ਼ਿਆਦਾ ਤਾਂ ਆਮ ਆਦਮੀ ਪਾਰਟੀ ਨਾਲ ਹੀ ਇਹਨਾਂ ਦਾ ਜੋ ਫਾਈਨਲ ਜਾਪਦਾ, ਸਿਰਫ ਐਲਾਨ ਕਰਨਾ ਬਾਕੀ ਹੈ। ਕਿਉਂਕਿ 96 ਸੀਟਾਂ ਐਲਾਨ ਚੁੱਕੇ ਨੇ, ਅੱਜ ਵੀ ਉਹਨਾਂ ਨੇ 6 ਉਮੀਦਵਾਰ ਐਲਾਨੇ ਨੇ ਤੇ ਉਹ ਫਿਰ ਜਾਂ ਤਾਂ ਆਪਣੇ ਨੂੰ ਬਦਲਣਗੇ ਜਾਂ ਫਿਰ ਜਿਵੇਂ ਹੁਣ 96 ਨੇ ਤੇ 17 ਪਲੱਸ 4 21 ਸੀਟਾਂ ਰਹਿ ਗਈਆਂ, ਉਹ ਇਹਨਾਂ ਵਾਸਤੇ ਰੱਖੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਨੇ। ਇਹੀ ਹੋ ਸਕਦਾ ਨਹੀਂ ਟਵਾਣਾ ਸਾਹਿਬ, ਦੇਖੋ ਜੇ ਮੰਨ ਲਓ ਇਹਨਾਂ ਨੇ ਅਲਾਈਅੰਸ ਨਹੀਂ ਕਰਨਾ, ਰਾਜੇਵਾਲ ਸਾਹਿਬ ਸਿੱਧਾ ਜਵਾਬ ਦੇ ਸਕਦੇ ਨੇ ਕਿ ਅਸੀਂ ਤਾਂ ਇਕੱਲੇ ਲੜਾਂਗੇ, ਚਾਹੇ ਅਸੀਂ 20 ਸੀਟਾਂ ਤੋਂ ਲੜੀਏ, ਜੇ ਅਸੀਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਹੈ। ਪਰ ਉਹਦੇ ਲਈ ਇੱਕ ਪ੍ਰੋਸੈਸ ਹੈ ਰਜਿਸਟ੍ਰੇਸ਼ਨ ਦਾ, ਚੋਣ ਨਿਸ਼ਾਨ ਅਲਾਟ ਹੋਣ ਦਾ, ਉਹ ਅਜੇ ਡਿਲੇ ਹੈ ਇਹਨਾਂ ਦਾ। ਦੇਖੋ ਨਹੀਂ ਉਹ ਹੈ ਨਾ, ਜੇ ਮੰਨ ਲਓ ਸੰਜੀਦਾ ਹੋਣ ਅਲੱਗ ਲੜਨ ਵਾਸਤੇ, ਫਿਰ ਤਾਂ ਜਿੰਨੇ ਟਾਈਮ ਹੋ ਗਿਆ ਇਹਨਾਂ ਨੂੰ ਮੰਨ ਲਓ ਮੋਰਚਾ ਬਣਾਏ ਨੂੰ, ਇੰਨੇ ਟਾਈਮ ਨੂੰ ਇਹਨਾਂ ਨੂੰ ਮੰਨ ਲਓ ਪ੍ਰੋਸੈਸ ਸ਼ੁਰੂ ਕਰ ਦੇਣਾ ਚਾਹੀਦਾ ਸੀ। ਫਿਰ ਦੂਜੀ ਗੱਲ ਉਹ ਇਹੀ ਕਹਿੰਦੇ ਨੇ ਵੀ ਨਹੀਂ ਹਜੇ ਕੋਈ ਸਾਡਾ ਆਮ ਆਦਮੀ ਨਾਲ ਨਹੀਂ। ਜਦੋਂ ਹਜੇ ਕੋਈ ਨਹੀਂ ਫਿਰ ਤਾਂ ਤੈਅ ਹੀ ਹੈ ਕਿ ਹੋਣਾ ਹੀ ਹੈ ਜੀ, ਹੋਰ ਕੋਈ ਗੱਲ ਨਹੀਂ। ਤੁਹਾਡਾ ਬਹੁਤ ਧੰਨਵਾਦ। ਦੇਖੋ ਅੱਗੇ ਹੋਣਾ ਕੀ ਹੈ ਇਹ ਦੇਖਣਾ ਹੋਏਗਾ। ਮੁਕੱਦਰ ਸਿੰਘ ਜੀ ਦਸਕਾ ਤੋਂ ਬਾਈ ਮੁਕੱਦਰ ਸਿੰਘ ਸਾਨੂੰ ਸਪੋਰਟ ਕੀਤਾ ਹੈ। ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨੇ ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮੀ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੇ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਬਹੁਤ ਅੱਛੇ ਵੇਜ਼ਸ ਨੇ ਜਿਹੜੇ ਉਹ ਤੁਹਾਨੂੰ ਦਿੱਤੇ ਜਾਂਦੇ ਨੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਆਵਰਲੀ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ। ਸੋ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਹਮੇਸ਼ਾ ਯਾਦ ਰੱਖੋ ਸਿਆਟਲ ਇਲਾਕੇ 'ਚ ਵਾਸ਼ਿੰਗਟਨ ਫੀਲਡ ਸਰਵਿਸ ਹੈ ਜਿਹੜੀ ਤੁਹਾਨੂੰ ਇਹ ਸੁੱਖ ਸਹੂਲਤਾਂ ਦਿੰਦੀ ਹੈ। ਤੁਸੀਂ ਕਾਲ ਕਰਨੀ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਨੋਟ ਕਰ ਲਓ 253 266 6924 253 266 6924
ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਹੋਰਾਂ ਦਾ। ਇਸੇ ਤਰ੍ਹਾਂ ਵੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਮਾਰੂ ਟਰੱਕ ਵਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ। ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ ਇਹਨਾਂ ਦੀ ਖਾਸੀਅਤ ਹੈ। ਹੋਰ ਉੱਥੇ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਟਰੱਕ ਤੋਂ ਆਓ, ਡੀਜ਼ਲ ਪਵਾਓ ਤੇ ਇੱਥੇ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ ਹੈ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ ਨੋਟ ਕਰ ਲਓ 661 885 8858 661 885 8855 ਜੈਕ ਘੁੰਮਣ ਹੋਰਾਂ ਦਾ ਨੰਬਰ ਹੈ। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ CP, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ ਤੇ ਉੱਥੇ ਤੁਸੀਂ ਸਾਖ ਸੰਬੰਧੀ ਕਿਸੇ ਨੂੰ ਅਮਰੀਕਾ ਦੇ ਵਿੱਚ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ, ਪੇਪਰ ਫਾਈਲਿੰਗ ਸੇਵਾਵਾਂ ਲੈਣੀਆਂ ਨੇ ਤਾਂ ਕਾਲ ਕਰੋ। ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ CPA ਤਰਸੇਮ ਸਿੰਘ ਗਿੱਲ ਹੋਰਾਂ ਨੂੰ ਸਾਡਾ ਜ਼ਿਕਰ ਕਰਨ ਤੇ ਹੋਰ ਰਹਿਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ। ਨੰਬਰ ਹੈ CPA ਤਰਸੇਮ ਸਿੰਘ ਗਿੱਲ ਹੋਰਾਂ ਦਾ, ਨੋਟ ਕਰ ਲਓ ਤੁਸੀਂ। ਅਗਰ ਤੁਸੀਂ ਅਮਰੀਕਾ ਕਿਸੇ ਪੇਪਰ ਫਾਈਲਿੰਗ ਕਰਾਉਣੀ ਹੈ, ਕਿਸੇ ਸਾਖ ਸੰਬੰਧੀ ਨੂੰ ਸੱਦਣਾ ਤੇ ਇਸ ਦੌਰਾਨ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ CPA ਤਰਸੇਮ ਸਿੰਘ ਗਿੱਲ ਹੋਰਾਂ ਨੂੰ, ਜਿਨ੍ਹਾਂ ਦਾ ਨੰਬਰ ਹੈ 484 764 9861 484 764 9861। ਆਮ ਆਦਮੀ ਪਾਰਟੀ ਨੇ ਜਿਹੜੀ ਅੱਜ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਇਹਨਾਂ ਦੇ ਵਿੱਚੋਂ ਸ਼੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਤੇ ਅੰਮ੍ਰਿਤਸਰ ਪੱਛਮੀ ਤੋਂ ਡਾਕਟਰ ਜਸਵੀਰ ਸਿੰਘ, ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ ਨੂੰ ਉਤਾਰਿਆ ਤੇ ਫਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾ ਤੇ ਗਿੱਦੜਬਾਹਾ ਤੋਂ ਪ੍ਰਿਤਪਾਲ ਸ਼ਰਮਾ, ਮੌੜਮੱਡੀ ਤੋਂ ਸੁਖਵਿੰਦਰ ਮਾਈਸਰਖਾਨਾ, ਇੱਥੇ ਮੇਲਾ ਬੜਾ ਭਾਰੀ ਲੱਗਦਾ ਮਾਈਸਰਖਾਨਾ, ਤੇ ਮਰੇਕੋਟਲਾ ਤੋਂ ਡਾਕਟਰ ਮੁਹੰਮਦ ਜ਼ਮੀਨ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਉਤਾਰਿਆ। ਹੁਣ ਤੱਕ 4-100 ਯਾਨੀ ਕਿ 96 ਉਮੀਦਵਾਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਐਲਾਨ ਚੁੱਕੀ ਹੈ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਭਗਵੰਤ ਮਾਨ ਦੇ ਦਸਤਖਤਾਂ ਦੇ ਅਧੀਨ ਇਹ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਦੀ ਇਲੈਕਸ਼ਨ ਦੇ ਦੌਰਾਨ ਕੁਝ ਬੜੀਆਂ ਅਜੀਬ ਕਿਸਮ ਦੀਆਂ ਮੰਦਭਾਗੀਆਂ ਜਿਹੀਆਂ ਖਬਰਾਂ ਵੀ ਆਈ ਜਾਂਦੀਆਂ ਨੇ। ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਦੇ ਘਰ ਤੇ ਫਾਇਰਿੰਗ ਹੋਈ ਹੈ। 2 ਨੌਜਵਾਨਾਂ ਨੇ 14 ਦੇ ਕਰੀਬ ਗੋਲੀਆਂ ਚਲਾਈਆਂ ਨੇ। ਸਾਬਕਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਮਰਹੂਮ ਪ੍ਰਤਾਪ ਸਿੰਘ ਨੇ, ਉਹਨਾਂ ਦੇ ਘਰ ਦੇ ਬਾਹਰ ਅੰਮ੍ਰਿਤਸਰ ਦੇ ਵਿੱਚ ਫਾਇਰਿੰਗ ਹੋਈ ਹੈ। ਦਹਿਸ਼ਤ ਵਾਲਾ ਮਾਹੌਲ ਬਣਿਆ ਤੇ ਬੁੱਧਵਾਰ ਦੀ ਰਾਤ ਨੂੰ ਯਾਨੀ ਕੱਲ 11:30 ਵਜੇ ਦੇ ਕਰੀਬ ਸੁਲਤਾਨਵਿੰਡ ਰੋਡ ਹੈ, ਕੋਟ ਆਤਮਾ ਰਾਮ ਸਥਿਤ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦਾ ਘਰ ਹੈ ਤੇ ਉੱਥੇ 2 ਨਕਾਬਪੋਸ਼ ਲੜਕੇ ਸੀ ਜਿਨ੍ਹਾਂ ਨੇ ਇਹ 14 ਫਾਇਰ ਉੱਥੇ ਮਾਰੇ ਨੇ। ਹਾਲਾਂਕਿ ਉਹਨਾਂ ਦੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੈ। ਦਰਵਾਜ਼ੇ ਦੇ ਬਾਹਰ ਵਿੰਡੋ ਦੇ ਵਿੱਚ ਇਹ ਜਿਹੜੀਆਂ 14-15 ਗੋਲੀਆਂ ਚੱਲੀਆਂ ਨੇ ਤੇ ਇਸ ਸੰਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਂਚ ਕੀਤੀ ਜਾ ਰਹੀ ਹੈ, CCTV ਸਕੈਨ ਕੀਤੇ ਜਾ ਰਹੇ ਨੇ। ਘਰ ਦੇ ਬਾਹਰੋਂ ਕੁਝ ਖੋਲ ਵੀ ਬਰਾਮਦ ਹੋਏ ਨੇ। ਜ਼ਿਕਰ ਖਾਸ ਹੈ ਕਿ ਜਥੇਦਾਰ ਪ੍ਰਤਾਪ ਸਿੰਘ ਨੂੰ 1984 ਦੇ ਵਿੱਚ ਇੱਕ ਅੱਤਵਾਦੀ ਸੰਗਠਨ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਤੇ ਇਹ ਸਾਬਕਾ ਜਥੇਦਾਰ 1938 ਤੋਂ 1948 ਤੱਕ ਅਕਾਲ ਤਖਤ ਦੇ ਜਥੇਦਾਰ ਰਹੇ ਸਨ ਤੇ 1952 ਤੋਂ 54 ਦੇ ਦਰਮਿਆਨ ਇਹ ਜਥੇਦਾਰ ਪ੍ਰਤਾਪ ਸਿੰਘ ਮੁੜ ਅਕਾਲ ਤਖਤ ਦੇ ਜਥੇਦਾਰ ਬਣੇ ਸਨ ਤੇ 1984 ਦੇ ਵਿੱਚ ਇਹਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕੁਝ ਜਥੇਬੰਦੀਆਂ ਦੀ ਤਰਫੋਂ ਤੇ ਹੁਣ ਉਹਨਾਂ ਦੇ ਘਰ ਤੇ ਫਾਇਰਿੰਗ ਹੋਣਾ ਇਹ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ। ਯਾਨੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਵੇਂ ਕੋਈ ਜਿੱਦ ਬਹਿਸ ਜਾਂ ਹੋਰ ਕਾਰਨ ਹੋਵੇ, ਪਰ ਜਦੋਂ ਕਿ ਚੋਣਾਂ ਦੇ ਦੌਰਾਨ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਕਿਉਂਕਿ ਉਹਨਾਂ ਦੇ ਨਾਲ ਜਥੇਦਾਰ ਦਾ ਤਖੱਲਸ ਜੁੜਿਆ ਹੋਇਆ, ਉਹ ਵੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ। ਹਾਲਾਂਕਿ ਕੁਝ ਵਿਵਾਦ ਵੀ ਉਹਨਾਂ ਦੇ ਨਾਲ ਸਮੇਂ-ਸਮੇਂ ਜੁੜੇ ਰਹੇ ਨੇ, ਪਰ ਇਸ ਸਿਲਸਿਲੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਘਰ ਤੇ ਇਹ ਹਮਲਾ ਹੋਣਾ
ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਮਜ਼ੋਰ ਦਰਸਾਉਂਦਾ ਹੈ, ਜਿਸ ਨੂੰ ਲੈ ਕੇ ਵੋਟਾਂ ਦਾ ਸਮਾਂ ਆ ਉਸ ਮੁਤਲਕ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਆਮ ਵੋਟਰ ਨੂੰ ਸੁਚੇਤ ਕਰਦੀਆਂ ਨੇ ਆਉਣ ਵਾਲੇ ਸਮੇਂ ਕਿ ਕਿਸ ਪਾਰਟੀ ਨੂੰ ਉਹਨਾਂ ਨੇ ਚੁਣਨਾ ਤੇ ਕਿਸ ਨੂੰ ਨਹੀਂ ਚੁਣਨਾ। ਤੇ ਇਹ ਤਾਂ ਸਨ ਦੋਸਤੋ ਕੁਝ ਖਬਰਾਂ, ਤੇ ਹੁਣ ਤੁਹਾਨੂੰ ਕਹਾਣੀ ਸੁਣਾਉਂਦੇ ਆ ਭਾਰਤ ਤੇ ਪਾਕਿਸਤਾਨ ਦੀਆਂ ਵੰਡ ਦੀਆਂ ਇਹ ਕਹਾਣੀਆਂ ਨੇ। ਇਸੇ ਲੜੀ ਦੇ ਵਿੱਚ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੁਹਾਡੇ ਨਾਲ ਜੁੜਦਾ ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਤੇ ਲਿੰਕ ਮਿਲਣਗੇ। ਇੰਸਟਾਲ ਕਰੋ ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਇੰਸਟਾਲ ਕਰੋ। ਤੇ ਇਸ ਤੋਂ ਇਲਾਵਾ ਉੱਥੇ ਤੁਹਾਨੂੰ ਆਪਣਾ ਕਾਲ ਟੂ ਲਿਸਨ ਨੰਬਰ ਹੈ 667 930 9260 667 930 9260। ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਪੂਰੇ ਅਮਰੀਕਾ ਦੇ ਵਿੱਚ ਲੁਤਫ ਲੈ ਸਕਦੇ ਹੋ। ਆਪਣੇ ਇਹਨਾਂ ਸਵੇਰ ਤੇ ਸ਼ਾਮ ਦੇ ਪ੍ਰੋਗਰਾਮਾਂ ਨੂੰ ਤੇ ਜਾਂ ਫਿਰ ਖਬਰਾਂ ਦੇ ਬੁਲੇਟਿਨ ਨੂੰ ਤੁਸੀਂ ਅਗਰ ਮੰਗਵਾਉਣਾ ਆਪਣੇ WhatsApp ਗਰੁੱਪ ਤੇ ਤਾਂ ਆਪਣਾ WhatsApp ਗਰੁੱਪ ਹੈ 9870069555 9876309655। ਇਸ ਨੰਬਰ ਤੇ ਡਾਇਲ ਕਰਕੇ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਤੇ ਲਓ ਕਹਾਣੀ ਤੁਹਾਨੂੰ ਸੁਣਾਉਣੇ ਆ। ਇੱਕ ਕਾਲ ਲੈ ਲਾਂ ਮੈਂ ਪਹਿਲਾਂ, ਉਸ ਤੋਂ ਬਾਅਦ ਸਵਾਗਤ। ਵੈਲਕਮ। हेलो। हाँ जी स्वागत। सर जी मेरी ऐप नहीं चल रही, क्या हो गया जी? कौन बोल रहे जी? ऐप दोबारा चलाओ, देखो बंद करके। मैं बहुत ट्राई कर रही, बहुत ट्राई कर रही। मैं यूट्यूब से सुन रहा जी, यूट्यूब में कोई इतना टाइम नहीं होता, मैं ये भी पा के सुनी जाऊँ बंद हो जाती है। ओहो, पोला के रखना पैंदा यूट्यूब ते, ये प्रॉब्लम है ना? हाँ जी 2 दिन हो गए जी, बहुत। मैं रात भी फोन करेगा जी। अच्छा, मैं पर मेरे कोल भाजी ठीक चल रही है। कित्थों बोल रहे हो तुसी? मैं तो बोल रहा स्वर्ण सिंह शेरगिल जी। अच्छा, स्वर्ण सिंह शेरगिल। ओके, चलो कोई नहीं, फिर मैं पता करदा टैक्नीकल नूं कि की प्रॉब्लम है। मोहाली तो ना शेरगिल साहब? नहीं जी, पटियाला जिले से जी मैं। अच्छा, राजपुरा ब्लॉक पर जी। राजपुरा है ना? हाँ जी थैंक यू। चलो मैं देखता हूँ सर जी, कराया जरूर जी, मैं बहुत तंग आई 2 दिन हो गए। थैंक यू शेरगिल साहब, जरूर। हूँ तो मैं सुन लेना शाम का यूट्यूब से, पर सवेरे नहीं सुनना, सवेरे कम बहुत होंगे जी। हाँ, वो फिर वो बंद हो जाता, बार दिक्कत आती। हाँ जी थैंक यू। कड़ी बार चलाओ जी, फिर सवाल नहीं होता, मुश्किल हो जाता। थैंक यू भाई जी, थैंक यू। शेरगिल साहब जुड़े सन अपने नाल ते कहानी तुहानू सुनाने आ। मनमोहन भंडारी दी कहानी सुनाने आ। पाड़ मनमोहन भंडारी साहब पिछले दिन ही फौत होए ने। मोहन भंडारी साहब दी कहानी है पाड़। पिंड आए नूं उहनूं 1 महीना बीतण लग्या सी, ना उहदे तों गल तुरदी सी ना मैथों। ਅਸੀਂ ਦੋਵੇਂ ਬੋਲਣ ਕਰਕੇ ਉਲਝ ਜਾਂਦੇ ਸਾਂ, ਆਪਣੀਆਂ ਸੋਚਾਂ 'ਚ, ਆਪਣੇ ਸੰਸਿਆਂ 'ਚ, ਆਪਣੀ ਕੜੱਤਣ 'ਚ। ਅਸੀਂ ਭਰੇ ਪੀਤੇ ਇੱਕ ਦੂਜੇ ਵੱਲ ਵੇਖਦੇ ਸਾਂ ਜਾਂ ਇੱਧਰ ਉੱਧਰ ਝਾਕੀ ਜਾਂਦੇ ਸਾਂ। ਜਦੋਂ ਕੁਝ ਵੀ ਨਾ ਸੁਝਦਾ ਉਹ ਅੱਕ ਜਾਂਦਾ, ਖਿਜਿਆ ਛੱਤ ਵੱਲ ਟਿਕਟਕੀ ਬੰਨ ਕੇ ਵੇਖਣ ਲੱਗ ਪੈਂਦਾ ਜਾਂ ਫਿਰ ਕੰਧ ਵੱਲ ਮੂੰਹ ਕਰਕੇ ਹੁਬਕੀਏ ਰੋਈ ਜਾਂਦਾ। ਤੇ ਉਸ ਨੂੰ ਕੁਝ ਨਾ ਸੁਝਦਾ ਤਾਂ ਉਹ ਅੱਕ ਜਾਂਦਾ, ਖਿਜਿਆ ਛੱਤ ਵੱਲ ਟਿਕਟਕੀ ਬੰਨ ਕੇ ਵੇਖਦਾ ਰਹਿੰਦਾ। ਤੇ ਮੈਂ ਸ਼ੇਰਗਿਲ ਸਾਹਿਬ YouTube ਤੇ ਸੁਣਦੇ ਆ, ਉਹਨਾਂ ਨੂੰ ਬੇਨਤੀ ਕਰਦੇ ਆ ਕਿ ਐਪ ਤਾਂ ਸਾਰੇ ਤਕਰੀਬਨ ਓਕੇ ਹੈ, ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ, ਕਿਸੇ ਬੱਚੇ ਤੋਂ ਸੈਟਿੰਗ ਕਰਾਓ, ਕਿਉਂਕਿ ਬੱਚਿਆਂ ਨੂੰ ਗੁਰੂ ਧਾਰਨਾ ਪੈਂਦਾ ਸ਼ੇਰਗਿਲ ਸਾਹਿਬ, ਜਾਂ ਫਿਰ ਐਪ ਨੂੰ ਮਾਰੋ ਡਿਲੀਟ, ਦੁਬਾਰਾ ਇੰਸਟਾਲ ਕਰ ਲਓ, ਇੰਨੀ ਕੁ ਬੇਨਤੀ ਹੈ। ਕਈ ਵਾਰੀ ਇਹ ਵੀ ਰਿਨਿਊ ਹੋਣਾ ਮੰਗਦੀ ਹੈ ਨਾ। ਤੇ ਐਪ ਓਕੇ ਹੈ ਵੈਸੇ ਸ਼ੇਰਗਿਲ ਸਾਹਿਬ। ਚਲੋ ਫਿਰ ਵੀ ਮੈਂ ਤੁਹਾਡੇ ਨਾਲ ਸਵੇਰੇ ਗੱਲ ਕਰਾਂਗਾ। ਥੈਂਕ ਯੂ। ਤੇ ਇਸ ਦੌਰਾਨ ਮੈਂ ਨਮੂਝਣਾ ਜਿਹਾ ਉਹਦੇ ਕੋਲ ਬੈਠਾ ਰਹਿੰਦਾ, ਜਿੱਚ ਹੋਇਆ ਆਪਣੇ ਅੰਦਰ ਫਰੋਲਦਾ ਰਹਿੰਦਾ ਤੇ ਉਹਦੇ ਅੰਦਰਲੇ ਨੂੰ ਜਾਣਨ ਦੀ ਕੋਸ਼ਿਸ਼ ਕਰਦਾ। ਸੱਚਮੁੱਚ ਡਰ ਗਿਆ ਸੀ ਮੈਂ ਉਸ ਦੀ ਚੁੱਪ ਤੋਂ।
ਗੰਧਲੇ ਤੇ ਕੁਸੈਲੇ ਵਾਤਾਵਰਨ ਤੋਂ, ਤਣਾਅ ਪਰਿਸਥਿਤੀ ਤੋਂ। ਗੋਡਿਆਂ ਭਾਰ ਹੋ ਕੇ ਮੈਂ ਉਹਦੇ ਮੂੰਹ ਤੇ ਮੂੰਹ ਕੀਤਾ। ਕੀ ਦੇਖਦਾ ਕਿ ਅੱਖਾਂ ਉਹਦੀਆਂ ਡੁੱਬ ਡੁਬਾ ਦੀ ਘੁੰਮਣ ਘੇਰੀ ਦੇ ਵਿੱਚ ਭਟਕ ਰਹੀਆਂ ਸਨ, ਰੋਣ ਰੋਣ ਕਰਦੀਆਂ ਸਨ, ਅੱਧ ਭਰੀਆਂ ਤੇ ਅੱਧ ਸੁੱਕੀਆਂ। ਇਹ ਕਿਹਾ ਰੋਣ ਸੀ, ਉਹਦਾ ਪੂਰਾ ਆਪਾ ਨਹੀਂ ਸੀ ਛਲਕ ਰਿਹਾ। ਆਪ ਮੁਹਾਰੇ ਵੇਗ ਚੋਂ ਘੁੱਟਣ ਸਾਹ ਸੌਖਾ ਨਹੀਂ ਸੀ ਆਉਣ ਦੇ ਰਹੀ। ਅੰਦਰ ਕੋਈ ਗੰਢ ਸੀ, ਉਹ ਗੰਢ ਨਹੀਂ ਸੀ ਖੁੱਲ ਰਹੀ। ਉਹਦੀ ਸਾਦਗੀ, ਸਰਲਤਾ ਤੇ ਕੁਦਰਤੀ ਰੌਂ ਪਤਾ ਨਹੀਂ ਕਿੱਥੇ ਲੋਪ ਹੋ ਗਈ ਸੀ। ਇਹ ਘਾਤਕ ਸੀ ਉਹਦੇ ਲਈ, ਨਹੀਂ ਸਾਡੇ ਦੋਹਾਂ ਦੇ ਲਈ, ਸਾਡੇ ਦੋਨਾਂ ਦੇ ਲਈ। ਕਿਉਂਕਿ ਇਕੱਲੇ ਜਿਉਣਾ ਤੇ ਬੰਦੇ ਦਾ ਜਿਉਣ ਵੀ ਕਾਹਦਾ ਹੈ। ਉਹ ਨਹੀਂ ਸੀ ਆਇਆ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਜੋ ਹੁਣ ਹੋਇਆ। ਹੁਣ ਜਦੋਂ ਮੇਰੇ ਕੋਲ ਹੈ, ਮੇਰੇ ਸਾਹਮਣੇ ਪਿਆ, ਤੇ ਉਹ ਘੁੱਟਿਆ ਵਟਿਆ ਕਿਉਂ ਰਹਿੰਦਾ? ਇਹ ਸਵਾਲ ਮੈਨੂੰ ਉਦਾਸ ਕਰਦਾ। ਆਪਣੇ ਨਾਲ ਮੈਂ ਘੁਲਦਾ ਰਹਿੰਦਾ ਇਸ ਸਵਾਲ ਨੂੰ ਲੈ ਕੇ, ਉਹਦੀ ਚੁੱਪ ਨੂੰ ਲੈ ਕੇ। ਆਪਣੇ ਆਪ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਕਦੇ ਹੰਭਲਾ ਮਾਰ ਕੇ ਮੇਰੇ ਵੱਲ ਓਹਰ ਰਿਹਾ। ਉਸ ਅਧਖੜ ਬੰਦੇ ਨੂੰ ਇਉਂ ਆਪਣੇ ਸਾਹਮਣੇ ਪਿਆ ਦੇਖ ਕੇ ਮੇਰੇ ਬੁੱਲ੍ਹਾਂ ਤੇ ਮੁਸਕਾਨ ਖਿੜ ਗਈ। ਇਹ ਜ਼ਿੰਦਗੀ ਦਾ ਖੂਬਸੂਰਤ ਇਤਫਾਕ ਸੀ ਜਾਂ ਉਸ ਦੀ ਕੋਈ ਕਾਰਸਾਜੀ, ਕੀ ਕਹੀਏ। ਮੈਂ ਤੇ ਕੇਵਲ ਉਹਦੇ ਦੂਜੇ ਜਨਮ ਦਾ ਗਵਾਹ ਆਇਆ। ਗੱਲ 1947 ਦੇ ਹੱਲਿਆਂ ਦੀ ਹੈ, ਕਤਲੋ-ਗਾਰਤ ਦੀ ਹੈ। ਜਦੋਂ ਇੱਕ ਸਾਕੇ ਦੇ ਵਿੱਚ ਅਨੇਕਾਂ ਭੋਲੇ ਭਾਲੇ ਲੋਕ ਲੰਬੜੇ ਰਾਹੀਂ ਤੁਰ ਗਏ, ਪਿੱਛੇ ਰਹਿ ਗਿਆ ਇੱਕ ਇਕੱਲਾ ਬਾਲ, ਨਿੱਕਾ ਫਲੂਹਾ ਜਿਹਾ, ਰੂੰ ਦਾ ਫੰਬਾ ਜਿਹਾ, ਜੋ ਦੀਵੇ ਦੀ ਬੱਤੀ ਬਣ ਕੇ ਜਗੇ ਤਾਂ ਘਰ ਚਾਨਣ ਹੋ ਜਾਏ। ਨਹੀਂ, ਇਹ ਤਾਂ ਅੱਗ ਲੱਗੀ ਹੈ, ਫਲੂਹਾ ਮੱਚਿਆ, ਜਿਵੇਂ ਤੱਤੇ ਤਵੇ ਤੇ ਪਾਣੀ ਦੀ ਛਿੱਟ ਮੱਚਦੀ ਹੈ। ਇੱਕ ਬਿੰਦ ਦੀ ਚਿਰੜ ਤੇ ਬਸ ਖਤਮ, ਖੇਡ ਖਤਮ। ਇਉਂ ਹੀ ਹੋਇਆ ਸੀ ਉਸ ਦੇ ਨਾਲ, ਤੇ ਇਉਂ ਹੀ ਚੰਗੇ ਭਲੇ ਬੰਦੇ ਉਸ ਲਈ ਦੈਂਤ ਬਣ ਗਏ ਸਨ। ਫਿਰ ਸਮੇਂ ਦੀ ਗਰਦ ਹੇਠ ਦਬ ਗਿਆ ਸਭ ਕੁਝ। ਹੁਣ ਜਦੋਂ ਉਹ ਮੇਰੇ ਕੋਲ ਸੀ, ਮੇਰੇ ਸਾਹਮਣੇ ਪਿਆ, ਤਾਂ ਰੂਹ ਮੇਰੀ ਦਾ ਇਹ ਜ਼ਖਮ ਫਿਰ ਉੱਚੜ ਗਿਆ। ਇੱਕ ਭੁੱਲਿਆ ਵਿਸਰਿਆ ਚਿੱਤਰ, ਇੱਕ ਜਿਉਂਦਾ ਜਾਗਦਾ ਦ੍ਰਿਸ਼ ਬਣ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਸਾਕਾਰ ਹੋ ਗਿਆ। ਮੈਂ ਆਪਣੇ ਪਿੰਡ ਦੇ ਕੋਲ ਦੀ ਵਗਦੀ ਨਹਿਰ ਦੀ ਪੁਲੀ ਤੇ ਖੜਾ। ਮੁਸਲਮਾਨਾਂ ਦੇ ਘਰਾਂ ਤੋਂ ਪਿੰਡ 'ਚ ਅੱਗ ਦੇ ਲਾਂਬੂ ਉੱਠਦੇ ਰਹੇ ਨੇ ਅਸਮਾਨ ਵੱਲ। ਚਾਰੇ ਪਾਸੇ ਧੂਆਂ ਤੇ ਕੁਝ ਬੰਦਿਆਂ ਦਾ ਇੱਕ ਜਥਾ ਦਗੜ ਕਰਦਾ ਪੁਲ ਤੇ ਆ ਗਿਆ। ਰੌਲਾ ਪੈ ਰਿਹਾ ਸੀ। ਦੇਵੀਆਂ ਦੇਵਤਿਆਂ, ਗੁਰੂਆਂ ਦੀਆਂ ਸੌਹਾਂ ਖਾਂਦੇ ਬੰਦੇ ਮੁਸਲਮਾਨਾਂ ਨੂੰ ਮਾਰ ਮੁਕਾ ਦੇਣ ਦੀਆਂ ਗੱਲਾਂ ਕਰ ਰਹੇ ਸਨ। ਪਾਕਿਸਤਾਨ 'ਚੋਂ ਵੱਡੇ ਟੁੱਕੇ ਹਿੰਦੂਆਂ ਸਿੱਖਾਂ ਦਾ ਬਦਲਾ ਲੈਣ ਦੀਆਂ ਗੱਲਾਂ ਕਰ ਰਹੇ ਸਨ ਉਹ ਲੋਕ। ਦੇਖੋ ਓਏ, ਕਿੰਨੇ ਜ਼ਾਲਮ ਨੇ ਸਾਲੇ ਮੁਸਲੱਕੜ, ਮਾਫ ਕਰਨਾ ਮੈਨੂੰ ਇਹ ਲਫ਼ਜ਼ ਬੋਲਣਾ ਪੈ ਰਿਹਾ। ਭਰੀਆਂ ਗੱਡੀਆਂ 'ਚੋਂ ਕੱਢ ਕੇ ਹਜ਼ਾਰਾਂ ਹਿੰਦੂ ਸਿੱਖ ਮਾਰਤੇ ਇਹਨਾਂ ਨੇ। ਜਥੇ 'ਚੋਂ ਇੱਕ ਬੰਦਾ ਲਲਕਾਰਾ ਮਾਰ ਕੇ ਕਹਿ ਰਿਹਾ ਸੀ, ਅਸੀਂ ਵੀ ਇੱਕ ਮੁਸਲੇ ਨੂੰ ਛੱਡਣਾ ਨਹੀਂ, ਖੂਨ ਦਾ ਬਦਲਾ ਖੂਨ। ਦੂਜਾ ਵੰਗਾਰਦਾ, ਮਾਰੋ। ਤੇ ਉਹ ਕਰਦੇ ਮਾਰੋ ਮਾਰ ਕਰਦੇ ਉਹ ਮਹਾਰਾਣੇ ਦੇ ਰਫਲਾਂ ਤੇ ਹੋਰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਗਾਲਾਂ ਹੀ ਗਾਲਾਂ, ਚੀਕਾਂ ਹੀ ਚੀਕਾਂ, ਲਲਕਰੇ ਸੁਣ ਰਹੇ ਸਨ ਉਸ ਵਹਿਸ਼ੀ ਭੀੜ ਦੇ, ਜੋ ਮੁਸਲਮਾਨਾਂ ਨੂੰ ਮਾਰਨ ਦੀਆਂ ਵਿਉਂਤਾਂ ਗੁੰਦ ਰਹੀ ਸੀ। ਹੋਰ ਕੁਝ ਵੀ ਨਹੀਂ ਸੀ ਸੁਣਾਈ ਦੇ ਰਿਹਾ। ਔਰ ਸਾਹਮਣੇ ਮਾਹੌਰਾਣੇ ਦਾ ਪੁਲ ਹੈ, ਸ਼ਾਇਦ ਇਸ ਇਲਾਕੇ ਦੀ ਖਬਰ ਹੈ, ਮਰੇਕੋਟਲਾ ਦੇ ਆਸ-ਪਾਸ ਦੀ। ਮੁਸਲਮਾਨਾਂ ਦੇ ਕਾਫਲੇ ਨੇ ਉੱਥੋਂ ਦੀ ਲੰਘਣਾ। ਦੇਖਾਂਗੇ ਕਿਵੇਂ ਲੰਘਦੇ ਨੇ ਮਰੇਕੋਟਲੇ ਨੂੰ। ਇੱਕ ਗੜਕਵੀਂ ਆਵਾਜ਼ ਗੂੰਜਦੀ ਹੈ। ਦੂਜੇ ਪਿੰਡਾਂ ਤੋਂ ਜਥੇ ਪੁਲ ਤੇ ਪੁੱਜ ਗਏ। ਪੁਲ ਦੇ ਖੱਬੇ ਪਾਸੇ ਬੰਨੇ ਇੱਕ ਬੜੀ ਮਜ਼ਬੂਤ ਟਾਹਲੀ ਚੀਰੀ ਜਾ ਰਹੀ ਸੀ ਕਿ ਪੁਲ ਦਾ ਰਾਹ ਰੋਕਣਾ, ਨਹੀਂ ਤਾਂ ਬਚ ਕੇ ਨਿਕਲ ਜਾਣਗੇ ਕਿੱਥੇ, ਅਸੀਂ ਜਾਣ ਦਿੰਨੇ ਆ। ਮਾਂ ਦਾ ਦੁੱਧ ਚੁੰਗਿਆ, ਕੁੱਤੀ ਦਾ ਨਹੀਂ। ਆਵਾਜ਼ਾਂ ਖਹਿਸਰ ਰਹੀਆਂ ਸਨ, ਫੈਲ ਰਹੀਆਂ ਸਨ, ਜ਼ੋਰ ਲਗਾ ਕੇ, ਹੈ ਸ਼ਾਹ, ਮੈਂ ਨਹੀਂ ਹਟਣਾ, ਹੈ ਸ਼ਾਹ। ਤੇ ਇਸ ਤਰ੍ਹਾਂ ਕਰਦਿਆਂ ਕੁਝ ਜਵਾਨਾਂ ਨੇ ਇੱਕ ਮੋਟੇ ਖੁੰਡ ਨੂੰ ਰੱਸੀ ਨਾਲ ਬੰਨ੍ਹ ਕੇ ਪੁਲ ਵੱਲ ਨੂੰ ਖਿੱਚਿਆ। ਬੱਲਿਓ ਸ਼ੇਰੋ, ਹੈ ਸ਼ਾਹ, ਖਿੱਚੋ, ਹੈ ਸ਼ਾਹ, ਪੁੰਨ ਦਾ ਕੰਮ ਹੈ ਸ਼ਾਹ। ਇਹ ਰੌਲਾ ਪਾਉਂਦੇ ਉਸ ਵੱਡੇ ਟਾਹਲੀ ਦੇ ਪੋਰੇ ਨੂੰ ਖਿੱਚ ਕੇ ਪੁਲ ਦੇ ਅੱਗੇ ਡੱਕ ਰਹੇ ਸਨ, ਤਾਂ ਜੋ ਮੁਸਲਮਾਨਾਂ ਨੂੰ ਮਰੇਕੋਟਲੇ ਨਾ ਵੜਨ ਦੇਈਏ। ਪੂਰੀ ਟਾਹਲੀ ਚੀਰੀ ਨਹੀਂ ਸੀ ਜਾ ਸਕੀ। ਮਸਾਂ ਅੱਧ ਹੀ ਚੀਰਿਆ ਗਿਆ ਸੀ ਪਾੜ ਦਾ। ਚੀਰਨ ਵਾਲੇ ਹੱਫ ਗਏ, ਪਸੀਨਾ ਪੂੰਝ ਰਹੇ ਸਨ, ਸਿੱਲ ਵਰਗੀ ਬੱਜਰ ਹੈ। ਤੇ ਇੱਕ ਜਣਾ ਬੇਵਸ ਜਿਹਾ ਹੋ ਕੇ ਕਹਿ ਰਿਹਾ ਸੀ, ਇਹਨੇ ਨੂੰ ਅੱਗੇ ਆਓ ਦਾ ਰੌਲਾ ਪੈਣ ਲੱਗਾ। ਕਾਫਲਾ ਸੱਚਮੁੱਚ ਅੱਗੇ ਵਧਿਆ ਰਿਹਾ ਸੀ। ਬਹੁਤ ਲੰਬਾ ਕਾਫਲਾ ਸੀ ਮੁਸਲਮਾਨਾਂ ਦਾ। ਬੱਲੇ, ਇੰਨਾ ਲੰਬਾ ਕਾਫਲਾ, ਮੇਰੇ ਮੂੰਹੋਂ ਤਾਂ ਸੁੱਤੇ ਸੱਦ ਨਿਕਲ ਜਾਂਦਾ। ਭੱਜ ਜਾ ਓਏ,
तू की करना इत्थे, अणियाई मौत मर जाएगा। एक ढाठी बन्नी बंदा मैनू घूरदा, भज जा इत्थों, मर जाएगा अणियाई। मैं खताना वल नूं शूट वट लैना उस ढाठी वाले बंदे दा ललकरा सुन के, ते फिर मैं खड़ के पुल वल नूं देखदा। ਉਹ मुसलमानां दा काफला नेड़े आ ਰਿਹਾ ਸੀ। पुल दे उत्ते खड़ी वहीर देख के काफले दे मुहरैलियां दे विचों एक दो जणिਆਂ ने हवाई फैर कीते। शायद ਉਹ भी दसना चाहुंदे सन क्योंकि उन्हां कोल भी रफलां ने। पुल ते खड़ी वहीर दीयां खतानां वल्लों पदीड़ां पैंदियां ने। रफलां वालिਆਂ ਦਾ टांगा पुल पार कर ਜਾਂਦਾ है। काफले दे मगरले लोक गड्डियां गधेयां डंगरां भेडां बकरियां वाले सन, गरीब सी। मैले कुचाले कपड़े उन्होंने पाए हुए सन, ਉਹ नहत्ते सन। ते फिर रफल दा खड़का सुन के ਉਹ ਭੱਜੇ ਹੋਏ ਲੋਕ ਜੋ ਇਹਨਾਂ ਮੁਸਲਮਾਨਾਂ ਤੇ ਹਮਲਾ ਕਰਨਾ ਚਾਹੁੰਦੇ ਸਨ, ਉਹ ਖਤਾਨਾਂ ਚੋਂ ਜਕਾਰੇ ਗੁੰਜਾਉਂਦੇ ਹੋਏ ਪਹਿਲਾਂ ਦੱਬਵੇਂ, ਫਿਰ ਉੱਚੇ ਉੱਚੇ ਜਕਾਰੇ ਗੁੰਜਾਉਂਦੇ ਹੋਏ ਕਾਫਲੇ ਤੇ ਤੇਜ਼ਾਬੀ ਬੋਤਲਾਂ ਇੱਟਾਂ ਰੋੜੇ ਸੁੱਟਣ ਲੱਗੇ। ਕਾਫਲੇ ਦੇ ਵਿੱਚ ਭਾਜੜ ਮਚਦੀ ਹੈ। ਇੱਕ ਦਾ ਮਹੱਲਾ, ਬੁੱਢੇ ਜਵਾਨ ਤੀਵੀਆਂ ਸਭ ਬੱਚੇ ਕੋਹੇ ਜਾ ਰਹੇ ਨੇ। ਲੋਕ ਭੱਜ ਰਹੇ ਨੇ, ਡਿੱਗ ਰਹੇ ਨੇ, ਭੱਜ ਰਹੇ ਨੇ। ਬੰਦੇ ਮਾਲ ਵਿਸਾਰ ਕੇ ਤੇ ਮਾਵਾਂ ਪੁੱਤ ਛੱਡ ਕੇ ਭੱਜ ਰਹੀਆਂ ਨੇ। ਨਹਿਰਾਂ 'ਚ ਛਾਲਾਂ ਮਾਰੀਆਂ ਜਾ ਰਹੀਆਂ ਨੇ। ਨਹਿਰ ਦੇ ਲਹੂ ਰੰਗੇ ਪਾਣੀ ਦੇ ਵਿੱਚ ਅਨੇਕਾਂ ਸਿਰ ਡੁੱਬਦੇ ਤਰਦੇ ਨਜ਼ਰ ਆਉਂਦੇ ਨੇ। ਇੱਕ ਬੰਦਾ ਹਮਲਾ ਕਰਨ ਵਾਲੇ ਦੇ ਹੱਥ 'ਚ ਵਰਸ਼ਾ ਦੇਖ ਕੇ ਨਹਿਰ ਦੇ ਕੰਢੇ ਤੋਂ ਪਾਣੀ 'ਚ ਛਾਲ ਮਾਰਦਾ। ਉਹਦਾ ਸਿਰ ਪਾਣੀ ਦੇ ਉੱਪਰ ਆਉਂਦਾ, ਉਹਦੀਆਂ ਅੱਖਾਂ ਖੁੱਲਦੀਆਂ ਨੇ, ਡਰ ਨਾਲ ਫੈਲ ਜਾਂਦੀਆਂ ਨੇ। ਫਿਰ ਇੱਕ ਲੰਬੀ ਡੁਬਕੀ ਮਾਰਦਾ। ਨਹਿਰ ਦੇ ਡੂੰਘੇ ਪਾਣੀ ਦੇ ਵਿੱਚ ਜਾਣ ਦੀ ਥਾਂ ਉਹ ਬੌਂਦਲ ਕੇ ਕੰਢੇ ਵੱਲ ਨੂੰ ਆ ਜਾਂਦਾ, ਹੋਰ ਬੌਂਦਲ ਜਾਂਦਾ। ਫਿਰ ਆਪਣਾ ਗੰਜਾ ਸਿਰ ਵਰਸ਼ੇ ਦੀ ਸੇਧ ਦੇ ਵਿੱਚੋਂ ਆਪੇ ਕਰ ਦਿੰਦਾ। ਪੁਲ ਦੇ ਉੱਤੇ ਲਾਸ਼ਾਂ ਦੇ ਢੇਰ ਲੱਗ ਗਏ, ਸੱਥਰਾਂ ਦੇ ਸੱਥਰ ਵਿਛੇ। ਦੇਖ ਕੇ ਮੈਂ ਬੌਂਦਲ ਜਾਨਾ। ਡਰ ਹੈ? ਨਹੀਂ ਹੈ, ਨਹੀਂ ਡਰ ਹੈ। ਡਰ ਮੇਰੇ ਧੁਰ ਅੰਦਰ ਤੱਕ ਲੈ ਗਿਆ। ਲਾਸ਼ਾਂ ਤੋਂ ਕਾਹਦਾ ਡਰ? ਇਹ ਮਰਦੀਆਂ ਨਹੀਂ ਹੁੰਦੀਆਂ, ਦੇਖੀਆਂ ਵੀ ਨਹੀਂ ਜਾਂਦੀਆਂ। ਮੈਂ ਅੱਖਾਂ ਮੀਚ ਲੈਣਾ, ਮੀਚੀ ਰੱਖਦਾ, ਗੁੰਮਸੁੰਮ। ਬੰਦੇ ਮਾਲ ਮੱਤਾ ਲੁੱਟ ਕੇ ਲੈ ਗਏ ਤੇ ਲਾਸ਼ਾਂ ਰੁਲਦੀਆਂ ਰਹਿ ਗਈਆਂ। ਮੇਰੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਜੋ ਮੈਂ ਸਾਰੀ ਕਤਲੋਗਾਰਤ ਵੇਖ ਰਿਹਾ ਸੀ, ਕਿਉਂਕਿ ਜਿਹੜੇ ਕਾਫਲੇ ਦੇ ਮੋਹਰੀ ਸੀ ਉਹਨਾਂ ਨੇ ਤਾਂ ਫਾਇਰ ਕਰਕੇ ਇਹਨਾਂ ਦੰਗਈਆਂ ਨੂੰ ਭਜਾ ਦਿੱਤਾ ਸੀ, ਪਰ ਪਿੱਛੇ ਕਾਫਲੇ ਦੇ ਮਾਤੜ ਲੋਕ ਨੇ, ਉਹਨਾਂ ਦੀ ਰੱਖਿਆ ਦੇ ਵਾਸਤੇ ਉਹ ਰਫਲਾਂ ਵਾਲੇ ਵੀ ਪਿੱਛੇ ਨਹੀਂ ਆਏ। ਅਚਾਨਕ ਇਸ ਦੇ ਦੌਰਾਨ ਲਾਸ਼ਾਂ ਦੇ ਵਿੱਚੋਂ ਇੱਕ ਬੱਚੇ ਦੀ ਆਵਾਜ਼ ਮੇਰੇ ਕੰਨੀ ਪੈਂਦੀ ਹੈ, ਬੱਚੇ ਦੇ ਰੋਣ ਦੀ ਆਵਾਜ਼। ਮੇਰੀਆਂ ਅੱਖਾਂ ਆਪੇ ਖੁੱਲ ਗਈਆਂ ਮਟਕ ਕਰਕੇ। ਪੁਲ ਵੱਲ ਨਿਗਾਹ ਗਈ। ਓਏ ਆ ਕੀ? ਚਾਚੀ ਇੰਦਰ ਕੌਰ ਕਿੱਥੋਂ ਪ੍ਰਗਟ ਹੋ ਗਈ? ਡੰਗਰ ਚਾਰ ਕੇ ਮੁੜੀ ਹੋਣੀ ਹੈ। ਬਹੁਤ ਦੂਰ ਤੱਕ ਲੈ ਜਾਂਦੀ ਹੈ ਡੰਗਰਾਂ ਨੂੰ ਚਾਚੀ ਇੰਦਰ ਕੌਰ। ਮੇਰਾ ਹੌਸਲਾ ਵਧਿਆ। ਮੈਂ ਭੱਜ ਕੇ ਚਾਚੀ ਇੰਦਰ ਕੌਰ ਕੋਲ ਜਾਣਾ ਤੇ ਉਹ ਗਾਲਾਂ ਕੱਢ ਰਹੀ ਹੈ। ਜ਼ਾਲਮੋ, ਕੀੜੇ ਪੈ ਕੇ ਮਰੋ, ਹੰਸਿਆਰਿਓ, ਤੁਹਾਡਾ ਕੱਖ ਨਾ ਰਹੇ। ਇਹਨਾਂ ਗਰੀਬਾਂ ਨੇ ਤੁਹਾਡਾ ਕੀ ਵਿਗਾੜਿਆ ਤੀ ਵੈਰੀਓ? ਗਾਲਾਂ ਕੱਢਦੀ ਚਾਚੀ ਉਸ ਰੋਂਦੇ ਹੋਏ ਬੱਚੇ ਵੱਲ ਨੂੰ ਵੱਧਦੀ ਹੈ। ਬੱਚਾ ਮਰੀ ਹੋਈ ਮਾਂ ਦੀਆਂ ਛਾਤੀਆਂ ਪਪੋਲ ਰਿਹਾ। ਪਪੋਲਦਾ ਮਾਂ ਦੀਆਂ ਛਾਤੀਆਂ ਨੂੰ ਉਹ ਚੁੱਪ ਕਰਕੇ ਫਿਰ ਲੇਰਾ ਮਾਰਨ ਲੱਗ ਪੈਂਦਾ। ਚਾਚੀ ਉਸ ਵੱਲ ਮਮਤਾ ਭਰੀਆਂ ਅੱਖਾਂ ਨਾਲ ਵੇਖਦੀ ਹੈ, ਫਿਰ ਉਸ ਬੱਚੇ ਨੂੰ ਚੁੱਕਦੀ ਹੈ, ਆਪਣੀ ਛਾਤੀ ਨਾਲ ਲਾਉਂਦੀ ਹੈ, ਫਿਰ ਖੱਬੇ ਸੱਜੇ ਹਲੋਰੇ ਦੇ ਕੇ ਕਹਿ ਉੱਠਦੀ ਹੈ, ਨੀ ਮੈਂ ਸਦਕੇ ਜਾਵਾਂ, ਜੁਗ ਜੁਗ ਜੀਓ ਮੇਰੇ ਲਾਲ। ਬਸ ਕਰ ਮੇਰੀ ਡੱਡ, ਨਾ ਰੋ ਮੇਰਿਆ ਬਚੜਿਆ, ਨਾ ਰੋ, ਰੋਣ ਤੇਰੇ ਵੈਰੀ। ਚਾਚੀ ਇੰਦਰ ਕੌਰ ਉਸ ਨੂੰ ਦੁਲਾਰਦੀ ਹੈ ਤੇ ਮੋਢੇ ਲਾ ਲੈਂਦੀ ਹੈ ਤੇ ਫਿਰ ਉਹ ਗਾਤਰੇ ਉੱਤੇ ਹੱਥ ਫੇਰਦੀ ਹੋਈ ਮੇਰੇ ਵੱਲ ਵੇਖਦੀ ਹੈ। ਇਸ ਵੇਲੇ ਚਾਚੀ ਇੰਦਰ ਕੌਰ ਮੈਨੂੰ ਬਹੁਤ ਹੀ ਚੰਗੀ ਲੱਗੀ। ਪੰਗਰੀ ਮੋਹ ਭਿੱਜੀ। ਵੇ ਤੂੰ ਕੀ ਕਰਨ ਆਇਆ ਸੀ ਇੱਥੇ? ਉਹ ਲਾੜ ਨਾਲ ਮੈਨੂੰ ਘੂਰਦੀ ਹੈ। ਦੇਖਣ? ਮੇਰੇ ਮੂੰਹੋਂ ਕੁਝ ਨਹੀਂ ਨਿਕਲਦਾ। ਦੇਖਣ ਨੂੰ ਇੱਥੇ ਮੇਲਾ ਲੱਗਿਆ ਹੋਇਆ ਸੀ, ਆ ਗਿਆ ਮੂੰਹ ਚੁੱਕ ਕੇ। ਪਰ ਚਾਚੀ ਇੰਦਰ ਕੌਰ ਦੀ ਝੜਕ ਵੀ ਮੈਨੂੰ ਬੁਰੀ ਨਹੀਂ ਲੱਗਦੀ, ਪਰ ਮੇਰੇ ਮੂੰਹੋਂ ਕੁਝ ਵੀ ਨਹੀਂ ਸੀ ਨਿਕਲ ਰਿਹਾ। ਫਿਰ ਚਾਚੀ ਇੰਦਰ ਕੌਰ ਢਾਲੀ ਜੀ ਹੋ ਕੇ ਮੈਨੂੰ ਬੋਲੀ, ਤੈਨੂੰ ਡਰ ਨਹੀਂ ਲੱਗਦਾ? ਤੇ ਮੈਂ ਫਿਰ ਭਰੋਸੇ ਨਾਲ ਕਿਹਾ, ਹੁਣ ਨਹੀਂ ਡਰ ਲੱਗਦਾ ਚਾਚੀ ਤੈਨੂੰ ਵੇਖ ਕੇ। ਜੇ ਕੋਈ ਤੈਨੂੰ ਇੱਥੇ ਮਾਰ ਦਿੰਦਾ? ਚਾਚੀ ਨੇ ਮੈਨੂੰ ਫਿਰ ਸਵਾਲ ਕੀਤਾ। ਲੈ ਐਵੇਂ ਮਾਰ ਦਿੰਦਾ? ਮੈਂ ਲਾੜ ਨਾਲ ਚਾਚੀ ਦੀਆਂ ਲੱਤਾਂ ਨੂੰ ਚੰਬੜ ਜਾਣਾ। ਨਹੀਂ ਪੁੱਤ, ਇਹਨਾਂ ਲੁੱਚਿਆਂ ਲੰਡਿਆਂ ਦਾ ਕੀ ਭਰੋਸਾ, ਨਾ ਜਾਣੀਏ ਕੋਈ ਜਹਿ ਜਾਂਦੀ ਹੋ ਜਾਂਦੀ। ਇਹ ਕਿਸੇ ਦੇ ਮਿੱਤ ਨਹੀਂ, ਇਹ ਧਰਮ ਦੇ ਵੈਰੀ ਲੋਕ ਨੇ, ਜੈ ਵੱਡਿਆਂ ਦੇ। ਉਹ ਮੇਰੇ ਸਿਰ ਤੇ ਹੱਥ ਰੱਖਦੀ ਹੈ ਤੇ ਫਿਰ ਉਸ ਬਾਲ ਨੂੰ ਮੋਢੇ ਲਾ ਤੇ ਮੈਨੂੰ ਉਂਗਲ ਲਾ ਪਿੰਡ ਨੂੰ ਤੁਰਦੀ ਹੈ। ਚਾਚੀ ਤੇ ਦੁੱਖ ਤਾਂ ਹੈ, ਡਰ ਬਿਲਕੁਲ ਨਹੀਂ।
ਹੁਣ ਮੈਨੂੰ ਸਮਝ ਆਈ ਕਿ ਬਚਿੱਤਰ ਸਿੰਘ ਡਾਕੀਆ ਉਹਦੇ ਮੂਹਰੇ ਕਿਉਂ ਨਹੀਂ ਬੋਲਦਾ। ਬੋਲ ਸਕਦਾ ਹੀ ਨਹੀਂ, ਦਬਦਬਾ ਚਾਚੀ ਦਾ ਇਹੋ ਜਿਹਾ। ਲੱਗਦਾ ਹੈ ਕਿ ਉਹ ਬਰੇਲੀਓਂ ਚਾਚੀ ਨੂੰ ਲੈ ਕੇ ਆਇਆ, ਸਗੋਂ ਉਹਨੂੰ ਉਹ ਪਿੰਡ ਮੋੜ ਕੇ ਲਿਆਈ ਹੈ। ਚਾਚੀ ਪਿੰਡ ਨਾਲ ਆਢਾ ਲਾ ਕੇ ਬਹਿ ਜਾਂਦੀ। ਬਚਿੱਤਰ ਸਿੰਘ ਚੁੱਪ ਚਪੀਤਾ ਦੇਖੀ ਜਾਂਦਾ। ਹੱਦ ਅੱਕ ਕੇ ਕਹਿ ਦਿੰਦਾ, ਉਹ ਹੁਣ ਜਾਣ ਵੀ ਦੇ, ਬਸ ਕਰ, ਕਿਉਂ ਐਵੇਂ ਬੋਲੀ ਜਾਨੀ ਹੈ। ਅੱਗੋਂ ਚਾਚੀ ਇੰਦਰ ਕੌਰ ਫਿਰ ਗਰਜਦੀ, ਤੂੰ ਬੈਠਾ ਰਹੋ ਰਮਾਨ ਨਾਲ, ਮੂੰਹ ਚੋਂ ਘੁੰਗਣੀਆਂ ਪਾ ਕੇ। ਉਹ ਪੂਰਬਣੀ ਕਹੀ ਜਾਂਦੀਆਂ ਨੇ, ਤੂੰ ਹਿੜ ਦੰਦੀਆਂ ਕੱਢੀ ਜਾਂਦਾ, ਵੱਡਾ ਮਰਦ ਬਣਦਾ। ਹੁਣ ਤੇਰੀ ਥਾਂ ਵੀ ਮੈਂ ਲੜਿਆ ਕਰਾਂ, ਵਿਆਹ ਕੇ ਲਾਇਆ, ਉਦਲ ਕੇ ਤਾਂ ਨਹੀਂ ਆਈ, ਵਸੂਗੀ ਗੱਜ ਵੱਜ ਕੇ, ਕਿਸ ਦਾ ਡਰ ਨਹੀਂ ਮਾਰਿਆ ਸਾਨੂੰ। ਜਾਂ ਮੇਰੀ ਬੇਬੇ ਨਾਲ ਲੜੂ, ਮੰਗ ਖਾਣੀ ਜਾਤ, ਹੰਦੇ ਮੰਗ ਕੇ ਖਿਲਾਉਣੀਆਂ ਨਿਆਣਿਆਂ ਨੂੰ, ਹੱਥੀਂ ਕੰਮ ਕਰਕੇ ਖਾ ਕਮਜਾਤੇ, ਤੇ ਉਹਦੇ ਲੜਾਕੇ ਬੋਲ ਮੇਰਿਆਂ ਕੰਨਾਂ 'ਚ ਗੂੰਜਦੇ ਨੇ। ਤੇ ਚਾਚੀ ਮੂਹਰੇ ਤੁਰੀ ਜਾ ਰਹੀ ਸੀ ਤੇ ਗੱਤਰਾ ਉਹਦੀ ਵੱਖੀ 'ਚ ਝੂਲ ਰਿਹਾ ਸੀ। ਉਹਦੇ ਮੋਢੇ ਲੱਗਿਆ ਬਾਲ ਉਂਘਣ ਲੱਗਾ, ਉਂਘੀ ਜਾਂਦਾ ਤੇ ਫਿਰ ਅੱਖਾਂ ਖੋਲਦਾ ਹੋਇਆ ਆਪਣਾ ਗੂਠਾ ਚੁੰਘਣ ਲੱਗ ਪੈਂਦਾ ਤੇ ਮੈਂ ਵੀ ਚਾਚੀ ਇੰਦਰ ਕੌਰ ਦੇ ਮਗਰ ਤੁਰਿਆ ਜਾਣਾ ਤੇ ਚਾਚੀ ਦੇ ਤਕੜੇ ਮੋਢਿਆਂ ਉੱਤੇ ਉਹ ਮਸਤ ਹੋਇਆ ਬਾਲ ਗੋਲ-ਮੋਲ ਭਰਵਾਂ ਤੇ ਖਿਰਿਆ ਚਿਹੜਾ ਵੇਖ ਕੇ ਮੈਂ ਖੀਵਾ ਕੋਈ ਜਾਣਾ ਉਸ ਬੱਚੇ ਨੂੰ। ਪਿੰਡ ਦੇ ਗੁਰਦੁਆਰੇ 'ਚ ਇੱਕ ਦਿਨ ਨਗਾਰਾ ਵੱਜਦਾ, ਲੋਕ ਜੁੜਦੇ ਨੇ, ਉਸ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ 'ਚੋਂ ਵਾਕ ਲੈ ਕੇ ਉਸ ਦਾ ਨਾਂ ਰੱਖਿਆ ਜਾਂਦਾ, ਉਸ ਬੱਚੇ ਦਾ ਹਰਚੰਦ ਸਿੰਘ। ਮੇਰੇ ਫਾਦਰ ਦਾ ਵੀ ਇਹ ਨਾਂ ਸੀ, ਚੰਦ ਸਿੰਘ ਵੀ, ਹਰਚੰਦ ਸਿੰਘ ਵੀ ਕਹਿੰਦੇ ਸੀ। ਤੇ ਉਸ ਜਾਣੀ ਉਹ ਮੁਸਲਮਾਨਾਂ ਦਾ ਬੱਚਾ ਸੀ, ਉਸ ਦਾ ਨਾਂ ਰੱਖਿਆ ਜਾਂਦਾ ਹਰਚੰਦ ਸਿੰਘ। ਮੇਰੇ ਪਿੰਡ ਦੇ ਲੋਕ ਕਿੰਨੇ ਭੋਲੇ ਨੇ, ਉਹਨਾਂ ਸੋਚ ਲਿਆ ਕਿ ਇੰਦਰ ਕੌਰ ਹੁਣ ਕਦੇ ਨਹੀਂ ਲੜ ਸਕੇਗੀ, ਕਦੇ ਵੀ ਨਹੀਂ। ਪਹਿਲਾਂ ਲੜਦੀ ਸੀ ਕਿਉਂਕਿ ਇਸ ਦੇ ਕੋਈ ਬੱਚਾ ਨਹੀਂ ਸੀ। ਸ਼ਾਇਦ ਬੱਚੇ ਦੀ ਘਾਟ ਨੇ ਇੰਦਰ ਕੌਰ ਨੂੰ ਚਿੜਚਿੜਾ ਬਣਾਇਆ। ਕਈ ਲੋਕ ਇਹ ਸੋਚਦੇ ਸੀ ਹੁਣ ਹੈਗਾ ਹਰਚੰਦ, ਉਹਦੇ ਆਰ ਪਾਰ ਲੱਗੀ ਰਿਹਾ ਕਰੂ, ਲੋਕਾਂ ਨਾਲ ਲੜਿਆ ਨਹੀਂ ਕਰੂ। ਕੁਛ ਇਸ ਗੱਲੋਂ ਵੀ ਖੁਸ਼ ਸੀ, ਮੁੰਡੇ ਦਾ ਚਾਅ ਵੀ ਬੜਾ ਸੀ ਇੰਦਰ ਕੌਰ ਨੂੰ, ਪਰ ਉਸ ਦੀ ਲੜਾਈ ਜਾਰੀ ਸੀ। ਡਾਕੀਆ ਬਚਿੱਤਰ ਸਿੰਘ ਇਸੇ ਕਰਕੇ ਕਿ ਹਰਚੰਦ ਦਾ ਉਹ ਪੂਰਾ ਧਿਆਨ ਨਹੀਂ ਰੱਖਦਾ, ਉਸ ਕਰਕੇ ਉਹਦੇ ਨਾਲ ਲੜਦੀ ਸੀ। ਉਹ ਬੀਬਾ ਮਨੁੱਖ ਸੀ ਡਾਕੀਆ ਬਚਿੱਤਰ ਸਿੰਘ, ਚੁੱਪ ਚਪੀਤਾ ਪਿੰਡ 'ਚ ਡਾਕ ਵੰਡਦਾ, ਫਿਰ ਹਰਚੰਦ ਨੂੰ ਘੰਧੇੜੇ ਚੁੱਕ ਕੇ ਪਿੰਡ ਦੇ ਦਰਵਾਜ਼ੇ ਬੈਠ ਜਾਂਦਾ। ਇੰਦਰ ਕੌਰ ਦਾ ਕਹਿਣਾ ਸੀ ਕਿ ਹਰਚੰਦ ਨੂੰ ਇੱਕ ਗੋਦੀ ਤੇ ਡਾਕ ਦਾ ਥੈਲਾ ਦੂਜੀ ਗੋਦੀ ਚੁੱਕੇ। ਡਾਕ ਵੀ ਥੋੜੀ ਹੁੰਦੀ ਹੈ, ਤੂੜੀ ਦੀ ਪੰਡ ਥੋੜਾ, ਜੋ ਕਿਰਕਿਰ ਕਰਕੇ ਹਰਚੰਦ ਦੀਆਂ ਅੱਖਾਂ 'ਚ ਪੈਂਦੀ ਹੈ, ਜਾਣੀ ਹਰ ਟਾਈਮ ਉਸ ਨੂੰ ਚੱਕੀ ਰੱਖਿਆ ਕਰੇ। ਤੇ ਆਪਣੀ ਦਰਾਣੀ ਬਚਨ ਕੌਰ ਨਾਲ ਚਾਚੀ ਇੰਦਰ ਕੌਰ ਦਾ ਯੁੱਧ ਇਸ ਕਰਕੇ ਹੁੰਦਾ ਸੀ ਕਿ ਉਸ ਦੀ ਦਰਾਣੀ ਬਚਨ ਕੌਰ ਉਸ ਨੂੰ ਦੇਖ ਕੇ ਸੜਦੀ ਸੀ ਹਰਚੰਦ ਨੂੰ, ਤੇ ਉਸ ਦਾ ਦਿਓਰ ਹਾਕਮ ਸਿੰਘ ਨੂੰ ਵੀ ਉਹ ਪੁੰਨਦੀ ਰਹਿੰਦੀ ਕਿਉਂਕਿ ਹਾਕਮ ਸਿੰਘ ਉਹਨਾਂ ਦੀ ਜ਼ਮੀਨ ਦੱਬੀ ਬੈਠਾ ਸੀ ਤੇ ਬਚਿੱਤਰ ਸਿੰਘ ਨੂੰ ਹਾਕਮ ਟਿੱਚ ਕਰਕੇ ਜਾਣਦਾ ਸੀ। ਲੈ ਹੋ ਲੈਣ ਦੇ ਹਰਚੰਦ ਨੂੰ ਵੱਡਾ, ਫੇਰ ਦੱਸਾਂਗੇ ਬਗਾਨਾ ਹੱਕ ਕਿਵੇਂ ਦੱਬੀਦਾ। ਤੇ ਬਚਿੱਤਰ ਨੂੰ ਤਾਂ ਆਉਂਦੀ ਨਹੀਂ ਸਾਂਭ ਲਿਆ ਡੈਣ ਨੇ, ਪਾਤੇ ਇਹਦੇ ਸਿਰ 'ਚ ਕੁਛ ਬਣਾਤਾ ਮੇਮਣਾ ਮੋਮੋ ਠਗੜੀ ਨੇ। ਬਿਠਾਇਆ ਕਿ ਨਾ ਬਰਾਬਰ ਦਾ ਸ਼ਰੀਕ ਹੈ ਕਿਤੇ ਫਿਰ ਪਤਾ ਲੱਗੂ। ਜਾਣੀ ਉਹ ਆਪਣੀ ਦਰਾਣੀ ਨੂੰ ਇਦਾਂ ਕੋਸਦੀ ਰਹਿੰਦੀ ਕਿ ਉਸ ਦਾ ਹਰਚੰਦ ਸਿੰਘ ਵੱਡਾ ਹੋਏਗਾ ਤੇ ਉਹ ਆਪਣਾ ਹੱਕ ਖੋਏਗਾ ਆਪਣੇ ਚਾਚੇ ਚਾਚੀ ਤੋਂ। ਤੇ ਚਾਚੀ ਇੰਦਰ ਕੌਰ ਬੀਹੀ 'ਚ ਖੜ ਕੇ ਆਪਣੇ ਦਿਓਰ ਹਾਕਮ ਸਿੰਘ ਤੇ ਦਰਾਣੀ ਬਚਨ ਕੌਰ ਨੂੰ ਵਿਗਾੜਦੀ ਤੇ ਮੇਰੀ ਬੇਬੇ ਨੂੰ ਉਹ ਇਸ ਕਰਕੇ ਨਿੰਦਦੀ ਕਿ ਉਹ ਹਰਚੰਦ ਨੂੰ ਹੰਦੇ ਦਿੰਦੀ ਸੀ। ਬੇਬੇ ਵੀ ਕਿਹੜਾ ਘੱਟ ਸੀ, ਦੇਖੋ ਨਹੀਂ ਕੀ ਕਰਦੀ ਏ, ਜਿਵੇਂ ਢਿੱਡੋਂ ਜੰਮਿਆ ਹੁੰਦਾ, ਬਹੁਤ ਹੇਜਲੀ। ਨਹੀਂ ਰੱਬ ਦਾ ਜੀ ਏ, ਘਰ ਆਏ ਨੂੰ ਮੈਂ ਕਿਵੇਂ ਮੋੜਦੀ, ਤੇਰੀ ਤਾਂ ਜੀ ਵੀ ਬਹੁਤ ਚੱਲਦੀ ਏ, ਕੰਨ ਤਾਂ ਹੀ ਮੂੰਹ ਪਾਟਿਆ ਹੋਇਆ ਤੇਰਾ ਤਾਂ, ਐਨੀ ਧੌਂਸ ਠੀਕ ਨਹੀਂ ਹੁੰਦੀ, ਨਵੀਂ ਬਣੀਏ ਸਰਦਾਰਨੀ, ਆਪਣਾ ਪਿੱਛਾ ਦੇਖ। ਤੇ ਬੇਬੇ ਉਸ ਨੂੰ ਫਿਰ ਬਰੇਲੀ ਦਾ ਮਿਹਣਾ ਦੇ ਕੇ ਤੰਗ ਕਰਦੀ। ਜਾਣੀ ਮੇਰੀ ਬੇਬੇ ਨਾਲ ਵੀ ਉਸ ਦਾ ਚਾਚੀ ਇੰਦਰ ਕੌਰ ਦਾ ਇਸੇ ਕਰਕੇ ਟਕੜਕਾ ਹੁੰਦਾ ਕਿਉਂਕਿ ਜੇ ਕੋਈ ਉਸ ਨੂੰ ਬਰੇਲੀ ਵਾਲੀ ਕਹਿੰਦੀ ਤਾਂ ਉਸ ਨੂੰ ਬਹੁਤ ਚੁੱਭਦਾ। ਉਹ ਖਿਜੀ ਹੋਈ ਪਤਾ ਨਹੀਂ ਕੀ ਬੋਲ ਜਾਂਦੀ। ਪਰ ਹਰਚੰਦ ਹੁਣ ਸਾਡੇ ਘਰ ਆਉਣੋਂ ਨਾ ਹਟਿਆ। ਉਹ ਵੀ ਬੇਬੇ ਦੀ ਬਣਾਈ ਆਲੂਆਂ ਦੀ ਤਰੀ ਵਾਲੀ ਸਬਜ਼ੀ ਬਹੁਤ ਸਵਾਦ ਨਾਲ ਖਾਂਦਾ। ਬੇਬੇ ਵੀ ਖੁਸ਼ ਹੋ ਕੇ ਉਹਦੀ ਕੌਲੀ 'ਚੋਂ ਤਰੀ ਨਾਲ ਭਰੀ ਕੜਛੀ ਉਹਲਾ ਦੱਦੀ ਜਾਂਦੀ, ਨਾਲੇ ਬੋਲਦੀ ਜਾਂਦੀ, ਪਤਾ ਨਹੀਂ ਕਿਹਦਾ ਭਾਗ ਹੈ ਭਾਈ, ਕੌਣ ਕਿਸੇ ਦਾ ਖਾਂਦਾ, ਇਹ ਤਾਂ ਕ੍ਰਿਸ਼ਨ ਹੈ ਮੇਰਾ ਬੰਸੀ ਵਾਲਾ। ਬੇਬੇ ਹਰਚੰਦ ਕੌਰ ਨੂੰ ਏਦਾਂ ਸੰਬੋਧਨ ਹੁੰਦੀ ਆਖਦੀ। ਮੋਹਨ ਭੰਡਾਰੀ ਲਿਖਦੇ ਨੇ ਕਿ ਚਾਚੀ ਦੇ ਅਨੇਕ ਰੂਪ ਸਨ। ਉਹਦਾ ਸਭ ਤੋਂ ਪਿਆਰਾ ਰੂਪ ਮੈਨੂੰ ਉਦੋਂ ਲੱਗਦਾ ਜਦੋਂ ਉਹ ਚਾਚੀ ਪਿੰਗਲ ਕੇ ਮਮਤਾ ਦੀ ਮੂਰਤ ਬਣੀ ਹੁੰਦੀ। ਉਹਦੀਆਂ ਗਾਲਾਂ, ਤਾਨੇ ਮਿਹਣੇ, ਫੋਟ ਫਟਕਾਰ ਮੈਨੂੰ ਸਭ ਭੁੱਲ ਜਾਂਦੇ। ਉਸ ਦਾ ਇਹ ਗੋਦ ਲਿਆ ਪੁੱਤਰ ਜੋ ਕਾਫਲੇ 'ਚੋਂ ਬਚਿਆ ਸੀ ਹਰਚੰਦ, ਜੇ ਕਦੇ ਕਿਸੇ ਨਿਆਣੇ ਨੂੰ ਮਾਰਦਾ ਤਾਂ ਚਾਚੀ ਅੰਤਾਂ ਦੇ ਮੋਹ ਦੇ ਵਿੱਚ ਆ ਕੇ ਕਹਿੰਦੀ, ਨਾ ਮੇਰੀ ਡੱਡ, ਕਦੇ ਨਾਲ ਕਦੇ ਅੱਡ,
ਆਪ ਤੋਂ ਮਾੜੇ ਨੂੰ ਨਹੀਂ ਮਾਰੀਦਾ, ਪਾਪ ਲੱਗਦਾ। ਜੇ ਉਹ ਕਰੇਗਾ ਮੈਂ ਤੇਰੀ ਮਾਂ ਨਹੀਂ ਬਣਨਾ। हे ਸੱਚੇ ਪਾਤਸ਼ਾਹ ਬਾਜਾਂ ਵਾਲਿਆ, ਇਹਨੂੰ ਸਮੱਤ ਬਖਸ਼। ਅਣਭੋਲ ਹੈ, ਭੁੱਲ ਹੋ ਜਾਂਦੀ। ਚਾਚੀ ਉਸ ਹਰਚੰਦ ਨੂੰ ਏਦਾਂ ਵਰਜਦੀ ਰਹਿੰਦੀ। ਨਿੱਕੇ ਨਿੱਕੇ ਹਾਸੇ ਰੋਸੇ, ਨਿੱਕੀਆਂ ਨਿੱਕੀਆਂ ਕਾਰਸਤਾਨੀਆਂ, ਲੜਾਈਆਂ, ਇਸ ਸੰਗ ਜ਼ਿੰਦਗੀ ਤੁਰਦੀ ਜਾ ਰਹੀ ਸੀ। ਗੋਲ ਮਟੋਲ ਜਿਹਾ ਹਰਚੰਦ ਪੋਟਾ ਪੋਟਾ ਵਧਿਆ ਗਿਆ। 5 ਸਾਲਾਂ ਦਾ ਹੋਇਆ ਤਾਂ ਮੈਂ ਉਸ ਨੂੰ ਪੜ੍ਹਾਉਣ ਲੱਗਾ। ਆਪ ਮੈਂ ਪੜ੍ਹਦਾ ਰਿਹਾ। ਚੜ੍ਹਦੇ ਸਾਲ ਬੀਤਦੇ ਗਏ। ਮੈਂ B.Ed ਕਰਕੇ ਮਾਸਟਰ ਲੱਗਾ ਤੇ ਕੁਝ ਵਰ੍ਹਿਆਂ ਬਾਅਦ ਹਰਚੰਦ 10ਵੀਂ 'ਚ ਹੋ ਗਿਆ। ਗੱਭਰੂ ਨਾ ਨਿਗਾਹ ਤਿਲਕੇ, ਇੰਨਾ ਸੋਹਣਾ ਸੁਨੱਖਾ ਸੁਡੌਲ ਸੀ ਹਰਚੰਦ। ਅਸੀਂ ਦੋਸਤਾਂ ਵਾਂਗ ਵਰਤਦੇ ਸਾਂ, ਖੁੱਲੀਆਂ ਬਹਿਸ ਮੁਬਾਸੇ ਕਰਦੇ। ਭਾਵਕ ਹੋ ਜਾਂਦਾ ਤੇ ਛੋਟੇ ਵੱਡੇ ਦਾ ਰੱਖ ਰਖਾਅ ਵੀ ਭੁੱਲ ਜਾਂਦਾ। ਹਰਚੰਦ ਬਾਗੀ ਕਿਸਮ ਦਾ ਸੀ। ਮੈਂ ਖੁਸ਼ ਹਾਂ ਕਿ ਚੰਗਾ ਵਿਦਿਆਰਥੀ ਹੋਣ ਤੋਂ ਸਿਵਾਏ ਉਹ ਲੋਕਾਂ ਦਾ ਦੁੱਖ ਸੁੱਖ ਦਾ ਭਾਈਵਾਲ ਹੈ, ਮਾਨਵਤਾ ਦੀ ਗੱਲ ਕਰਦਾ। ਹਰ ਸ਼ਨੀਵਾਰ ਵਿਦਿਆਰਥੀਆਂ ਦੀ ਮੀਟਿੰਗ ਹੁੰਦੀ ਤਾਂ ਹਰਚੰਦ ਉਸ ਦੇ ਵਿੱਚ ਭਾਗ ਲੈਂਦਾ। ਮੈਨੂੰ ਹਰਚੰਦ ਤੋਂ ਬਹੁਤ ਆਸਾਂ ਸੀ। ਉਹਦੀ ਜ਼ਿੰਦਗੀ ਸੋਹਣੀ ਬੀਤ ਰਹੀ ਸੀ ਮੇਰੀ ਸੰਗਤ ਦੇ ਵਿੱਚ। ਇੱਕ ਦਿਨ ਪਿੰਡ ਰੌਲਾ ਪੈ ਗਿਆ ਕਿ ਹਰਚੰਦ ਪਿੰਡੋਂ ਭੱਜ ਗਿਆ, ਚੋਰੀਓਂ, ਕਿਸੇ ਨੂੰ ਬਿਨਾਂ ਦੱਸੇ। ਪਿੰਡ 'ਚ ਉਦੋਂ ਪਤਾ ਲੱਗਿਆ ਜਦੋਂ ਹਾਕਮ ਸਿੰਘ ਖੇਤੋਂ ਆਇਆ। ਉਹਦਾ ਚਾਚਾ ਖਫਾਖੂਨ ਹੋਇਆ। ਭਰਿਆ ਪੀਤਾ ਤੇ ਆਉਂਦਿਆਂ ਹੀ ਉਸਨੇ ਪਿੰਡ ਸਿਰ ਤੇ ਚੁੱਕ ਲਿਆ। ਅਸੀਂ ਪੱਟ ਤੇ ਹੋਏ ਪਿੰਡਾ, ਸਾਡਾ ਬੋਤਾ ਨੁਕਸਾਨਿਆ ਗਿਆ। ਡਾਂਗ ਮਾਰੀ ਹੋਏ ਮੇਰੇ ਬੋਤੇ ਦੀ ਅੱਖ ਤੇ, ਭੰਨਤੀ ਅੱਖ ਕੰਜਰ ਦੇ ਬੀ ਨੇ। ਬਚਿੱਤਰਾ ਨਹੀਂ ਤਾਂ ਪੈਸੇ ਭਰਦੇ, ਨਹੀਂ ਦੱਸਦੇ ਮੁੰਡਾ ਕਿੱਥੇ ਲੁਕੋਇਆ। ਅੱਜ ਨਹੀਂ ਛੱਡਦਾ ਉਹਨੂੰ ਮੈਂ ਤੇ ਤੁਹਾਡੀ ਕੁਜਾਤਾਂ ਨੂੰ ਪਾਲਣ ਵਾਲਿਆਂ ਦੀ। ਕੱਢ ਹੋਏ ਬਾਹਰ। ਏਦਾਂ ਮਤਲਬ ਆਪਣੇ ਵੱਡੇ ਭਰਾ ਬਚਿੱਤਰ ਨੂੰ ਗਾਲਾਂ ਕੱਢਦਾ ਰਹਿੰਦਾ ਉਹ। ਤੇ ਹਾਕਮ ਹਰਚੰਦ ਖੂਹ ਤੋਂ ਹੀ ਭੱਜ ਗਿਆ। ਬਚਿੱਤਰ ਸਿੰਘ ਅੰਦਰ ਵੜ ਵੜ ਕੇ ਰੋਇਆ ਕਰੇ ਤੇ ਇੰਦਰ ਕੌਰ ਹਰ ਦੂਜੇ ਤੀਜੇ ਦਿਨ ਹਾਕਮ ਦੇ ਟੱਬਰ ਨੂੰ ਪੁਣਿਆ ਕਰੇ, ਤੁਹਾਡੇ ਆਜੇ 2.5 ਘੜੀਆਂ ਦੀ। ਮੈਂ ਤਾਂ ਕਹਿਨੀ ਇਹ ਵੀ ਸ਼ਾਇਦ ਪੁਰਾਣੀ ਗਾਲ ਹੈ। ਤੁਹਾਡੇ ਆਜੇ 2.5 ਘੜੀਆਂ ਦੀ। ਮੈਂ ਤਾਂ ਕਹਿਨੀ ਬੇੜਾ ਗਰਕ ਜੇ ਤੁਹਾਡਾ। ਜੈ ਵੱਡਿਓ, ਔਤ ਹੋ ਕੇ ਮਰੋ ਵੇ ਪਿੰਡਾ। ਇਹਨਾਂ ਦੇ ਜ਼ੁਲਮ ਨੇ ਮੇਰਾ ਪੁੱਤ ਮਾਰਤਾ। ਬਚਨ ਕਰੇ ਜਾਣੀ ਆਪਣੀ ਦਰਾਣੀ ਨੂੰ ਕਹਿੰਦੀ, ਰੰਡੀ ਹੋ ਕੇ ਮਰੇ। ਮੇਰਾ ਤਾਂ ਹੁਣ ਕਾਲਜਾ ਠੰਡਾ ਹੋ ਗਿਆ, ਤੇਰਾ ਹੁਣ ਕਾਲਜਾ ਠੰਡਾ ਹੋ ਗਿਆ ਮੇਰਾ ਪੁੱਤ ਮਰਵਾ ਕੇ। ਜਾਣੀ ਹਰਚੰਦ ਪਿੰਡ ਛੱਡ ਗਿਆ ਸੀ ਉਸ ਬੋਤੇ ਦੇ ਲੜਾਈ ਤੋਂ ਬਾਅਦ, ਜੋ ਉਸਦੇ ਚਾਚੇ ਨੇ ਦੋਸ਼ ਲਾਇਆ ਸੀ ਉਸ ਤੇ ਕਿ ਮੇਰੇ ਬੋਤੇ ਦੀ ਅੱਖ ਭੰਨਤੀ। ਤੇ ਚਾਚੀ ਇੰਦਰ ਕੌਰ ਆਪਣੇ ਉਸ ਪੁੱਤ ਹਰਚੰਦ ਦੇ ਘਰ ਨਾ ਆਉਣ ਤੇ ਸਿਆਪਾ ਕਰਦੀ ਰਹਿੰਦੀ ਤੇ ਲੋਕੀ ਸਮਝਾਉਂਦੇ, ਸਬਰ ਕਰ ਇੰਦਰ ਕੌਰੇ, ਸਬਰ ਕਰ, ਦੇਖ ਲਈ ਹਰਚੰਦ ਨੇ ਆਪੇ ਆ ਜਾਣਾ ਇੱਕ ਦਿਨ। ਉਹ ਤਾਂ ਕ੍ਰਿਸ਼ਨਾ ਮੇਰੀ ਮਾਂ ਉਸ ਨੂੰ ਸਮਝਾਉਂਦੀ ਰਹਿੰਦੀ, ਚੋਜ ਕਰਦਾ ਸਾਡੇ ਨਾਲ, ਉਹ ਆਪੇ ਆ ਜਾਏਗਾ ਮੇਰਾ ਕ੍ਰਿਸ਼ਨ ਕਨਈਆ। ਮੇਰੀ ਮਾਂ ਵੀ ਉਸ ਨੂੰ ਸਮਝਾਉਂਦੀ ਰਹਿੰਦੀ। ਕ੍ਰਿਸ਼ਨ ਕਨਈਆ ਵੀ ਕਿੰਨੇ ਦਿਨ ਬਾਅਦ ਨਿਕਲਿਆ ਸੀ ਨਦੀ ਚੋਂ ਨਾਗ ਨੂੰ ਨੱਥ ਪਾ ਕੇ। ਜੈ ਹੋ ਬੰਸੀ ਵਾਲਿਆ, ਤੇਰੀ ਸਦਾ ਜੈ ਹੋ। ਉਹ ਇਮਤਿਹਾਨ ਲੈ ਰਿਹਾ। ਜਾਣੀ ਮੇਰੀ ਮਾਂ ਉਸ ਨੂੰ ਇਸ ਤਰ੍ਹਾਂ ਦੇ ਭਰੋਸੇ ਦਿੰਦੀ ਕ੍ਰਿਸ਼ਨ ਜੀ ਦੇ ਵਾਂਗੂ। ਸਭ ਤੋਂ ਪਹਿਲਾਂ ਚਿੱਠੀ ਮੈਨੂੰ ਆਈ ਹਰਚੰਦ ਦੀ, ਕਲਕੱਤੇ ਤੋਂ ਪੂਰੇ 2.5 ਵਰ੍ਹਿਆਂ ਮਗਰੋਂ, ਜਦੋਂ ਉਹ ਪਿੰਡੋਂ ਭੱਜ ਗਿਆ ਸੀ। ਉਹ ਉੱਥੇ ਬੱਸਾਂ ਧੋਂਦਾ ਰਿਹਾ, ਫਿਰ ਕਲੀਨਰ ਬਣਿਆ ਤੇ ਹੁਣ ਡਰਾਈਵਰੀ ਸਿੱਖ ਰਿਹਾ। ਜੇ ਸੁੱਖ ਰਹੀ ਤਾਂ 5-7 ਸਾਲ ਜੋ ਆਪਾਂ ਟਰੱਕ ਲੈ ਲਾਂਗੇ। ਮਾਂ ਦਾ ਧਿਆਨ ਰੱਖਿਓ। ਇਹ ਹਰਚੰਦ ਨੇ ਮੈਨੂੰ ਲਿਖਿਆ। ਚਿੱਠੀ ਸੁਣ ਕੇ ਮੇਰੀ ਬੇਬੇ ਭੱਜੀ ਭੱਜੀ ਇੰਦਰ ਕੌਰ ਚਾਚੀ ਕੋਲ ਗਈ। ਚਾਚੀ ਅੱਧ ਮਾਂਜੇ ਨਾਲ ਮੰਜਾ ਬੁਣ ਰਹੀ ਸੀ, ਮੰਜੇ ਤੇ ਪਈ ਸੀ, ਮੰਜੇ ਤੇ ਨਾਲ ਮੰਜਾ ਹੋਈ ਪਈ ਸੀ। ਉਹ ਅੰਦਰੋਂ ਨਿਕਲਣਾ ਵੀ ਛੱਡ ਗਈ ਸੀ। ਉਸ ਦੇ ਮੂੰਹੋਂ ਇਹੀ ਬੋਲ ਨਿਕਲਦੇ, ਵੇ ਮੈਂ ਵਕਤ ਦੀ ਫਕੀਰ ਨਹੀਂ ਆ ਪੁੱਤਾ। ਇੰਦਰ ਕੌਰੇ ਨਹੀਂ, ਇੰਦਰ ਕੌਰੇ ਵਧਾਈ ਹੋਵੇ। ਮੇਰੀ ਮਾਂ ਨੇ ਉੱਚੀ ਦੇਣੇ ਉਸ ਨੂੰ ਆਖਿਆ, ਉੱਠ ਲੱਡੂ ਵੰਡ, ਸੁੱਖ ਨਾਲ ਮੇਰਾ ਕ੍ਰਿਸ਼ਨ ਹੈਗਾ, ਤਕੜੀ ਹੋ, ਬਸ ਆਇਆ ਲੈ। ਮੈਂ ਕਹਿੰਦੀ ਸੀ ਨਾ ਉਹ ਆਏਗਾ ਇੱਕ ਦਿਨ। ਮੇਰੀ ਬੇਬੇ ਦੇ ਬੋਲਾਂ ਨੇ ਇੰਦਰ ਕੌਰ ਦੇ ਮੁਰਦਾ ਸਰੀਰ 'ਚ ਜਾਨ ਪਾ ਦਿੱਤੀ। ਇੰਦਰ ਕੌਰ ਭਮੱਤਰੀ ਜਿਹੀ ਮੇਰੀ ਬੇਬੇ ਵੱਲ ਵੇਖੇ। ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਸੱਚ ਕਹਿ ਰਹੀ ਹੈ ਕਿ ਉਸ ਦਾ ਪੁੱਤ ਜਿਉਂਦਾ। ਤੇ ਫਿਰ ਮੇਰੀ ਮਾਂ ਨੇ ਉਹ ਹਰਚੰਦ ਦੀ ਲਿਖੀ ਚਿੱਠੀ ਇੰਦਰ ਕੌਰ ਨੂੰ ਸੁਣਾਈ। ਉਹ ਖਿੜ ਪੁੜ ਗਈ। ਚਿੱਠੀ ਉੱਤੇ ਹਰਚੰਦ ਨੇ ਆਪਣਾ ਕਲਕੱਤੇ ਦਾ ਪਤਾ ਲਿਖਿਆ ਸੀ, ਪਤਾ ਨਹੀਂ ਸੀ ਲਿਖਿਆ। ਫਿਰ ਹੁਣ ਆਪਾਂ ਚਿੱਠੀ ਕਿੱਧਰ ਨੂੰ ਪਾਈਏ? ਮੈਂ ਪੁੱਛਿਆ ਤਾਂ ਚਾਚੀ ਦਾ ਹਾਸਾ ਨਿਕਲ ਗਿਆ। ਤੇਰੀ ਬੇਬੇ ਠੀਕ ਕਹਿੰਦੀ ਹੈ ਤਾਂ ਉਹ ਪੱਕਾ ਚਲਾਕ। ਦੇਖਿਆ, ਰੱਖ ਗਿਆ ਨਾ ਭੇਦ, ਕ੍ਰਿਸ਼ਨ ਜੀ ਵਾਂਗੂ। ਮੇਰੀ ਬੇਬੇ ਉਹਨੂੰ ਫੇਰ ਸਮਝਾਉਂਦੀ, ਤਸੱਲੀ ਦਿੰਦੀ। ਉਹਦੇ ਬੋਲਾਂ 'ਚ ਪੂਰਾ ਗੜਕਾ ਆ ਗਿਆ। ਫਿਰ ਆਈਆਂ ਉਹਦੀਆਂ ਚਿੱਠੀਆਂ ਪਤੇ ਵਾਲੀਆਂ, ਜਿਸ ਦੇ ਵਿੱਚ ਹਰਚੰਦ ਨੇ ਆਪਣਾ ਕਲਕੱਤੇ ਦਾ ਪਤਾ ਲਿਖਿਆ ਸੀ। ਇੱਧਰ ਰਾਜੀ ਖੁਸ਼ੀ ਦੀਆਂ ਅਸੀਂ ਪਾਉਂਦੇ ਰਹੇ। ਇੰਦਰ ਕੌਰ ਨੂੰ ਉਸਨੇ ਮਨੀ ਆਰਡਰ ਕਰਕੇ ਪਹਿਲਾਂ ਪੈਸੇ ਭੇਜੇ।
ਫਿਰ ਕਦੇ ਕਦੇ ਆਪ ਉਹ ਮਿਲ ਜਾਂਦਾ, ਰਾਤੀ ਆਉਂਦਾ, ਦਿਨ ਚੜ੍ਹਦੇ ਨੂੰ ਮੁੜ ਜਾਂਦਾ। ਇਸੇ ਦੌਰਾਨ ਉਹ ਕਦੇ ਹਾਕਮ ਸਿੰਘ ਆਪਣੇ ਚਾਚੇ ਦੇ ਘਰੇ ਨਹੀਂ ਸੀ ਗਿਆ, ਕਿਉਂਕਿ ਉਸ ਨਾਲ ਜਿਹੜੀ ਖੇਤ 'ਚ ਹੋਈ ਲੜਾਈ ਤੋਂ ਬਾਅਦ ਹੀ ਹਰਚੰਦ ਭੱਜ ਗਿਆ ਸੀ ਪਿੰਡੋਂ। 2 ਕੁ ਸਾਲ ਤੋਂ ਉਹ ਆਉਣ ਘਰੇ, ਪਰ ਆਇਆ ਨਾ। ਅਸੀਂ ਜਾਣ ਕਰਦੇ ਪਰ ਗਏ ਨਾ। ਕਲਕੱਤਾ ਕਿਤੇ ਨੇੜੇ ਸੀ, ਰੱਬ ਦੀ ਧੁਨੀ 'ਚ ਸੀ ਕਲਕੱਤਾ। ਇਵੇਂ ਕਰਦਿਆਂ ਕਰਾਉਂਦਿਆਂ 10 ਸਾਲ ਬੀਤ ਗਏ। ਫਿਰ ਹਰਚੰਦ ਨਵਾਂ ਟਰੱਕ ਲੈ ਕੇ ਪਿੰਡ ਆਇਆ। 2 ਰਾਤਾਂ ਰਿਹਾ। ਦੋਹੇ ਰਾਤਾਂ ਮੈਂ ਤੇ ਹਰਚੰਦ ਸੁੱਤੇ ਨਾ। ਸਾਡੀਆਂ ਗੱਲਾਂ ਮੁੱਕਣ 'ਚ ਨਾ ਆਉਂਦੀਆਂ। ਗੱਲਾਂ ਉਹਦੀਆਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਉਹ ਹੋਰ ਸਿਆਣਾ ਹੋ ਗਿਆ, ਬਹੁਤ ਤਿੱਖਾ। ਤੇ ਜਾਂਦਾ ਹੋਇਆ ਹਰਚੰਦ ਮੈਨੂੰ ਇੱਕ ਭੇਤ ਦੀ ਗੱਲ ਦੱਸ ਗਿਆ ਕਿ ਮੈਂ ਵਿਆਹ ਕਰਾ ਲਿਆ ਸੁਜਾਤਾ ਨਾਂ ਦੀ ਕੁੜੀ ਦੇ ਨਾਲ। ਉਹ ਪੜ੍ਹੀ ਲਿਖੀ ਹੈ, ਬੰਗਾਲਣ ਹੈ ਸੁਜਾਤਾ। ਤੇ ਜਦੋਂ ਮੈਂ ਉਹਨੂੰ ਤਾਈ ਦੀ ਮੈਨੂੰ ਕ੍ਰਿਸ਼ਨ ਕਹਿ ਕੇ ਬੁਲਾਉਣ ਦੀ ਗੱਲ ਸੁਣਾਈ ਤਾਂ ਉਹ ਹੱਸ ਪਈ। ਤੇ ਹੁਣ ਉਹ ਮੈਨੂੰ ਹਰਚੰਦ ਨਹੀਂ, ਹੁਣ ਸ਼ਿਆਮ ਕਹਿ ਕੇ ਬੁਲਾਉਂਦੀ ਹੈ। ਤੇ ਹੁਣ ਉਸ ਤੋਂ ਪਿੱਛੋਂ ਬੜਾ ਕੁਝ ਵਾਪਰਿਆ। ਚਾਚੀ ਇੰਦਰ ਕੌਰ ਪਤਾ ਨਹੀਂ ਕਾਹਦੇ ਗਮ 'ਚ ਪੈ ਗਈ, ਕਿਹੜੇ ਗਮ ਨੇ ਚਾਚੀ ਨੂੰ ਖਾ ਲਿਆ। ਉਹ ਅੰਦਰੇ ਅੰਦਰ ਘੁਲ ਕੇ ਮਰ ਗਈ। ਉਸ ਦਾ ਪਤੀ ਡਾਕੀਆ ਬਚਿੱਤਰ ਸਿੰਘ ਨੂੰ ਦਿਸਣੋਂ ਹਟ ਗਿਆ। ਉਹ ਗੁਰਦੁਆਰੇ ਰਹਿਣ ਲੱਗ ਪਿਆ। ਮੇਰੀ ਬੇਬੇ ਆਪਣੀ ਨੂੰਹ ਨਾਲ ਲੜ ਕੇ ਹਰਿਦੁਆਰ ਰਹਿਣ ਲੱਗ ਪਈ। ਮਿੰਨਤਾਂ ਤਰਲਿਆਂ ਦੇ ਬਾਵਜੂਦ ਜਦੋਂ ਬੇਬੇ ਹਰਿਦੁਆਰੋਂ ਨਾ ਆਈ ਤਾਂ ਅਸੀਂ ਉਸ ਨੂੰ ਉੱਥੇ ਹੀ ਕਮਰਾ ਪਵਾ ਦਿੱਤਾ ਤਾਂ ਕਿ ਉਹ ਨਿਰਵਿਘਨ ਹਰਿਦੁਆਰੇ ਹੀ ਹਰੀ ਦਾ ਨਾਮ ਜਪੇ। ਬਚਨ ਕੌਰ ਦਾ ਕੁਝ ਦਿਮਾਗ ਹਿੱਲ ਗਿਆ। ਉਹ ਜਦੋਂ ਵੀ ਪਿੰਡ 'ਚ ਨਿਕਲੀ ਤਾਂ ਕਹਿੰਦੀ ਦੱਬਾਂਗੇ ਕਰਨ ਲੱਗ ਪੈਂਦੀ ਤੇ ਘਰ ਦੇ ਉਹਨੂੰ ਘੜੀਸ ਕੇ ਫਿਰ ਅੰਦਰ ਸੁੱਟ ਦਿੰਦੇ ਬਚਨ ਕੌਰ ਨੂੰ, ਜਾਣੀ ਉਸ ਦੀ ਦਰਾਣੀ ਨੂੰ। ਤੇ ਹਾਕਮ ਸਿੰਘ ਵੀ ਤੁਰਨ ਫਿਰਨ ਜੋਗਾ ਨਹੀਂ ਰਿਹਾ, ਜਾਣੀ ਉਹਦਾ ਹਰਚੰਦ ਦਾ ਚਾਚਾ। ਉਂਝ ਉਹਦੀ ਸਰਕਾਰੀ ਦਰਬਾਰੇ ਬੜੀ ਪੁੱਛ ਪ੍ਰਤੀਤ ਹੈ। ਉਸਦੇ ਵੱਡੇ ਮੁੰਡੇ ਨੂੰ ਲਿੰਕ ਰੋਡ ਲਈ ਬੱਸ ਦਾ ਰੂਟ ਦਾ ਪਰਮਿਟ ਉਹਨੇ ਲੈ ਕੇ ਦਿੱਤਾ ਤੇ ਉਹਨੇ 2 ਬੱਸਾਂ ਪਾ ਲਈਆਂ। ਤੇ ਛੋਟਾ ਮੁੰਡਾ ਹਾਕਮ ਦਾ ਕਾਲਜ ਹੈ। ਹਰਚੰਦ ਦੇ ਘਰ 2 ਨਿਆਣੇ ਹੋਏ, ਇੱਕ ਮੁੰਡਾ ਤੇ ਇੱਕ ਕੁੜੀ। ਤੇ ਮੇਰੇ ਘਰ 3 ਜੀ ਹੋਰ ਆਏ, 2 ਕੁੜੀਆਂ 1 ਮੁੰਡਾ। ਕੁੜੀਆਂ ਦੇਖਦਿਆਂ ਵੱਡੀਆਂ ਹੋ ਗਈਆਂ ਤੇ ਮੁੰਡਾ ਅਜੇ ਛੋਟਾ ਹੈ। ਮੈਂ ਆਪਣੇ ਘਰ ਆਇਆ। ਹਰਚੰਦ ਫਿਰ ਇੱਕ ਦਿਨ ਮੇਰੇ ਕੋਲ ਆਇਆ। ਦੋਸਤੋ, ਆਪਾਂ ਕਹਾਣੀ ਸਾਂਝੀ ਕਰ ਰਹੇ ਹਾਂ। ਮੋਹਨ ਭੰਡਾਰੀ ਹੋਰਾਂ ਦੀ ਕਹਾਣੀ ਹੈ ਇਹ। ਹੱਲਿਆਂ ਦੀ ਦਾਸਤਾਨ ਨਾਲ ਜੁੜੀ ਕਹਾਣੀ ਉਸ ਬੱਚੇ ਦੀ ਕਹਾਣੀ ਹੈ ਜਿਹੜਾ ਕਾਫਲੇ ਦੇ ਵਿੱਚ ਇਕੱਲਾ ਰਹਿ ਗਿਆ ਸੀ। ਤੇ ਫਿਰ ਕਾਫੀ ਦੇਰ ਬਾਅਦ ਹਰਚੰਦ ਕਲਕੱਤਿਓਂ ਪਿੰਡ ਆਇਆ। ਤੇ ਮੇਰੇ ਸਾਹਮਣੇ ਆਇਆ। ਉਸ ਦਾ ਸਿਰ ਮੁੰਨਿਆ ਹੋਇਆ ਸੀ ਤੇ ਦਾੜੀ ਉਸ ਦੀ ਕਰੜ ਬੜੀ ਸੀ ਤੇ ਅਧਖੜ ਉਸ ਦੀ ਉਮਰ ਸੀ। ਉਹਨੂੰ ਇਸ ਹਾਲਤ ਵਿੱਚ ਵੇਖ ਕੇ ਇਸ ਹਾਲਤ ਵਿੱਚ ਦੇਖਦਿਆਂ ਮੇਰਾ ਅੰਦਰਲਾ ਧੁੱਖ ਦਾ ਫਿਰ ਜ਼ਖਮ ਹਰਾ ਹੋ ਗਿਆ। ਬਾਹਰੋਂ ਉਸਨੇ ਕੁੰਡਾ ਖੜਕਾਇਆ। ਮੇਰਾ ਦਿਲ ਧੜਕਿਆ ਜ਼ੋਰ ਦੀ। ਕਈ ਮਹੀਨੇ ਹੋਏ ਪਹਿਲਾਂ ਵੀ ਬਾਹਰੋਂ ਬੂਹਾ ਖੜਕਿਆ ਸੀ। ਕਈ ਵਾਰੀ ਪੁੱਛਣ ਤੇ ਕੋਈ ਬੋਲਿਆ ਨਹੀਂ ਸੀ ਤੇ ਬੜੀ ਦੇਰ ਤੱਕ ਦੱਬਵੀਂ ਆਵਾਜ਼ ਦੇ ਵਿੱਚ ਘੁਸਰ-ਮੁਸਰ ਹੁੰਦੀ ਰਹੀ। ਤੇ ਦੂਜੇ ਦਿਨ ਮੈਂ ਆਪਣਾ ਟੱਬਰ ਸ਼ਹਿਰ ਨੂੰ ਤੋਰ ਦਿੱਤਾ। ਮੌਸਮ ਜੋ ਵਾਰਦਾਤਾਂ ਦਾ ਸੀ ਤੇ ਇਉਂ ਹੀ ਵਾਪਰਦੀਆਂ ਸਨ ਇਹ ਵਾਰਦਾਤਾਂ। ਬੂਹਾ ਖੜਕਦਾ, ਖੁੱਲਦਾ ਤੇ ਗੋਲੀਆਂ ਦੀ ਵਿਛਾੜ ਹੁੰਦੀ ਹੈ ਤੇ ਅਗਲਾ ਥਾਂ ਢੇਰੀ ਹੋ ਜਾਂਦਾ। ਅਣਪਛਾਤੇ ਖੂਨੀ ਭੱਜ ਜਾਂਦੇ ਨੇ। ਪਿੱਛੇ ਰਹਿ ਜਾਂਦਾ ਲਹੂ ਦਾ ਛੱਪੜ, ਭਿਣਕਦੀਆਂ ਮੱਖੀਆਂ। ਤੇ ਮੇਰੇ ਘਰ ਦਾ ਦਰਵਾਜ਼ਾ ਫਿਰ ਖੜਕਿਆ। ਹਰਚੰਦ ਨੇ ਦੱਬੀ ਹੋਈ ਚੱਕਵੀਂ ਆਵਾਜ਼ ਦੇ ਵਿੱਚ ਪੁੱਛਿਆ, ਕੌਣ ਹੈ ਬਈ? ਭੋਲਾ। ਬਾਹਰੋਂ ਕਿਸੇ ਨੇ ਲੋਰ ਭਰੀ ਆਵਾਜ਼ ਦਿੱਤੀ। ਕੀ ਗੱਲ ਹੈ? ਐਤਕੀ ਹਰਚੰਦ ਗੜ ਕੇ ਉਸ ਆਵਾਜ਼ ਨੂੰ ਬੋਲਿਆ, ਚੰਦਰਵੀਰ ਹੈਗਾ ਘਰੇ? ਫਿਰ ਉਹ ਆਵਾਜ਼ ਕੜਕੇ ਨਾਲ ਬੋਲੀ। ਹਰਚੰਦ ਨੇ ਅੱਗੇ ਵੱਧ ਕੇ ਬੂਹਾ ਖੋਲ੍ਹ ਦਿੱਤਾ ਤੇ ਉਹ ਮੁੰਡਾ ਮੜਕ ਨਾਲ ਤੁਰਦਾ ਅੰਦਰ ਆ ਗਿਆ। 15-16 ਵਰ੍ਹਿਆਂ ਦੀ ਉਮਰ ਸੀ। ਚੁਗਾਠਾ ਉਸ ਦਾ ਤਕੜਾ ਸੀ। ਪੈਰੀਂ ਤਿੱਲੇ ਦੀ ਕੱਢਵੀਂ ਦੇਸੀ ਜੁੱਤੀ, ਤੇੜ ਭੋਥਾ, ਸਿਰ ਤੇ ਕੇਸਰੀ ਪੱਗ, ਅੱਖਾਂ ਮਤਾਬੀ, ਵਿੱਚ ਲਾਲ ਡੋਰੇ। ਤੇ ਮੈਂ ਪਹਿਲੀ ਨਜ਼ਰੇ ਪਛਾਣ ਲਿਆ ਕਿ ਹਾਕਮ ਸਿੰਘ ਦਾ ਛੋਟਾ ਮੁੰਡਾ ਹੈ, ਹਰਚੰਦ ਦੇ ਚਾਚੇ ਦਾ ਪੁੱਤਰ। ਉਹ ਭੋਲਾ ਸਾਨੂੰ ਵੇਖ ਕੇ ਮੁਸਕਰਾਇਆ। ਅੱਲੜ ਤੇ ਆਪ ਮਹਾਰੀ ਮੁਸਕਰਾਹਟ ਸੀ, ਭੋਲੀ ਜਿਹੀ ਭੋਲੇ ਦੀ। ਬੈਠ ਭੋਲਿਆ, ਮੈਂ ਆਖਿਆ। ਉਹਨੇ ਮੈਨੂੰ ਉੱਤਰ ਦੇਣ ਦੀ ਥਾਂ ਹਰਚੰਦ ਨੂੰ ਕਿਹਾ, ਤੈਨੂੰ ਬਾਪੂ ਸੱਦਦਾ ਹੈ। ਹਰਚੰਦ ਨੇ
ਉਤਸੁਕ ਹੋ ਕੇ ਭੋਲੇ ਨੂੰ ਪੁੱਛਿਆ, ਕਿਉਂ, ਕੀ ਗੱਲ ਹੈ? ਭੋਲਾ ਬੋਲਿਆ, ਪਤਾ ਨਹੀਂ, ਮੈਨੂੰ ਕਹਿੰਦਾ ਬੁਲਾ ਕੇ ਲਿਆ ਹਰਚੰਦ ਨੂੰ। ਚੰਗਾ, ਮੈਂ ਕੱਲ ਨੂੰ ਆਉਂਗਾ ਦਿਨੇ। ਹੋਰ ਤੇਰਾ ਕੀ ਹਾਲ ਹੈ? ਹਰਚੰਦ ਨੇ ਮੋਹ ਦੇ ਵਿੱਚ ਆ ਕੇ ਉਸ ਆਪਣੇ ਚਾਚੇ ਦੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਦਿੱਤਾ। ਠੀਕ ਹੈ ਵੀਰ, ਤੂੰ ਘਰੇ ਰੋਟੀ ਕਿਉਂ ਨਹੀਂ ਖਾਂਦਾ? ਭੋਲੇ ਨੇ ਸਹਿਜ ਭਰੇ ਉਹ ਚੇਅਰ ਦੇ ਵਿੱਚ ਉਸ ਨਾਲ ਗਿਲਾ ਕਰਦਿਆਂ ਕਿ ਕੋਈ ਨਾ, ਇਹ ਵੀ ਆਪਣਾ ਹੀ ਘਰ ਹੈ, ਅਸੀਂ ਪੁਰਾਣੇ ਦੋਸਤ ਹਾਂ। ਕਿਉਂਕਿ ਹਰਚੰਦ ਉਸ ਵਕਤ ਮੇਰੇ ਘਰ ਰਹਿ ਰਿਹਾ ਸੀ। ਐਵੇਂ ਆਪਣਾ ਘਰ ਹੈ, ਚੰਗਾ ਲੱਗਦਾ, ਆਪਣੇ ਘਰ ਰੋਟੀ ਖਾ। ਜਾਣੀ ਹਰਚੰਦ ਦੇ ਚਾਚੇ ਦੇ ਪੁੱਤਰ ਨੇ, ਭੋਲੇ ਨੇ ਫਿਰ ਉਸ ਨੂੰ ਉਲਾਂਭਾ ਜਾ ਦਿੱਤਾ। ਚੰਗਾ ਚੰਗਾ, ਮੈਂ ਕੱਲ ਨੂੰ ਆਉਂਗਾ, ਹਰਚੰਦ ਨੇ ਉਸ ਨੂੰ ਜਵਾਬ ਦਿੱਤਾ। ਤੇ ਭੋਲਾ ਉਹਨੀ ਪੈਰੀ ਮੁੜ ਗਿਆ ਤੇ ਮੈਨੂੰ ਕਹਿਣ ਲੱਗਾ, ਪੰਡਤਾ, ਅੱਜ ਆਲੂਆਂ ਦੀ ਦਾਲ ਬਣਾ, ਲਿਬਟਵੀਂ ਤਰੀ ਵਾਲੀ, ਕਣਕ ਦੇ ਫੁਲਕੇ ਪਤਲੇ ਪਤਲੇ ਫੁੱਲਵੇਂ। ਕਿਉਂਕਿ ਮੈਂ ਵੀ ਉਦੋਂ ਪਿੰਡ ਕੱਲਾ ਰਹਿੰਦਾ ਸੀ, ਆਪਣਾ ਟੱਬਰ ਵੀ ਮੈਂ ਤੋਰ ਦਿੱਤਾ ਸੀ, ਕਿਉਂਕਿ ਹਾਲਾਤ ਮਾੜੇ ਸੀ, 84 ਦਾ ਕਾਲਾ ਦੌਰ। ਤੇ ਫਿਰ ਮੇਰਾ ਜੀ ਕੀਤਾ, ਕਹਾਂ, ਸਾਲਿਆ ਤੂੰ ਸਰਦਾਰ ਹਾਕਮ ਸਿਓ ਹੈ, ਤਰੀ ਵਾਲੀਆਂ ਸਬਜ਼ੀਆਂ ਖਾਣ ਨੂੰ ਰੁੱਖੀ ਮਿੱਸੀ ਬਣੀਆਂ ਲੰਘਦੀ ਨਹੀਂ ਤੇਰੇ ਹਲਕੋਂ। ਪਰ ਤਰੀ ਦਾ ਖਿਆਲ ਹੀ ਸਵਾਦ ਹੋਇਆ। ਮੈਂ ਆਪਾ ਕੁਝ ਠਠੰਬਰਿਆ, ਫਿਰ ਆਪਣੇ ਬੁੱਲਾਂ ਤੇ ਜੀ ਫੇਰਦਾ ਮੈਂ ਵੀ ਬੋਲਿਆ, ਤੂੰ ਬਸ ਉਹੀ ਰਿਹਾ ਮਾਂ ਦਾ ਚੰਦ, ਦਿੱਲੀ ਦੇਖਣ ਘੁੰਮ ਆਇਆ, ਅਜੇ ਵੀ ਆਲੂਆਂ ਦੀ ਦਾਲ ਨੂੰ ਸਬਜ਼ੀ ਕਹੀ ਜਾਣਾ। ਓਏ ਮੈਥੋਂ ਹੋਰ ਨਾ ਸੁਣ ਲਈ, ਤੂੰ ਮੁਰਗਾ ਬਣਾਵੇਂ ਨਾ, ਉਹ ਵੀ ਮੂੰਗੀ ਦੀ ਦਾਲ ਵਾਂਗੂ ਬਣੂ ਤੈਥੋਂ, ਦੇਖ ਲਈ ਕਦੇ ਪਰਤਿਆ ਕੇ। ਹਰਚੰਦ ਨੇ ਫਿਰ ਮੈਨੂੰ ਆਖਿਆ। ਉਹਦਾ ਸ਼ਰਾਰਤੀ ਹਾਸਾ ਰੁਕਿਆ ਤੇ ਫਿਰ ਭੁੜਕਿਆ, ਓਏ ਉਹੀ ਨਾ ਹੁਣ ਜੀਵ ਹੱਤਿਆ ਦੀ ਦੁਹਾਈ ਪਾ ਕੇ ਮੇਰਾ ਸਵਾਦ ਖਰਾਬ ਕਰ ਰਹੀ। ਤੂੰ ਕੀ ਜਾਣੇ ਤਰੀ ਦਾ ਸਵਾਦ। ਬੋਲਦਾ ਬੋਲਦਾ ਹਰਚੰਦ ਇੱਕਦਮ ਰੁਕਿਆ ਤੇ ਅੱਖਾਂ ਗੱਡ ਕੇ ਕਾਲੀ ਧੌਂਕੀ ਛੱਤ ਵੱਲ ਨੂੰ ਵੇਖਣ ਲੱਗ ਪਿਆ। ਕਿਉਂ, ਹੁਣ ਕੀ ਹੋ ਗਿਆ? ਤੂੰ ਤਾਂ ਚੁੱਪ ਹੀ ਕਰ ਗਿਆ ਜਿਵੇਂ। ਕਹਿੰਦਾ ਮੈਂ ਸੁਚੇਤ ਹੋ ਗਿਆ ਤੇ ਮੇਰੇ ਬੋਲ ਸੰਘ ਦੇ ਵਿੱਚ ਚੜ ਗਏ। ਉਹ ਚੁੱਪ ਰਿਹਾ। ਹਰਚੰਦ, ਕੀ ਹੋ ਗਿਆ ਤੈਨੂੰ? ਹੁਣੇ ਤੂੰ ਚੰਗਾ ਭਲਾ ਗੱਲਾਂ ਕਰਨ ਲੱਗਾ ਤੇ ਹੁਣੇ ਚੁੱਪ ਹੋ ਗਿਆ। ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਤੇ ਮੈਨੂੰ ਲੱਗਿਆ ਕਿ ਜਿਵੇਂ ਮੇਰੀ ਹਾਲਤ ਵੇਖ ਕੇ ਉਹ ਕੁਝ ਹੋਰ ਭੰਬਤਰ ਗਿਆ। ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ। ਫਿਰ ਮੈਨੂੰ ਲੱਗਿਆ ਕਿ ਜਿਵੇਂ ਮੇਰੀ ਹਾਲਤ ਵੇਖ ਕੇ ਉਹਨੂੰ ਗੁੱਸਾ ਆਉਣ ਲੱਗਿਆ ਹੋਵੇ ਜਾਂ ਹਾਸਾ। ਮੈਂ ਆਪਣੀ ਬੇਵਸੀ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀ। ਬਸ ਕਰ ਬੀਬਾ ਵੀਰ ਬਣ ਕੇ ਉਹ ਜਾਣੋ, ਜੋ ਕਰੂ ਸੋ ਭਰੂ, ਸਮਾਂ ਆਉਣ ਤੇ ਹੋਣਗੇ ਨਵੇੜੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਰਹੂ। ਉਹ ਸਮਾਂ ਆਊਗਾ ਜ਼ਰੂਰ, ਆਪਾਂ ਜਿਉਂਦੇ ਹੋਈਏ ਚਾਹੀਏ ਨਾ, ਕਦੇ ਪਾਪ ਵੀ ਭਾਰੂ ਹੋ ਜਾਂਦਾ ਬੰਦਿਆਂ ਤੇ। ਉਹ ਮੈਨੂੰ ਦਿਲਾਸੇ ਦੇਣ ਲੱਗਾ। ਮੇਰੀ ਗੱਲ ਸੁਣ ਕੇ ਇੱਕ ਵੇਰਾਂ ਤਾਂ ਜਿਵੇਂ ਉਹ ਨਿਸਲ ਹੋ ਗਿਆ ਤੇ ਫਿਰ ਉਹਨੇ ਘੂਰੀ ਬੱਟੀ, ਬੁੱਲ ਮਰੋੜੇ, ਦੇਖਦਿਆਂ ਉਸਦੀਆਂ ਅੱਖਾਂ ਲਾਲ ਹੋ ਗਈਆਂ, ਭਖਦੇ ਅੰਗਿਆਰ ਵਾਂਗੂ। ਇੱਕੋ ਝਟਕੇ ਨਾਲ ਉੱਠ ਬੈਠਾ, ਉਹਦੀ ਪੂਰੀ ਦੇਹ ਕੰਬੀ। ਮੈਂ ਉਸ ਨੂੰ ਫੜ ਕੇ ਸੰਭਾਲਣ ਦੀ ਕੋਸ਼ਿਸ਼ ਕਰੀ, ਪਰ ਹਰਚੰਦ ਮੇਰੇ ਹੱਥ ਛੁਡਾ ਕੇ ਪਿੱਛੇ ਨੂੰ ਝਟਕ ਦਿੱਤੇ ਤੇ ਉਸਨੇ ਖੂੰਜੇ ਦੇ ਵਿੱਚ ਥੁੱਕਿਆ। ਫਿਰ ਕਹਿਣ ਲੱਗਾ, ਤੂੰ ਕਹਿੰਦਾ ਹੁੰਦਾ ਸੀ ਨਾ ਆਪਾਂ ਇਨਕਲਾਬ ਲਿਆਵਾਂਗੇ, ਹੈਂ? ਹੁਣ ਕਹਿਣਾ ਸਮਾਂ ਆਉਣ ਵਾਲਾ ਹੈ, ਆਪੇ ਸਭ ਕੁਝ ਠੀਕ ਹੋ ਜੂ। ਤੁਰ ਦਰਗਾਹੀ ਲੇਖੇ ਹੋਣਗੇ, ਦੁੱਧ ਦਾ ਦੁੱਧ ਹੂੰ, ਸੁੱਕੀ ਪੋਚਾ ਪਾਚੀ, ਸਵਰਗਾਂ ਦੇ ਲਾਰੇ, ਇਨਕਲਾਬ। ਇਸੇ ਆਸਤੇ ਅਸੀਂ ਸਾਰੀ ਉਮਰ ਇਕੱਠੇ ਭੱਟ ਝੋਕਦੇ ਰਹੇ, ਕੁੱਟ ਖਾਂਦੇ ਰਹੇ। ਇਹ ਕਿਉਂ ਨਹੀਂ ਕਹਿੰਦਾ ਕਿ ਇਸ ਪਾਪ ਦਾ ਮੁਕਾਬਲਾ ਕਰੋ? ਤੇ ਮੈਂ ਚੁੱਪ ਰਿਹਾ, ਅਵਾਕ, ਸੋਚਣ ਤੇ ਨਾ ਸੋਚਣ ਦੀ ਸਥਿਤੀ ਜਿਹਦੇ ਵਿੱਚ ਖਾਲੀ ਭਰਿਆ। ਹਰਚੰਦ ਫਿਰ ਬੁੜਕਿਆ, ਇਨਕਲਾਬ ਨਾ ਹੋਇਆ, ਉੱਠਦਾ ਬੁੱਲ ਹੋ ਗਿਆ। ਇਹ ਜਨਾਬ ਕਹਿੰਦੇ ਨੇ ਸਮਾਂ ਆਉਣ ਤੇ। ਸਮਾਂ ਜਿਵੇਂ ਆਪੇ ਆਜੂ, ਚਾਬੀ ਦਿੱਤੇ ਖਿਡੌਣੇ ਵਾਂਗੂ। ਆਪਾਂ ਨੂੰ ਹੱਥ ਪੱਲਾ ਮਾਰਨਾ ਪੈਣਾ। ਨਾ ਪਾਪ ਲੱਗ ਜੂ, ਬੁੱਧ ਖੂਨ ਹੋ ਜੂ, ਜੀਵ ਹੱਤਿਆ ਹੋ ਜੂ। ਉਹ ਦੰਦ ਕਰੀਚ ਲੱਗਣ ਲੱਗਾ ਇਸ ਚੀਜ਼ ਤੋਂ। ਜਾਣੀ ਅਸਲ ਦੇ ਵਿੱਚ ਜਿਵੇਂ ਇਹ ਕਹਾਣੀ ਥੋੜੀ ਜਿਹੀ ਇਸ ਪਾਸੇ ਨੂੰ ਜਾਂਦੀ ਹੈ ਕਿ ਜਿਵੇਂ 47 ਦੇ ਵਿੱਚ ਮੁਸਲਮਾਨਾਂ ਦੇ ਬਨਾਮ ਹਿੰਦੂ ਸਿੱਖਾਂ ਦੇ ਹੱਲੇ ਹੋਏ ਤੇ ਮੋਹਨ ਭੰਡਾਰੀ, ਕਿਉਂਕਿ ਉਹ ਲੇਖਕ ਨੇ, ਉਦੋਂ ਹਿੰਦੂ ਭਾਈਚਾਰੇ ਦੀ ਜਿਹੜੀ ਸਥਿਤੀ 84 ਚ ਵਾਪਰੀ ਸੀ। ਕਿਉਂਕਿ ਇਹ ਜਿਹੜਾ ਕਰੈਕਟਰ ਹੈ ਨਾ ਦੂਸਰਾ ਹਰਚੰਦ, ਕਈ ਵਾਰੀ ਕਹਾਣੀ ਜੇ ਸਮਝ ਆਵੇ ਨਾ ਤਾਂ ਥੋੜਾ ਜਿਹਾ ਸਵਾਦ ਆਉਂਦਾ ਹੁੰਦਾ। ਇਸੇ ਕਰਕੇ ਮੈਂ ਸਸਪੈਂਸ ਨੂੰ ਖਤਮ ਕਰਦਾ ਕਿ ਮੋਹਨ ਭੰਡਾਰੀ ਦੀ ਮਾਂ ਹਰਿਦੁਆਰ ਰਹਿਣ ਲੱਗ ਪਈ, ਟੱਬਰ ਉਸਨੇ ਆਪਣਾ ਸ਼ਹਿਰ ਭੇਜ ਦਿੱਤਾ। ਧੀਆਂ ਪੁੱਤ ਹਾਲਾਤ ਖਰਾਬ ਸੀਗੇ ਹਿੰਦੂ ਭਾਈਚਾਰੇ ਦੇ, ਉਦੋਂ ਪੰਜਾਬ 'ਚ ਸੇਫ ਨਹੀਂ ਸੀ। ਤੇ 84 ਚ ਹਰਚੰਦ ਵੀ ਕਲਕੱਤਿਓਂ ਉਜੜ ਪੁਜੜ ਕੇ ਆ ਗਿਆ ਸੀਗਾ। ਉਸਦਾ ਘਰ ਘਾਟ ਸਭ ਤਬਾਹ ਹੋ ਗਿਆ। ਸੰਖੇਪ 'ਚ ਉਹ ਜਾਣੀ ਇੱਕ ਅਜਿਹਾ ਇਨਕਲਾਬ ਚਾਹੁੰਦਾ ਸੀ ਕਿ ਇਹ ਮਨੁੱਖਤਾ ਕਿਉਂ ਬਾਰ-ਬਾਰ ਮਰਦੀ ਹੈ। ਉਸ ਪਾਸੋਂ ਉਹ ਗੁੱਸੇ 'ਚ ਹੈ ਹਰਚੰਦ। ਪਹਿਲਾਂ ਤਾਂ ਮੈਂ ਸੋਚਿਆ ਕਿ ਗੱਲ ਦਾ ਰੁੱਖ ਬਦਲ ਲਵਾਂ। ਮਨਮੋਹਨ ਲਿਖਦੇ ਨੇ,
ਮੋਹਨ ਭੰਡਾਰੀ ਲਿਖਦੇ ਨੇ, ਪਰ ਮੈਨੂੰ ਔੜ ਨਹੀਂ ਸੀ ਰਿਹਾ। ਅਚਾਨਕ ਬੋਲੇ, ਇਸ ਹੱਲੇ ਮੂਹਰੇ ਮੇਰੇ ਹੱਥ ਪੈਰ ਝੂਠੇ ਪੈਣ ਲੱਗੇ। ਉਹ ਮੈਨੂੰ ਇਨਕਲਾਬ ਦੇ ਲਈ ਕਹਿ ਰਿਹਾ, ਚੁਣੌਤੀ ਦੇ ਰਿਹਾ, ਪਰ ਮੈਂ ਬੇਵਸੀ ਦੇ ਆਲਮ 'ਚ ਮੇਰੇ ਮੂੰਹ ਨਿਕਲ ਗਿਆ, ਚੰਗਾ ਫਿਰ ਹੁਣ ਤੂੰ ਦੱਸ ਹਰਚੰਦ, ਆਪਾਂ ਕੀ ਕਰੀਏ? ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ। ਮੈਂ ਹਥਿਆਰ ਸੁੱਟ ਦਿੱਤੇ ਉਹਦੇ ਮੂਹਰੇ। ਕਰਨਾ ਕੀ ਹੈ? ਫਾਹਾ ਲੈ ਲਓ ਜਾਂ ਮਰੀ ਜਾਓ ਭੇਡਾਂ ਬੱਕਰੀਆਂ ਵਾਂਗੂ ਨੰਗਈਆਂ ਅੱਗੇ। ਪਹਿਲਾਂ ਵੀ ਤਾਂ ਇਉਂ ਹੀ ਕਰਦੇ ਰਹੇ ਹਾਂ, ਦੜਵੱਟ ਜਮਾਨਾ ਘੱਟ ਭਲੇ ਦਿਨ ਆਉਣਗੇ। ਉਹਨੇ ਹੀਜੜਿਆਂ ਦੀਆਂ ਨਕਲਾਂ ਲਾਉਂਦੇ ਗਿੱਧਾ ਪਾ ਕੇ ਮੇਰਾ ਮੂੰਹ ਚੜਾਇਆ। ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ? ਅੰਦਰੋਂ ਡਰਦਿਆਂ ਬਾਹਰੋਂ ਲਾੜ ਨਾਲ ਘੂਰੀਆਂ। ਮੈਂ ਨਰਮਾਈ ਨਾਲ ਉਸ ਨੂੰ ਬੋਲਿਆ, ਸੱਚ ਪੁੱਛਦਾ ਤਾਂ ਸ਼ਰਮ ਹਿਆ ਦੀਆਂ ਗੱਲਾਂ ਕਰਦੇ ਆਪਾਂ ਸੌਂਦੇ ਨਹੀਂ। ਇਹ ਗੱਲਾਂ ਸੂਰਮੇ ਕਰਨ ਤਾਂ ਕੀ? ਹੁਣ ਸ਼ਰਮ ਰਹਿ ਕਿੱਥੇ ਗਈ? ਉਹ ਨੰਗੇ ਹੋ ਕੇ ਨੱਚ ਰਹੇ ਨੇ, ਚੌਹੀ ਕੋਠੀ ਮਾਰਦੇ ਨੇ ਤੇ ਅਸੀਂ ਅੰਦਰ ਦੜੇ ਬੈਠੇ ਹਾਂ। ਉਧਰੋਂ ਪੈਂਦੀਆਂ ਨੇ ਤੇ ਸਾਡੇ ਪਦੀੜਾਂ ਉਧਰ ਪੈਂਦੀਆਂ ਨੇ। ਉਹ ਮੰਜੇ ਤੋਂ ਉਤਰ ਕੇ ਐਨ ਮੇਰੇ ਮੂਹਰੇ ਪੈਰਾਂ ਭਰ ਹੋ ਬੈਠ ਕੇ ਮੇਰੀਆਂ ਅੱਖਾਂ 'ਚੋਂ ਅੱਖਾਂ ਗੱਡ ਕੇ ਝਾਕਣ ਲੱਗਾ, ਜਿਵੇਂ ਮੇਰਾ ਅਮਲੀ ਚਾਚਾ ਅਰਜਨ ਇੱਕ ਹੱਥ ਧਤੂਰੀ ਚਲਮ ਤੇ ਦੂਜੇ ਹੱਥ ਚਿਮਟੀ ਫੜ ਕੇ ਮੂਹਰੇ ਪੈਰਾਂ ਭਰ ਬੈਠਾ ਭੁੱਬਲ 'ਚੋਂ ਗਿਆਰ ਕੱਢ ਕੇ ਫੂਕਾਂ ਮਾਰਦਾ ਹੁੰਦਾ, ਫਿਰ ਬੋਚ ਕੇ ਚਲ ਮੂੰਹ ਤੇ ਰੱਖ ਕੇ ਆਖਦਾ, ਇਹ ਗੱਲਾਂ ਕਰਦਾ ਕਿ ਅੱਜ ਸਹੁਰੀ ਅੱਗ ਨੂੰ ਪਤਾ ਨਹੀਂ ਕੀ ਬਿੱਜ ਪੈ ਗਈ, ਮਜਾਲ ਹੈ ਕੋਈ ਕੋਲਾ ਲੱਭ ਜੇ। ਮੈਨੂੰ ਹਰਚੰਦ ਦੇ ਸਾਹਾਂ 'ਚੋਂ ਸੇਕ ਆਉਣ ਲੱਗਿਆ। ਮੈਂ 2 ਕਦਮ ਪਿੱਛੇ ਹਟ ਕੇ ਬੈਠ ਗਿਆ। ਤੂੰ ਉਧਰ ਕਿਉਂ ਭੱਜਿਆ ਫਿਰ? ਕਰਦਾ 2 ਹੱਥ। ਤੂੰ ਉਧਰ ਕਿਉਂ ਭੱਜਿਆ ਫਿਰ? ਕਰਦਾ 2 ਹੱਥ ਉੱਥੇ ਹੀ। ਨਾ ਚਾਹੁੰਦਿਆਂ ਹੀ ਇਹ ਬੋਲ ਮੇਰੇ ਮੂੰਹੋਂ ਨਿਕਲ ਗਏ, ਅਚਾਨਕ ਸੁੱਤੇ ਸਿੱਧ। ਪਰ ਅੰਦਰੇ ਅੰਦਰ ਮੈਨੂੰ ਬਹੁਤ ਪਛਤਾਵਾ ਹੋਇਆ ਕਿ ਮੈਂ ਇਹ ਹਰਚੰਦ ਨੂੰ ਕੀ ਕਹਿ ਬੈਠਾ। ਉਹਦੀ ਦੁੱਖ ਦੀ ਰਗ ਛੇੜ ਦਿੱਤਾ, ਕਿਉਂਕਿ ਉਹ ਕਲਕੱਤੇ 'ਚ ਉਜੜ ਕੇ ਆਇਆ 84 'ਚ। ਪਿੰਡ ਆਇਆ ਮੇਰੇ ਕੋਲ, ਕਿਉਂਕਿ ਮੋਹਨ ਹਿੰਦੂ ਭਾਈਚਾਰੇ ਦਾ ਕਰੈਕਟਰ ਹੈ, ਲੇਖਕ ਹੈ, ਤੇ ਹਰਚੰਦ ਮੁਸਲਮਾਨਾਂ ਦਾ ਮੁੰਡਾ ਸਿੱਖ ਬਣਿਆ ਹੋਇਆ, ਜੋ ਦਾੜੀ ਕੇਸ ਕਟਵਾ ਕੇ ਕਲਕੱਤੇ 'ਚੋਂ ਬਚਦਾ ਬਚਾਉਂਦਾ ਭੱਜਿਆ ਸੀ। ਮੈਂ ਉਸ ਨੂੰ ਸਹੀ ਗੱਲ ਕਹਿ ਬੈਠਾ ਕਿ ਤੂੰ ਫਿਰ ਕਲਕੱਤਿਓਂ ਕਿਉਂ ਭੱਜਿਆ? ਉੱਥੇ ਹੀ 2 ਹੱਥ ਕਰ ਲੈਂਦਾ। ਓਏ ਮੇਰੇ ਮੂੰਹੋਂ ਹੋਰ ਨਾ ਕੋਈ ਸੁਣ ਲਈ, ਮੇਰੀ ਗੱਲ ਕਹਿ ਕੇ ਉਹ ਹਰਖ ਗਿਆ। ਉੱਥੇ ਤੂੰ ਮੇਰੀ ਰਾਖੀ ਬ੍ਰਿਗੇਡ ਬਿਠਾਏ ਹੋਏ ਸੀ, ਲੁੱਚੇ ਲਫੰਗੇ ਕੀਤੇ ਬੰਦਿਆਂ ਦੀਆਂ ਧਾੜਾਂ ਲੈ ਕੇ ਆ ਗਏ ਤੇਰੇ ਪਤੰਦਰ, ਹਨੇਰੀ ਵਾਂਗੂ ਅੱਗੇ ਆ ਗਏ। ਅਸੀਂ ਨਹੱਥੇ ਦੇਖਦੇ ਰਹਿ ਗਏ। ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਘਰ ਘਾਟ ਟਰੱਕ ਸਾਜੋ ਸਮਾਨ ਸਭ ਸਾੜਤਾ, ਟੱਬਰਾਂ ਦੇ ਜੀ ਮਾਰਤੇ ਕੁਲਗੱਦਿਆਂ ਦੇ ਇਸ਼ਾਰੇ ਤੇ। ਭੁੱਖ ਨੰਗ ਤਾਂ ਉਹੀ ਵਰਤੀ ਪਈ ਹੈ ਮੁਲਕ 'ਚ। ਭੜਕੇ ਤੇ ਰੋਣ ਹਾਕੇ ਹੋਏ ਦਾ ਹਰਚੰਦ ਦਾ ਗੱਚ ਭਰ ਆਇਆ ਜਦੋਂ ਮੈਂ ਉਸ ਨੂੰ ਚੁਣੌਤੀ ਦਿੱਤੀ ਕਿ ਕਲਕੱਤਿਓਂ ਤੂੰ ਕਿਉਂ ਭੱਜਿਆ, ਤੇ ਮੈਂ ਕਮਲਿਆਂ ਵਾਂਗ ਉਹਦੇ ਮੂੰਹ ਵੱਲ ਵੇਖ ਰਿਹਾ ਸੀ। ਹੁਣ ਮੇਰੇ ਕੰਨੀ ਕਿਉਂ ਝਾਕੀ ਜਾਨਾ? ਝਾੜ 'ਚ ਫਸੇ ਸਾਹੇ ਵਾਂਗੂ ਦੇ ਜਵਾਬ। ਉਤੋਂ ਬਕਦਾ ਭੱਜਿਆ। ਨਾ ਹੋਰ ਮੈਂ ਤੇਥੋਂ ਪੁੱਛ ਕੇ ਆਉਂਦਾ ਪਟਿਆਲੇ ਵਾਲੇ ਰਾਜੇ ਤੋਂ। ਇੱਥੇ ਅੰਦਰ ਬੈਠਾ ਹਾਦੇ ਨਾਰੇ ਮਾਰੀ ਜਾਨਾ ਵੱਡਿਆ ਨਵਾਬਾ, ਕਿਹੜੇ ਹਰਿਆਵਲ ਦਸਤੇ ਜਥੇਬੰਦ ਕਰ ਲਏ, ਤੋਰਤਾ ਟੱਬਰ ਨੂੰ ਸ਼ਹਿਰ, ਇੱਕ ਵਾਰੀ ਟੱਡਦਾ ਲੈਕਚਰ ਜਿੰਨਾ ਮਰਜ਼ੀ ਦਵਾ ਲਓ, ਫੋਕੇ ਨਾਰੇ ਮਰਾ ਲਓ, ਬੰਦ ਹੂੰ ਚਾੜਨਗੇ ਚੰਦ। ਇਹ ਗਰੀਬਾਂ ਦੇ ਮਸੀਹੇ ਆਪੋਂ ਬਣੇ ਫਿਰਦੇ ਨੇ, ਬੇਲੇ ਵੱਟੇ ਕੋਈ ਮਿਆਣਦਾ ਨਹੀਂ ਇਹਨਾਂ ਨੂੰ। ਤੇ ਬੋਲਦਾ ਬਿੰਦ ਕੋ ਰੁਕਿਆ ਤੇ ਖੰਘਿਆ, ਉਬਾਲ ਉੱਠਣ ਵਾਂਗ। ਫਿਰ ਤਮਕ ਦੇ ਕੇ ਬੋਲਿਆ, ਮੈਂ ਉਹਨਾਂ ਠੇਕੇਦਾਰਾਂ ਦੇ ਸੱਦੇ ਤੇ ਨਹੀਂ ਆਇਆ ਜਿਹੜੇ ਸੰਘ ਪਾੜ ਕੇ ਕੂਕਾਂ ਮਾਰਦੇ ਨਹੀਂ ਥੱਕਦੇ ਕਿ ਆਜੋ, ਜਿਵੇਂ ਅਸੀਂ ਮਿੱਠੇ ਚੌਲ ਬਣਾਈ ਬੈਠੇ ਹੁੰਦੇ ਆ। ਆਪਣਾ ਆਪ ਦਾ ਸੰਭਾਲਿਆ ਨਹੀਂ ਜਾਂਦਾ, ਸਾਨੂੰ ਹਾਕਾਂ ਮਾਰਦੇ ਨੇ। ਇਹ ਤਾਂ ਚਮਗਿੱਦੜਾਂ ਵਾਲੀ ਗੱਲ ਹੋਈ। ਖੈਰ ਫਿਰ ਉਹਦੀਆਂ ਅੱਖਾਂ 'ਚ ਚਮਕ ਆਈ। ਉਹ ਯਾਰਾ, ਉੱਥੇ ਮੇਰੇ ਵਰਗੇ ਲੋਕ ਵੀ ਹੈਗੇ ਨੇ, ਉਹ ਤਾਂ ਉੱਥੇ ਅੜਦੇ ਨੇ। ਕਈ ਹੋਣਗੇ ਹੀ ਠੱਲਰ ਪਾਉਣ ਵਾਲੇ, ਜਮਾ ਹੀ ਨਾ ਸਾਰੇ ਤੇਰੇ ਵਰਗੇ ਨੇ, ਬਸ ਇੱਧਰ ਵਰਗੇ ਹੀ ਨੇ ਸਾਰੇ, ਨਹੱਥੇ ਤੇ ਡਰੇ ਹੋਏ। ਉਹ ਬੋਲਿਆ, ਪਰ ਕਸੂਰ ਤਾਂ ਕੋਈ ਦੱਸੋ। ਮੈਂ ਕਾਹਲਾ ਪੈ ਗਿਆ। ਪਾੜਾ ਇਹੀ ਲਾਹਨਤ ਹੈ। ਉਹ ਬੋਲਿਆ, ਮੇਰਾ ਖਿਆਲ ਹੈ ਕਿ ਲੋਕ ਉੱਠਣਗੇ ਤਾਂ ਸਹੀ ਕਦੇ ਨਾ ਕਦੇ। ਉਹ ਅੱਤ ਤਾਂ ਹੁਣ ਆਈ ਹੋਈ ਹੈ, ਦੇਖ ਲੈ ਤੂੰ, ਏਦੋਂ ਅੱਤ ਹੋਰ ਕੀ ਹੋਣੀ ਹੈ। ਤੇ ਮੇਰਿਆਂ ਬੋਲਾਂ 'ਚ ਵੀ ਤਰਲਾ ਸੀ, ਕਿਉਂਕਿ ਜੋ ਕੁਝ ਹਿੰਦੂ ਭਾਈਚਾਰੇ ਨਾਲ ਪੰਜਾਬ 'ਚ ਹੋ ਰਿਹਾ ਸੀ। ਮੈਂ ਆਪਣੇ ਦੁੱਖ ਦੀ ਵੇਦਨਾ ਉਸ ਨੂੰ ਦੱਸ ਦਿੱਤੀ ਕਿ ਕਿਸ ਤਰ੍ਹਾਂ ਪਰਿਵਾਰ ਨੂੰ ਸ਼ਹਿਰ ਭੇਜ ਕੇ ਮੈਂ ਇਕੱਲਾ ਇਸ ਪੁਰਖਿਆਂ ਦੇ ਘਰ ਦੇ ਵਿੱਚ ਰਹਿ ਰਿਹਾ ਸੀ। ਆਹੋ, ਤੁਸੀਂ ਵੱਡੇ ਆਗੂ ਬੈਠੇ ਰਹੋ, ਲੋਕ ਆਪੇ ਉੱਠ ਖੜਨਗੇ। ਨਾ ਉਧਰ ਅਕਲ ਦੇ ਅੰਨੇ ਬਥੇਰੇ ਨੇ, ਵੱਡੇ ਬੁੱਧੀਜੀਵੀ ਲੈਕਚਰ ਦਿੰਦੇ ਆ, ਅਖਬਾਰਾਂ 'ਚ ਲੇਖ ਛਾਪਦੇ ਨੇ, ਸੈਮੀਨਾਰ ਕਰਾਉਂਦੇ ਨੇ।
ਚਪੀਤੀ ਬਹੁ ਗਿਣਤੀ ਇੱਕ ਦਿਨ ਕਰਾਮਾਤ ਕਰ ਦਿਖਾਊ। ਸਾਲਾਂ ਦੇ ਸਾਲ ਬੀਤ ਗਏ, ਉਹ ਸੁਭਾਗਾ ਦਿਨ ਕਦੇ ਨਾ ਆਇਆ। ਉਹ ਤਾਂ ਉਹ ਜਿਹੜੇ ਕੁਝ ਕਰਕੇ ਦਿਖਾਉਣ ਦੀਆਂ ਫੜਾਂ ਮਾਰਦੇ ਸੀ ਨਾ, ਉਹ ਵੀ ਹੱਥਾਂ ਤੇ ਹੱਥ ਧਰੀ ਬੈਠੇ ਨੇ। ਅਜੀਬ ਹੈ ਸਾਡਾ ਮੁਲਕ। ਹਰਚੰਦ ਫੇਰ ਬੋਲੀ ਜਾ ਰਿਹਾ ਸੀ। ਮੈਂ ਸੁਚੇਤ ਹੋ ਕੇ ਬੋਲਣ ਲੱਗਾ ਤਾਂ ਹੋਰ ਵੀ ਸੁਚੇਤ ਹੋ ਗਿਆ। ਫਿਰ ਫਿਕਰਾ ਮੈਥੋਂ ਉਸ ਦਾ ਪੂਰਾ ਨਾ ਹੋਇਆ ਤੇ ਆਪਣੇ ਉੱਤੇ ਹੋਏ ਵਾਰ ਨੂੰ ਮੈਂ ਚੁੱਪਚਾਪ ਜਰਦਾ ਰਿਹਾ। ਤੇ ਫਿਰ ਕੁਝ ਚੁੱਪ ਰਹਿਣ ਮਗਰੋਂ ਉਸਨੇ ਹੌਂਕਾ ਲੈਣ ਵਾਂਗ ਘੂਰਾ ਮਾਰਿਆ। ਫਿਰ ਉਦਾਸੀ ਭਰੀ ਮੁਸਕਰਾਹਟ ਨਾਲ ਸਹਿਜੇ ਹੁੰਦਾ ਉਹ ਮਲਕੜੇ ਬੋਲਿਆ, ਆਤਮੇ ਬੱਤੀ ਜਗਾ ਲੈ, ਅੰਦਰ ਹਨੇਰਾ। ਮੈਂ ਖੜਾ ਹੋ ਕੇ ਸੁੱਚ ਦੱਬ ਦਿੱਤੀ ਤਾਂ ਚੁਫੇਰੇ ਕਮਰੇ 'ਚ ਚਾਨਣ ਹੋ ਗਿਆ। ਹੁਣ ਅਸੀਂ ਇੱਕ ਦੂਜੇ ਨੂੰ ਆਪਣੇ ਚਿਹਰਿਆਂ ਤੇ ਆਉਣ ਵਾਲੇ ਪ੍ਰਭਾਵ ਨੂੰ ਦੁਵੱਲੀ ਤਰ੍ਹਾਂ ਵੇਖ ਸਕਦੇ ਸਾਂ। ਤਣਾਅ ਦੇ ਪਰਛਾਵੇਂ ਢਲ ਰਹੇ ਸਨ। ਸੰਸ਼ੇ ਤੇ ਸ਼ੱਕ ਦੀ ਕੰਧ ਇੰਨੀ ਮਜ਼ਬੂਤ ਨਹੀਂ ਸੀ ਜੋ ਸਦਾ ਖੜੀ ਰਹਿੰਦੀ। ਇਹਦੇ ਢਹਿਣ ਦਾ ਅਮਲ ਸ਼ੁਰੂ ਹੋ ਗਿਆ ਸੀ। ਇਹ ਗੱਲ ਮੇਰੇ ਅੰਦਰਲੇ ਅਹਿਸਾਸ ਨੂੰ ਪ੍ਰਤੀਤ ਹੋਈ। ਇਸ ਅਮਲ ਨੂੰ ਸ਼ਾਇਦ ਹਰਚੰਦ ਨੇ ਵੀ ਮਹਿਸੂਸ ਕੀਤਾ। ਸਖਾਵਾਂ ਤੇ ਸੁਹਿਰਦ ਵਾਤਾਵਰਨ ਅਸੀਂ ਪੈਦਾ ਕਰ ਲਿਆ। ਮੈਂ ਤਾਂ ਤੇਰੀ ਖਬਰ ਨੂੰ ਆਇਆ ਸੀ ਕਮਲਿਆ। ਜਦੋਂ ਮੈਨੂੰ ਪਤਾ ਲੱਗਾ ਵੀ ਤੂੰ ਸਾਰਾ ਟੱਬਰ ਸ਼ਹਿਰ ਤੋਰਤਾ, ਮੈਂ ਸੋਚਿਆ ਚੱਲ ਮਨਾ ਖਬਰ ਸਾਰੀ ਲੈ ਆਵਾਂ ਉਹਦੀ। ਪਤਾ ਨਹੀਂ ਕਿੱਦਾਂ ਪਿੰਡ ਵਕਤ ਕੱਟਦਾ ਹੋਊ ਕੱਲਾ। ਬਾਲਾ ਹੀ ਲਿੱਸਾ ਹੋ ਗਿਆ ਤੂੰ ਆਤਮਿਆ, ਕੁਛ ਖਾਇਆ ਪੀਆ ਕਰ, ਐਵੇਂ ਨਹੀਂ ਢੇਰੀ ਢਾ ਕੇ ਬਹਿ ਜਾਈਦਾ। ਤੂੰ ਮੇਰੇ ਕਨੀ ਵੇਖ। ਹਰਚੰਦ ਭਾਵੁਕ ਹੋ ਕੇ ਬੋਲਿਆ, ਇਹਨਾਂ ਮੇਰੇ ਸਾਹਮਣੇ ਮੇਰਾ ਜਾਨ ਤੋਂ ਪਿਆਰਾ ਟਰੱਕ ਫੂਕ ਦਿੱਤਾ, ਮੇਰੀ ਸਾਰੀ ਉਮਰ ਦੀ ਕਮਾਈ ਸਾੜ ਦਿੱਤੀ, ਮੇਰਾ ਘਰ ਸਾੜ ਦਿੱਤਾ। ਫਿਰ ਵੀ ਆਤਮਿਆ ਮੈਂ ਹੌਸਲਾ ਨਹੀਂ ਹਾਰਿਆ। ਕਲੇਮ ਭਰਤਾ, ਫਿਰ ਟਰੱਕ ਲਊਂਗਾ, ਫਿਰ ਮਿਹਨਤ ਕਰੂੰਗਾ ਦਿਨ ਰਾਤ। ਇਹ ਹਾਲ ਸਦਾ ਨਹੀਂ ਰਹਿਣੇ। ਸੁਜਾਤਾ ਨੇ ਮੈਨੂੰ ਡਿਗਣ ਨਹੀਂ ਦਿੱਤਾ। ਕਹਿਣ लगी, तुम दिल छोटा मत करो, हिम्मत से काम लो, हम तुम्हारे साथ हैं। ट्रक जला दिया तो क्या हुआ, जान तो सलामत है। ते फिर सुजाता कमली ਦੀਆਂ ਗੱਲਾਂ ਨੇ ਮੈਨੂੰ ਹੌਸਲਾ ਦਿੱਤਾ। ਤੇ ਫਿਰ ਉਹ ਸੁਜਾਤਾ ਮੈਨੂੰ ਅੱਖਾਂ ਭਰ ਕੇ ਕਹਿਣ ਲੱਗੀ, श्याम तुम्हारे रेशम से वाल कहाँ गए, क्यों कटवाए तूने। ਗੱਲਾਂ ਕਰਦੇ ਹਰਚੰਦ ਦੀਆਂ ਅੱਖਾਂ ਸਿਜਲ ਹੋ ਗਈਆਂ ਤੇ ਉਹ ਕਹਿਣ ਲੱਗਾ, ਤੂੰ ਯਾਰ ਉਹੀ ਤੋਰਦਾ ਟੱਬਰ, ਸ਼ਹਿਰ ਨੂੰ ਬ੍ਰਾਹਮਣ ਨਹੀਂ ਰਿਹਾ, ਡਰ ਹੀ ਗਿਆ ਬਾਹਮਣਾ। ਉਹ ਮੈਨੂੰ ਫੇਰ ਟਕੋਰਾ ਮਾਰਨ ਲੱਗਾ, ਆਪਾਂ ਤੇਰੇ ਨਿਆਣੇ ਲਿਆਵਾਂਗੇ ਮੋੜ ਕੇ ਪਿੰਡ। ਬੋਲਦੇ ਬੋਲਦੇ ਦਾ ਉਹਦਾ ਗੱਚ ਭਰਿਆ ਤੇ ਫਿਰ ਮੈਨੂੰ ਧਾ ਕੇ ਜੱਫੀ ਪਾਉਂਦਾ ਉਹ ਭੁੱਬੀ ਰੋਣ ਲੱਗਾ ਤੇ ਮੇਰਾ ਵੀ ਰੋਣ ਨਿਕਲ ਗਿਆ। ਗੱਲਾਂ ਤਾਂ ਪਹਿਲਾਂ ਵੀ ਕਦੇ ਕਦੇ ਉਹ ਅਜੀਬ ਕਰਨ ਲੱਗ ਪੈਂਦਾ ਸੀ, ਪਰ ਐਤਕੀ ਤਾਂ ਉਹਨੇ ਮੇਰਾ ਤਰਾਹ ਹੀ ਕੱਢ ਦਿੱਤਾ। ਰੋਟੀ ਟੁੱਕ ਤੋਂ ਵਿਹਲੇ ਹੋ ਕੇ ਅਸੀਂ ਅਜੇ ਆਰਾਮ ਕਰਨ ਦੀ ਸੋਚ ਹੀ ਰਹੇ ਸਾਂ। ਉਹ ਬੋਲਿਆ, ਚੱਲ ਉੱਠ ਆਤਮੇ ਪੰਡਤਾ, ਤਿਆਰ ਹੋ ਜਾ। ਮੈਂ ਕਿਹਾ ਕਿੱਥੇ। ਉਹ ਕਹਿਣ ਲੱਗਾ, ਪੰਡਤਾ ਘੁੰਮ ਕੇ ਆਉਣੇ ਪੁਲ ਵੱਲ। ਮੈਂ ਆਖਿਆ, ਹਰਚੰਦ ਇਸ ਵੇਲੇ ਬਾਹਰ ਹਨੇਰਾ ਸੁੰਨਸਾਨ ਹੈ, ਮਾਹੌਲ ਠੀਕ ਨਹੀਂ ਹੈ। ਮੈਂ ਉਸ ਦੀ ਅਜੀਬ ਖਾਹਿਸ਼ ਤੋਂ ਚੁੱਪ ਸਾਂ, ਜਾਣਾ ਨਹੀਂ ਸੀ ਚਾਹੁੰਦਾ। ਉਹ ਪੰਡਤਾ ਹਨੇਰਾ ਖਾਂਦਾ ਤੈਨੂੰ, ਇਸ ਵਾਲੀ ਸੁੰਨਸਾਨ ਤਾਂ ਤੋੜਨੀ ਆਪਾਂ, ਉਹਨੇ ਹੱਸਦਿਆਂ ਆਖਿਆ। ਉਹਦੇ ਬੋਲਾਂ 'ਚ ਦ੍ਰਿੜਤਾ ਸੀ। ਮੈਂ ਝਿਜਕਦੇ ਨੇ ਆਪਣੇ ਸਿਰ ਤੇ ਭਗਵਾਂ ਸਾਫਾ ਬੰਨ੍ਹ ਲਿਆ ਤੇ ਉਹ ਨੰਗੇ ਸਿਰ ਹੀ ਰਿਹਾ। ਅਸੀਂ ਦੋਵੇਂ ਬਾਹਰ ਨਿਕਲੇ। ਸੱਚਮੁੱਚ ਸੁੰਨਸਾਨ ਸੀ ਬਾਹਰ, ਚੁੱਪ, ਕਰਫਿਊ ਵਰਗੀ। ਮੈਨੂੰ ਤਾਂ ਇਹ ਸੁੰਨਸਾਨ ਵਾਤਾਵਰਨ ਹੋਰ ਵੀ ਡਰਾਉਣਾ ਤੇ ਸੁੰਨਾ ਜਾਪਣ ਲੱਗਾ। ਲੋਕ ਆਪੋ ਆਪਣੇ ਘਰੀਂ ਡਰੇ ਬੈਠੇ ਸਨ ਤੇ ਮੈਂ ਬਾਹਰੋਂ ਵੀ ਤੇ ਅੰਦਰੋਂ ਵੀ ਡਰਿਆ ਹੋਇਆ ਸਾਂ। ਬਾਹਰ ਤਾਂ ਕੇਵਲ ਮੇਰਾ ਸਰੀਰ ਹੀ ਸੀ ਜਿਸ ਨੂੰ ਹਰਚੰਦ ਜਬਰੀ ਪੁਲ ਵੱਲ ਨੂੰ ਲਿਜਾ ਰਿਹਾ ਸੀ, ਇਸ ਚੁੱਪ ਨੂੰ ਤੋੜਨ ਦੀ ਜਿੱਦ ਦੇ ਵਿੱਚ। ਬਾਹਰ ਆ ਕੇ ਫਿਰ ਉਸਨੇ ਆਪਣੀ ਰੌਂ ਉਸੇ ਤਰ੍ਹਾਂ ਸ਼ੁਰੂ ਕੀਤੀ। ਉਹ ਉੱਚੀ ਗੱਲਾਂ ਕਰੀ ਗਿਆ। ਮੈਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ ਕੋਈ ਕੀ ਕਹਿ ਰਿਹਾ। ਬਸ ਉਹ ਮੈਨੂੰ ਲਾਡ ਨਾਲ ਉਸਦੇ ਕਹੇ ਆਖਰੀ ਲਫ਼ਜ਼ ਪੰਡਤਾ ਬਾਹਮਣਾ ਪਾਂਦਾ ਹੀ ਸੁਣਾਈ ਦਿੰਦੇ। ਉਹ ਕਦੇ ਖੌਫਨਾਕ ਹਾਸਾ ਹੱਸਦਾ। ਉਹ ਬਾਹਰ ਘੁੱਪ ਹਨੇਰੇ 'ਚ ਉਸਦਾ ਹੱਸਣਾ ਮੈਨੂੰ ਠੀਕ ਨਹੀਂ ਸੀ ਜਾਪਦਾ, ਕਿਉਂਕਿ ਚਿੜੀ ਜਨੌਰ ਪੱਤੇ ਵੀ ਚੁੱਪ ਸਨ। ਪਤਾ ਨਹੀਂ ਕਦੋਂ ਅਸੀਂ ਪੁਲ ਤੇ ਪਹੁੰਚ ਗਏ। ਮਨ ਕੁਝ ਟਿਕਿਆ। ਤਦੇ ਮੈਨੂੰ ਪਤਾ ਲੱਗਾ ਕਿ ਪੁਲ ਦੀ ਮੰਡੇਰ ਤੇ ਇੱਕ ਬੜਾ ਭਾਰੀ ਪੱਥਰ ਪਿਆ ਸੀ। ਆਲੇ ਦੁਆਲੇ ਅਸੀਂ ਬੈਠੇ ਸਾਂ ਤੇ ਨਹਿਰ ਦੇ ਪਾਣੀ ਵੱਲ ਲੱਤਾਂ ਲਮਕਾ ਕੇ ਉਹ ਗੱਲਾਂ ਕਰ ਰਿਹਾ ਸੀ। ਨਹਿਰ ਵੱਢਤੀ ਸੀ ਇੱਕ ਵਾਰੀ, ਮੈਂ ਹੌਲੀ ਜਿਹੀ ਬੋਲਿਆ। ਕਿਹਨੇ? ਉਹਨੇ ਸਹਿਜ-ਸੁਭਾਅ ਪੁੱਛਿਆ। ਪਤਾ ਨਹੀਂ, ਮੇਰੀ ਆਵਾਜ਼ ਕੰਬੀ। ਚਲੋ ਕਿਸੇ ਨੇ ਵੱਢੀ, ਸਾਡੀ ਵੱਢੀ, ਇਹ ਹੈ ਤਾਂ ਸਾਡੀ। ਮੈਂ ਤਾਂ ਕਹਿਣਾ ਮੰਡੇਰ ਤੇ ਪਿਆ ਇਹ ਪੱਥਰ ਵੀ ਸਾਡੀ ਮਿੱਟੀ ਦੀ ਇੱਕ ਮੁੱਠ ਹੈ। ਉਹ ਜਜ਼ਬਾਤ ਦੇ ਰੌਹ 'ਚ ਵਹਿੰਦਾ ਜਾ ਰਿਹਾ ਸੀ। ਬਹੁਤ ਵੱਡਾ ਪਾੜ ਸੀ।
ਆਪਣੇ ਚੇਤੇ 'ਚ ਮੈਂ ਉਸ ਪਾੜ ਬਾਰੇ ਸੋਚਦਾ ਰਿਹਾ ਤੇ ਯਾਦ ਕਰਦਾ ਰਿਹਾ ਜਦੋਂ ਨਹਿਰ ਦਾ ਪਾੜ ਪਿਆ ਸੀ। ਉਹ ਫੇਰ ਬੋਲਿਆ। ਫੇਰ ਕੀ? ਪਾੜ ਪੈਣ ਤੇ ਪਿੰਡ 'ਚ ਰੌਲਾ ਪੈ ਗਿਆ, ਗੁਰਦੁਆਰੇ ਨਗਾਰਾ ਵੱਜਿਆ, ਲੋਕਾਂ ਪਾੜਾ ਪੂਰਤਾ ਰਾਤੋਂ ਰਾਤ, ਨਹਿਰ ਡੱਕ ਦਿੱਤੀ। ਇਹ ਤਾਂ ਕੋਈ ਗੱਲ ਨਾ ਹੋਈ। ਉਹਨੇ ਖੁਸ਼ ਹੋ ਕੇ ਮੇਰੇ ਮੋਢੇ ਤੇ ਹੱਥ ਰੱਖਿਆ। ਉਹ ਫੇਰ ਉੱਠਿਆ ਤੇ ਅੱਧੀ ਚੀਰੀ ਟਾਹਲੀ ਕੋਲ ਆ ਗਿਆ ਤੇ ਮੈਂ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਤੇ ਉੱਪਰ ਨੂੰ ਵੇਖਿਆ। ਪੂਰੀ ਫੈਲਰੀ ਹੋਈ ਉਹ ਛਤਰੀ ਵਾਂਗ ਉਹ ਟਾਹਲੀ ਦੇ ਭਾਗ ਤੇ ਉਸਨੇ ਹੱਥ ਫੇਰਿਆ ਜਿੱਥੇ ਚੀਰ ਸੀ ਤੇ ਕਿੰਨਾ ਹੀ ਚਿਰ ਉਹ ਫੇਰਦਾ ਰਿਹਾ। ਫਿਰ ਧੁਰ ਅੰਦਰੋਂ ਡੂੰਘ 'ਚੋਂ ਆਵਾਜ਼ ਆਈ, ਮਾਂ ਕਿੱਥੇ ਸੀ ਭਲਾ? ਤੇ ਮੈਂ ਉਹਦਾ ਹੱਥ ਫੜ ਕੇ ਉਹਨੂੰ ਉਸ ਥਾਂ ਤੇ ਲੈ ਗਿਆ ਜਿੱਥੇ ਉਸਦੀ ਮਾਂ ਦੀ ਲਾਸ਼ ਪਈ ਸੀ। ਕਿਉਂਕਿ ਉਹ ਕਹਾਣੀ ਹੁਣ ਫੇਰ ਉੱਥੇ ਹੀ ਆਉਂਦੀ ਹੈ ਕਿ ਜਿੱਥੇ ਬਚਪਨ ਦੇ ਵਿੱਚ ਚਾਚੀ ਇੰਦਰ ਕੌਰ ਉਸਨੂੰ ਚੁੱਕ ਕੇ ਲਗਾਈ ਸੀ, ਕਿਉਂਕਿ ਮੈਂ ਉਹ ਸਾਰੇ ਹੱਲਿਆਂ ਦੀ ਘਟਨਾ ਦਾ ਗਵਾਹ ਸਾਂ। ਉਸਨੇ ਭਾਵੁਕ ਹੋ ਕੇ ਮੈਨੂੰ ਪੁੱਛਿਆ, ਪੰਡਤਾ ਮਾਂ ਕਿੱਥੇ ਪਈ ਸੀ ਉਦੋਂ? ਤੇ ਮੈਂ ਅੰਦਾਜ਼ੇ ਮੁਤਾਬਕ ਉਸਦਾ ਹੱਥ ਫੜ ਕੇ ਉਸਨੂੰ ਉਸ ਥਾਂ ਤੇ ਲੈ ਗਿਆ ਜਿੱਥੇ ਮੈਂ ਉਸਦੀ ਮਾਂ ਦੀ ਲਾਸ਼ ਵੇਖੀ ਸੀ। ਉੱਥੇ ਉਹ ਬਿੰਦਕ ਰੋਕ ਕੇ ਕੁਝ ਚਿਰ ਸੋਚਦਾ, ਫਿਰ ਭਰੇ ਹੋਏ ਗਾਲ ਨਾਲ ਬੋਲਿਆ, ਪੰਡਤਾ ਕਿੰਨੇ ਕੁ ਬੰਦੇ ਮਰੇ ਹੋਣਗੇ ਉਦੋਂ? ਤੇ ਮੈਂ ਭਾਵੁਕ ਹੋਏ ਨੇ ਆਖਿਆ, ਅਣਗਿਣਤ। ਫਿਰ ਹਰਚੰਦ ਬੋਲਿਆ, ਸ਼ਾਇਦ ਬਾਪੂ ਬਚ ਗਿਆ ਹੋਵੇ, ਅਜੇ ਵੀ ਜਿਉਂਦਾ ਹੋਵੇ, ਇੱਥੇ ਕਿਸੇ ਸ਼ਹਿਰ ਮਰੇਕੋਟਲਾ ਜਾਂ ਕਿਤੇ ਹੋਰ ਜਾਂ ਪਾਕਿਸਤਾਨ ਦੇ ਵਿੱਚ। ਉਸਨੇ ਆਸ ਪ੍ਰਗਟਾਈ ਉਸ ਸਾਰੇ ਸੀਨ ਤੋਂ ਸੋਚਦਿਆਂ। ਮੈਂ ਬੋਲਿਆ, ਪਤਾ ਨਹੀਂ, ਸ਼ਾਇਦ, ਹੋ ਸਕਦਾ ਹੈ ਤੇਰਾ ਪਿਓ ਜੇ ਜਿਉਂਦਾ ਹੋਵੇ। ਇਹ ਕਹਿੰਦਿਆਂ ਮੈਂ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਘੁੱਟ ਲਿਆ ਤੇ ਅਸੀਂ ਮੁੜ ਕੇ ਪੁਲ ਦੀ ਮੰਡੇਰ ਤੇ ਆ ਬੈਠੇ। ਕੁਝ ਚਿਰ ਸਾਡੇ ਦੋਹਾਂ 'ਚ ਲੰਮੀ ਚੁੱਪ ਛਾਈ ਰਹੀ। ਇਹ ਵੀ ਅਜੀਬ ਲੋਕ ਹੈ, ਕੀੜੀਆਂ ਦੇ ਭੌਣ ਤੋਂ ਪਰਾਂ ਦੀ ਹੋ ਕੇ ਲੰਘਦੇ ਆ ਕਿ ਕੀੜੀਆਂ ਨਾ ਮਿੱਧੀਆਂ ਜਾਣ, ਪਰ ਬੰਦਿਆਂ ਨੂੰ ਬੇਕਿਰਕ ਹੋ ਕੇ ਮਾਰਦੇ ਆ। ਹਰਚੰਦ ਲੰਮਾ ਸਾਹ ਲੈ ਕੇ ਬੋਲਿਆ। ਮੈਂ ਆਖਿਆ, ਕੋਈ ਨਾ, ਚੱਲਦੇ ਆ, ਡਰ ਲੱਗਦਾ। ਮੈਂ ਉਹਨੂੰ ਪੁੱਛਿਆ। ਉਹਦੀ ਗੱਲ ਸੁਣ ਕੇ ਮੈਨੂੰ ਚਾਚੀ ਇੰਦਰ ਕੌਰ ਯਾਦ ਆ ਗਈ। ਇਸੇ ਪੁਲ ਤੇ ਉਸਨੇ ਮੈਨੂੰ ਪੁੱਛਿਆ ਸੀ, ਚਾਚੀ ਨੇ, ਡਰ ਨਹੀਂ ਲੱਗਦਾ? ਮੈਂ ਭਰੋਸੇ ਨਾਲ ਆਖਿਆ ਸੀ ਕਿ ਚਾਚੀ ਹੁਣ ਡਰ ਨਹੀਂ ਲੱਗਦਾ। ਤੇ ਮੈਂ ਉਲਟਾ ਹਰਚੰਦ ਨੂੰ ਸਵਾਲ ਕੀਤਾ ਕਿ ਤੈਨੂੰ ਡਰ ਨਹੀਂ ਲੱਗਦਾ? ਤੇ ਹਰਚੰਦ ਉੱਚੀ ਉੱਚੀ ਹੱਸਿਆ ਤੇ ਫਿਰ ਕਹਿਣ ਲੱਗਾ, ਪੰਡਤਾ ਹੁਣ ਜੇ ਕੋਈ ਆ ਕੇ ਸਾਨੂੰ ਮਾਰ ਜੇ ਤੇ ਕੱਲ ਨੂੰ ਅਖਬਾਰ 'ਚ ਛਪ ਜੂ ਕਿ ਅਤਵਾਦੀਆਂ ਦੇ ਹੱਥੋਂ ਇੱਕੋ ਫਿਰਕੇ ਦੇ 2 ਬੰਦਿਆਂ ਦੀ ਹੱਤਿਆ ਹੋਈ ਹੈ। ਤੇ ਉਹ ਫਿਰ ਉੱਚੀ ਉੱਚੀ ਹੱਸਿਆ, ਕਿਉਂਕਿ ਮੇਰੇ ਸਿਰ ਤੇ ਭਗਵਾਂ ਸਾਫਾ ਬੰਨਿਆ ਸੀ ਤੇ ਉਸਨੇ ਇਹਨਾਂ 84 ਦੇ ਕਤਲੇਆਮ ਦੇ ਕਾਰਨ ਦਾੜੀ ਕੇਸ ਮੁੰਨਿਆ ਹੋਇਆ ਸੀ ਤੇ ਸ਼ਕਲ ਤੋਂ ਉਹ ਵੀ ਹਿੰਦੂ ਜਾਤ ਦਾ ਸੀ। ਅਖਬਾਰਾਂ ਵਿੱਚ ਤਾਂ ਬਿਆਨ ਵੀ ਛਪਦੇ ਨੇ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ, ਤੇ ਮੇਰੇ ਬੋਲਾਂ 'ਚ ਵੀ ਚਿੰਤਾ ਦਾ ਪ੍ਰਗਟਾਵਾ ਸੀ। ਤੇ ਮੇਰੀ ਗੱਲ ਸੁਣ ਕੇ ਹਰਚੰਦ ਚੁੱਪ ਹੋ ਗਿਆ, ਕੁਝ ਨਾ ਬੋਲਿਆ। ਤੇ ਫਿਰ ਔਖਾ ਜਿਹਾ ਹੋ ਕੇ ਉਸਨੇ ਮੂੰਹ 'ਚ ਬੁੜਬੁੜ ਕੀਤੀ ਤੇ ਮੇਰੇ ਵੱਲ ਮੂੰਹ ਮੋੜਿਆ ਤੇ ਮੈਨੂੰ ਲੱਗਿਆ ਜਿਵੇਂ ਉਹਨੇ ਘੂਰੀ ਵੱਟੀ ਹੋਵੇ, ਬੁੱਲ ਮਰੋੜੇ ਹੋਣ। ਤੇ ਉਸਦੀਆਂ ਅੱਖਾਂ ਲਾਲ ਹੋ ਗਈਆਂ, ਉਸਦੀਆਂ ਅੱਖਾਂ 11 ਵਾਂਗੂ ਭਖਣ ਲੱਗੀਆਂ। ਤੇ ਫਿਰ ਉਹ ਇੱਕੋ ਝਟਕੇ ਨਾਲ ਉੱਠਿਆ ਤੇ ਰੋਹ ਭਰੀ ਉੱਚੀ ਆਵਾਜ਼ ਦੇ ਵਿੱਚ ਬੋਲਿਆ, ਉਹ ਮਾਮੇ ਲੱਗਦੇ ਹਿੰਦੁਸਤਾਨ ਦੇ, ਇਹ ਸਾਡਾ ਦੇਸ਼ ਨਹੀਂ ਹੈਗਾ। ਤੇ ਮੈਨੂੰ ਉਸਦੀ ਪੂਰੀ ਦੇਹ ਗੁੱਸੇ ਦੇ ਵਿੱਚ ਕੰਬਦੀ ਲੱਗੀ। ਮੈਂ ਉਹਨੂੰ ਫੜ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ, ਫਿਰ ਉਸਨੇ ਮੇਰਾ ਹੱਥ ਛੁਡਾ ਕੇ ਇੱਕੋ ਝਟਕੇ ਨਾਲ ਪਿੱਛੇ ਕਰ ਦਿੱਤਾ। ਫਿਰ ਪੂਰੇ ਜੋਸ਼ ਦੇ ਵਿੱਚ ਆ ਕੇ ਉਸਨੇ ਪੁਲ ਦੀ ਮੰਡੇਰ ਤੇ ਪਿਆ ਪੱਥਰ ਚੁੱਕ ਕੇ ਨਹਿਰ 'ਚ ਸੁੱਟ ਦਿੱਤਾ। ਪੱਥਰ ਡਿੱਗਦੇ ਸਾਰ ਪਾਣੀ ਦੇ ਵਿੱਚ ਡੂੰਘਾ ਪਾੜ ਪਾ ਗਿਆ ਤੇ ਫਿਰ ਹੌਲੀ-ਹੌਲੀ ਆਪੇ ਪੂਰਿਆ ਗਿਆ। ਪਾਣੀ ਸ਼ਾਂਤ ਹੋ ਕੇ ਫਿਰ ਆਪਣੀ ਤੋਰ ਵਗਣ ਲੱਗਾ। ਇਹ ਸੀ ਕਹਾਣੀ ਉਸ ਪੱਥਰ ਦੀ, ਜਿਹੜਾ ਪੱਥਰ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਕਤਲੇਆਮ ਵਰਤਾਉਣ ਦੇ ਲਈ ਉਕਸਾਉਂਦਾ ਹੈ। ਪਾੜ, ਕਿ ਇਹ ਪਾੜ ਪੂਰਨ ਦੇ ਲਈ ਕੋਈ ਜੇਰਾ ਤੇ ਜਿਗਰਾ ਵਿਖਾਉਣਾ ਪੈਣਾ, ਉਸ ਬਿੱਜ ਨੂੰ ਪੂਰਨ ਦੇ ਵਾਸਤੇ ਕੋਈ ਪੱਥਰ ਦੇ ਲਈ ਸੁੱਟਣਾ ਪੈਣਾ ਉੱਥੇ। ਸੋ ਇਹ ਸੀ ਕਹਾਣੀ ਕਿ ਕਿਵੇਂ 47 ਵਾਪਰਿਆ ਤੇ ਫਿਰ ਕਿਵੇਂ 84 ਵਾਪਰਿਆ, ਜਿਸ ਨੇ ਬਹੁਤ ਕੁਝ ਸਿਖਾ ਦਿੱਤਾ। ਇਹ ਮੁਸਲਿਮ ਮੁੰਡਾ ਸੀ ਹਰਚੰਦ, ਤੇ ਪੰਡਤ ਸੀ ਆਤਮਾ ਦੇ ਰੂਪ ਦੇ ਵਿੱਚ ਮੋਹਨ ਭੰਡਾਰੀ। ਮਾਹੌਰਾਣੇ ਦੇ ਪੁਲ ਦੇ ਲਾਗੇ ਦੀ ਇਹ ਘਟਨਾ ਦਰਸਾਈ ਗਈ ਹੈ ਕਿ ਕਦੇ 84, ਕਦੇ 47
ਇਹ ਕਿਉਂ ਸਾਡੇ ਤੇ ਵਾਪਰਦੀਆਂ ਨੇ। ਹਾਲਾਤ ਅਕਸਰ ਹੁੰਦੇ ਨੇ, ਹਰ 5 ਸਾਲ ਬਾਅਦ ਕੁਝ ਲੋਕਾਂ ਦਾ ਕਤਲ ਹੋ ਜਾਂਦਾ ਹੈ, ਕੁਝ ਲੋਕ ਜੇਲ੍ਹਾਂ 'ਚ ਸੜਦੇ ਨੇ। ਜੱਗੀ ਜੌਲ ਸੱਜ ਵਿਆਹ ਸੀ, ਜੇਲ੍ਹ 'ਚ ਬੈਠਾ। ਬ੍ਰਿਗੇਡੀਅਰ ਗਗਨੇਜਾ, ਹੋਰ ਕਿੰਨੇ ਲੋਕਾਂ ਦਾ ਕਤਲ। ਮੌੜ ਮੰਡੀ ਬਲਾਸਟ, 4 ਮਾਸੂਮ ਜਿਹੜੇ ਸ਼ਾਇਦ ਝੰਡੀਆਂ ਸਟਿੱਕਰ ਲੈਣ ਆਏ ਸਨ, ਚੋਣਾਂ ਦਾ ਰੌਣਕ ਮੇਲਾ ਦੇਖਣ ਆਏ ਸਨ, ਪਰ ਬੰਬ ਬਲਾਸਟ, ਪ੍ਰੈਸ਼ਰ ਕੁੱਕਰ ਦੀ ਭੇਟ ਚੜੇ। 4 ਮਾਸੂਮਾਂ ਸਮੇਤ ਅੱਧੀ ਦਰਜਨ ਲੋਕ ਮੌੜ ਮੰਡੀ 'ਚ ਮਾਰੇ ਗਏ। ਇਹ ਛੋਟੇ ਛੋਟੇ 47, 84 ਹਰ 5 ਵਰ੍ਹਿਆਂ ਬਾਅਦ ਕਿਉਂ ਵਾਪਰਦੇ ਨੇ? ਇਹ ਪੜਚੋਲਣਾ ਹੋਏਗਾ। ਕਿੰਨੀ ਕੁ ਦੇਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਾਂਗੇ? ਇਹ ਜਿਹੜਾ ਪਾਣੀਆਂ 'ਚ ਪਾੜ ਪੈ ਰਹੇ ਨੇ, ਮਨਾਂ 'ਚ ਪਾੜ ਪੈ ਰਹੇ ਨੇ, ਇਹ ਪੂਰੇ ਕੌਣ ਕਰੇਗਾ? ਇਹਦੇ ਲਈ ਵੱਡੇ ਪੱਥਰਾਂ ਨੂੰ ਚੁੱਕਣ ਦਾ ਜਿਗਰਾ ਕਰਨਾ ਪੈਣਾ। ਜੇ ਅਸੀਂ ਆਪਣੇ ਮਨਾਂ ਦੇ ਪਾੜ ਮੁਕਾ ਲਈਏ ਤਾਂ ਕੋਈ ਵੀ ਸ਼ਾਇ ਇਹਨਾਂ ਨਹਿਰਾਂ ਦੇ, ਇਹਨਾਂ ਨਿਉਆਂ ਦੇ ਪਾੜਾਂ ਨੂੰ ਨਹੀਂ ਪਾ ਸਕੇਗੀ। ਜੇ ਅਸੀਂ ਆਪਣੇ ਮਨਾਂ 'ਚ ਨਫ਼ਰਤ ਬੀਜਾਂਗੇ ਤੇ ਫਿਰ ਉਹਨਾਂ ਨੂੰ ਬਹੁਤ ਸੁਖਾਲਾ ਹੈ ਇਸ ਪਾੜ ਨੂੰ ਵਧਾਉਣਾ, ਜਿਹਨੇ ਪਤਾ ਨਹੀਂ ਕਿੰਨੀ ਕੁ ਵਾਰੀ ਮਨੁੱਖਤਾ ਨੂੰ ਪਾੜਿਆ। ਸੋ ਇਹ ਸਮਝਣ ਦੀ ਜ਼ਰੂਰਤ ਹੈ। ਇਹ ਸੀ ਕਹਾਣੀ ਮੋਹਨ ਭੰਡਾਰੀ ਹੋਰਾਂ ਦੀ ਪਾੜ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੁਹਾਡੇ ਨਾਲ ਜੁੜਦਾ। ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਜਿੱਥੇ ਪ੍ਰੋਗਰਾਮ ਸਵੇਰੇ ਸ਼ਾਮ ਲਾਈਵ ਹੁੰਦੇ ਨੇ। ਤੇ ਉੱਥੇ ਤੁਸੀਂ ਇਸ ਲਿੰਕ ਨੂੰ ਤੇ ਰੋਜ਼ਾਨਾ ਖਬਰਾਂ ਦੇ ਬੁਲੇਟਿਨ ਦੇ YouTube ਲਿੰਕ ਨੂੰ ਮੰਗਵਾ ਸਕਦੇ ਹੋ ਆਪਣੇ WhatsApp ਗਰੁੱਪ ਦੇ ਵਿੱਚ। ਉਹ ਆਪਣਾ ਨੰਬਰ ਹੈ WhatsApp ਦਾ 9876 09655 9876309655। ਤੁਸੀਂ ਦੋਸਤੋ ਹੁਣ ਕੋਈ ਗੱਲਬਾਤ ਕਰਨੀ ਹੋਵੇ ਤਾਂ ਆਪ ਦਾ ਸਵਾਗਤ ਹੈ। 9876 09655। ਕਾਨਪੁਰ ਦਾ ਵਪਾਰੀ ਪਿਊਸ਼ ਜੈਨ, ਜਿਸ ਦੇ ਘਰੋਂ ਕਰੋੜਾਂ ਨੋਟ ਮਿਲੇ ਨੇ, ਉਸ ਸੰਬੰਧੀ ਹੁਣ ਇਹ ਖਬਰ ਦਾ ਖੁਲਾਸਾ ਹੋਇਆ ਕਿ 14 ਦਿਨਾਂ ਦੇ ਨਿਆਇਕ ਰਿਮਾਂਡ ਤੇ ਉਸ ਨੂੰ ਜੇਲ੍ਹ ਭੇਜਿਆ ਗਿਆ। ਪਿਊਸ਼ ਜੈਨ ਨੂੰ ਟੈਕਸ ਚੋਰੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਰਕਾਰੀ ਵਕੀਲ ਅਮਰੀਸ਼ ਟੰਡਾ ਨੇ ਅਦਾਲਤ ਨੂੰ ਦੱਸਿਆ ਕਿ ਪਿਊਸ਼ ਜੈਨ ਨੇ ਖੁਲਾਸਾ ਕੀਤਾ ਕਿ ਉਸਨੇ ਟੈਕਸ ਚੋਰੀ ਕੀਤੀ ਹੈ ਤੇ ਉਸ ਤੇ 52 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਤੇ ਉਸਨੇ ਆਖਿਆ ਕਿ 52 ਕਰੋੜ ਰੁਪਏ ਜੁਰਮਾਨਾ ਕੱਟ ਕੇ ਬਾਕੀ ਦੀ ਰਕਮ ਉਸ ਨੂੰ ਵਾਪਸ ਕੀਤੀ ਜਾਵੇ। ਛਾਪੇਮਾਰੀ ਦੇ ਦੌਰਾਨ ਉਸ ਕੋਲੋਂ 195 ਕਰੋੜ ਰੁਪਈਆ ਬਰਾਮਦ ਹੋਇਆ, 23 ਕਿਲੋ ਸੋਨਾ, 6 ਕਰੋੜ ਰੁਪਏ ਦਾ ਚੰਦਨ ਦਾ ਤੇਲ ਜ਼ਬਤ ਕੀਤਾ ਗਿਆ। 52 ਕਰੋੜ ਰੁਪਈਆ ਟੈਕਸ ਬਣਦਾ ਹੈ, ਸੋ ਹੁਣ 52 ਕਰੋੜ ਕਟਾ ਕੇ ਆਪਣਾ 150 ਕਰੋੜ ਮੰਗਦਾ ਤੇ ਇਸ ਤਰ੍ਹਾਂ ਦਾ ਵਰਤਾਰਾ ਸਾਡੇ ਸਿਸਟਮ ਦਾ। ਤੇ ਉਧਰ ਅਜੇ ਕਾਨੂੰਨ ਬਣਨਾ ਬਾਕੀ ਹੈ, ਜਿਹੜਾ 18 ਤੋਂ ਲੜਕੀ ਦੀ ਉਮਰ 21 ਸਾਲ ਕਰਨਾ। ਉਸ ਸਿਲਸਿਲੇ ਨੂੰ ਲੈ ਕੇ ਭਾਈਚਾਰੇ ਦੇ ਜਿਹੜੇ ਕੁਝ ਲੋਕ ਨੇ, ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਲੋਕ ਨੇ, ਉਹ ਫਟਾਫਟ ਆਗਾਮੀ ਜਿਹੜਾ ਸੈਸ਼ਨ ਹੈ ਉਸ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਵਿਆਹ ਕਰਾਉਣ ਨੂੰ ਤਵੱਜੋ ਦੇਣ ਲੱਗੇ ਨੇ। ਖਾਸ ਕਰਕੇ ਹੀਰਿਆਂ ਦਾ ਸ਼ਹਿਰ ਹੈਦਰਾਬਾਦ ਕਾਫੀ ਤਾਦਾਦ ਮੁਸਲਿਮ ਭਾਈਚਾਰੇ ਦੀ ਹੈ, ਕਿਉਂਕਿ ਬਾਲ ਵਿਆਹ ਸੋਧ ਬਿੱਲ 2021 ਦੇ ਕਾਨੂੰਨ ਬਣਨ ਤੋਂ ਬਾਅਦ ਹੁਣ ਵਿਆਹ ਦੀ ਉਮਰ 21 ਸਾਲ ਹੋ ਜਾਣੀ ਹੈ। ਸੋ ਮੁਸਲਮਾਨ ਇਸ ਨੂੰ ਕਾਨੂੰਨੀ ਰੁਕਾਵਟ ਮੰਨ ਰਹੇ ਨੇ। ਸੋ ਹੈਦਰਾਬਾਦ ਦੇ ਇਲਾਕੇ ਦੇ ਵਿੱਚ ਜਾਂ ਮੁਸਲਿਮ ਭਾਈਚਾਰੇ ਦੇ ਹੋਰ ਲੋਕ ਇਸੇ ਵਰੇ ਜਾਂ 22 ਤੋਂ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਵਿਆਹ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਮੰਨਣਾ ਕਿ ਅਸੀਂ ਇਸ ਕਾਨੂੰਨ ਤੋਂ ਪਹਿਲਾਂ ਇਹ ਜਿਹੜਾ ਵਿਆਹ ਕਰ ਦਈਏ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ। ਖਾਸ ਕਰਕੇ ਇਹ ਜਿਹੜਾ ਮੈਰਿਜ ਬਿੱਲ ਐਕਟ ਹੈ, ਇਸ ਦੀ ਅਮੈਂਡਮੈਂਟ ਤੋਂ ਪਹਿਲਾਂ ਹੀ ਉਹ ਇਸ ਕਾਨੂੰਨ ਤੋਂ ਬਚਣਾ ਚਾਹੁੰਦੇ ਨੇ ਤੇ ਇਸ ਕਰਕੇ ਇਹ ਮਸਜਿਦਾਂ ਦੇ ਵਿੱਚ ਜਾਂ ਵਿਆਹ ਸੰਬੰਧੀ ਜਿਹੜੇ ਮੌਲਵੀ ਨੇ ਉਹ ਕਾਫੀ ਬਿਜੀ ਨੇ ਨਹੀਂ ਦਿਨੀ ਨਿਕਾਹ ਕਰਾਉਣ ਦੇ ਵਿੱਚ। 18 ਤੋਂ ਖਾਸ ਕਰਕੇ 21 ਸਾਲ ਜੋ ਲੜਕੀ ਦਾ ਵਿਆਹ ਕਰਨ ਦਾ ਸਿਲਸਿਲਾ ਸੀ, ਹਾਲਾਂਕਿ ਕੁਝ ਲੋਕ 1-2 ਸਾਲ ਤੱਕ ਵਿਆਹ ਕਰਨਾ ਚਾਹੁੰਦੇ ਸੀਗੇ, ਪਰ ਹੁਣ ਉਹ ਉਸ
ਕਾਨੂੰਨ ਤੋਂ ਪਹਿਲਾਂ ਵਿਆਹ ਕਰਾਉਣ ਦੀ ਫਿਰਾਕ ਦੇ ਵਿੱਚ ਨੇ। ਤੇ ਇਸ ਦੌਰਾਨ ਕਿਉਂਕਿ ਇਹ ਸਕੀਮ ਦੇ ਵਿੱਚ ਜਿਹੜਾ ਕੁਝ ਲੋਕਾਂ ਨੇ ਜਿਹੜੀਆਂ ਸਰਕਾਰਾਂ ਨੇ ਵੀ ਜਿਹੜੀਆਂ ਯੋਜਨਾਵਾਂ ਹੁੰਦੀਆਂ ਤੇ ਉਹਨਾਂ ਯੋਜਨਾ ਦੇ ਵਿੱਚ ਕੁਝ ਰਾਹਤ ਦੇਣੀ ਹੁੰਦੀ ਹੈ ਤੇ ਉਹ ਵੀ ਇੱਕ ਕਾਰਨ ਹੈ। ਹਾਲਾਂਕਿ ਇਸ ਸਕੀਮ ਦਾ ਲਾਭ ਲੈਣ ਵਾਸਤੇ ਜਿਹੜੀ ਲੜਕੀ ਦੀ ਵਿਆਹ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ, ਉਹ ਵੀ ਕਿਤੇ ਨਾ ਕਿਤੇ ਲੋਕ ਉਸ ਨੂੰ ਵੀ ਤਿਲਾਂਜਲੀ ਦੇ ਰਹੇ ਨੇ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਬਾਈ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਲਿਕਵਰ ਸ਼ਾਪ ਹੈ, ਫ੍ਰੀ ਨਹੀਂ ਨਾਲ ਉੱਥੇ ਜਿਹੜਾ ਟਰੱਕਾਂ ਦਾ ਸਮਾਨ ਸਮੱਗਰੀ ਤੁਸੀਂ ਖਰੀਦ ਸਕਦੇ ਹੋ। ਵਾਸ਼ਿੰਗਟਨ ਸਟੇਟ ਦੇ ਵਿੱਚ ਆਰਲਿੰਗਟਨ ਫਿਊਲ ਸਟਾਪ 1801 ਪਾਇਨਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਤੇ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਤੇ ਦੂਜੀ ਜਿਹੜੀ ਲੋਕੇਸ਼ਨ ਹੈ ਉਹ ਇਹਨਾਂ ਦੀ ਹੈ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਵਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਭਾਈ ਜੀ ਬਲਵਿੰਦਰ ਦਿਓਲ ਕਹਿੰਦੇ ਐਪਲ ਦੀ ਐਪ ਤੇ ਦਿੱਕਤ ਹੈ, ਚਲੋ ਮੈਂ ਟਰਾਈ ਕਰਦਾ। ਹੋਰ ਵੀ ਜੇ ਕਿਸੇ ਸੱਜਣ ਨੂੰ ਲੱਗਦਾ ਠੀਕ ਚੱਲ ਰਹੀ ਤਾਂ ਉਹ ਮੈਸੇਜ ਕਰਕੇ ਦੱਸ ਦਿਓ, ਕਿਉਂਕਿ ਕਿਸੇ ਰੀਜ਼ਨ ਦੇ ਵਿੱਚ ਕਈ ਵਾਰੀ ਕੋਈ ਐਪ ਦਿੱਕਤ ਕਰਦੀ ਹੈ, ਸਾਰੀ ਨਹੀਂ ਕਰਦੀ। ਜੇ ਕਿਸੇ ਵੀਰ ਕੋਲ ਕੋਈ ਐਪਲ ਤੇ ਸੁਣ ਰਿਹਾ ਹੋਵੇ ਤਾਂ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਦਿਓ ਜਾਂ ਫੇਸਬੁੱਕ ਤੇ ਵੈਸੇ ਕਰ ਦਿਓ ਪਲੀਜ਼ ਕਿ ਉਹਨਾਂ ਦੀ ਐਪਲ ਤੇ ਠੀਕ ਚੱਲ ਰਹੀ ਹੈ, ਕਿਉਂਕਿ ਮੇਰੇ ਕੋਲ ਐਪਲ ਦਾ ਫੋਨ ਨਹੀਂ ਹੈ, ਮੈਂ ਐਂਡਰਾਇਡ ਹੀ ਯੂਜ਼ ਕਰਦਾ ਤੇ ਐਂਡਰਾਇਡ ਹੀ ਫੇਵਰਟ ਮੇਰਾ ਰਹੇਗਾ। ਐਪਲ ਸੂਟ ਨਹੀਂ ਕਰਦਾ ਸਾਨੂੰ, ਕਿਉਂਕਿ ਉਹਦੇ 'ਚ ਕਈ ਸੌਫਟਵੇਅਰ ਜਾਂ ਕਈ ਚੀਜ਼ਾਂ ਦੀ ਦਿੱਕਤ ਆਉਂਦੀ ਹੈ। ਸੋ ਜੇ ਕੋਈ ਐਪਲ ਤੇ ਸੁਣ ਰਿਹਾ ਮੈਨੂੰ ਦੱਸ ਦਿਓ ਕਿ ਐਪਲ ਦੀ ਐਪ ਦਿੱਕਤ ਕਰਦੀ ਹੈ ਜਾਂ ਨਹੀਂ। ਤੇ ਸਾਨੂੰ ਸਪੋਰਟ ਕੀਤਾ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਨੇ, ਜਿਨ੍ਹਾਂ ਦੀ ਦੂਸਰੀ ਲੋਕੇਸ਼ਨ ਹੈ ਲੌਸਟਿਲ ਟਰੈਵਲ ਸੈਂਟਰ ਦੇ ਵਿੱਚ ਹੈ, ਟਰੈਵਲ ਸੈਂਟਰ ਹੈ ਕੈਲੀਫੋਰਨੀਆ ਦੇ ਵਿੱਚ 14814 ਲੋਮਾ ਸਟਰੀਟ ਲੌਸਟਿਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਵਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਤੇ ਇਹਨਾਂ ਦਾ ਫਿਊਲ ਕੰਪਨੀ ਦਾ ਵੀ ਕਾਰੋਬਾਰ ਹੈ, ਡੈਲਟਾ ਫਿਊਲ ਕੰਪਨੀ, ਮੋਬਿਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 4252328413। ਬਲਵਿੰਦਰ ਦਿਓਲ ਸਾਹਿਬ ਲੱਖਾ ਭੁੱਲਰ ਹੋਰਾਂ ਦੀ ਐਪ ਠੀਕ ਚੱਲ ਰਹੀ ਹੈ ਐਪਲ ਦੀ। ਕਈ ਵਾਰੀ ਭਾਜੀ ਤੁਹਾਡੇ ਹੈਡ ਤੋਂ ਦਿੱਕਤ ਹੁੰਦੀ ਹੈ, ਦਿਓਲ ਸਾਹਿਬ ਬੇਨਤੀ ਹੈ ਕਿ ਬੰਦ ਕਰਕੇ ਦੁਬਾਰਾ ਸਟਾਰਟ ਕਰ ਲਓ। ਜੇ ਫਿਰ ਵੀ ਪ੍ਰੋਬਲਮ ਕਰਦੀ ਹੈ ਤਾਂ ਡਿਲੀਟ ਕਰਕੇ ਐਪ ਨੂੰ ਦੁਬਾਰਾ ਇੰਸਟਾਲ ਕਰ ਲਓ, ਇੱਦਾਂ ਕਈ ਵਾਰੀ ਦਿੱਕਤ ਆਉਂਦੀ ਹੈ। ਯਾਦਵਿੰਦਰ ਹੋਰਾਂ ਦਾ ਵੀ ਓਕੇ ਐਪਲ ਦਾ, ਥੈਂਕ ਯੂ, ਮਿਹਰਬਾਨੀ। ਚਲੋ ਥੋੜਾ ਜਿਹਾ ਪਤਾ ਲੱਗ ਗਿਆ, ਬਾਕੀ ਭਾਵੇਂ ਵੀਰ ਮੈਸੇਜ ਨਾ ਕਰਨ ਕਿਉਂਕਿ ਤੁਸੀਂ ਬਿਜ਼ੀ ਹੁੰਦੇ ਹੋ, ਟਾਈਪ ਕਰਨਾ ਮੁਸ਼ਕਿਲ ਹੋ ਜਾਂਦਾ। ਇੰਨਾ ਹੀ ਪਤਾ ਕਰਨਾ ਸੀ ਕਿ ਕਈ ਜਗ੍ਹਾ ਠੀਕ ਹੈ, ਕਿਤੇ ਤੁਹਾਡਾ ਪਰਸਨਲ ਦਿੱਕਤ ਆਉਂਦੀ ਹੈ, ਅਦਰਵਾਈਜ਼ ਇਦਾਂ ਨਹੀਂ, ਉਹ ਇੰਸਟਾਲ ਦੁਬਾਰਾ ਕਰ ਲਓ ਡਿਲੀਟ ਕਰਕੇ। ਤੇ ਸਾਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੇ ਆਇਓ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ 'ਚ ਦਿੰਦੇ ਨੇ ਤੇ ਡਰਾਈਵਿੰਗ ਦੀ ਜੌਬ ਤੁਹਾਨੂੰ ਮੁਹੱਈਆ ਕਰਾਉਂਦੇ ਨੇ। ਆਵਰਲੀ ਬਹੁਤ ਅੱਛੇ ਵੇਜਸ ਪ੍ਰਤੀ ਘੰਟਾ ਦਿੱਤੇ ਜਾਂਦੇ ਨੇ। ਸੋ ਸਿਆਟਲ ਇਲਾਕੇ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਹਮੇਸ਼ਾ ਯਾਦ ਰੱਖੋ ਸਿਆਟਲ ਦੇ ਵਿੱਚ ਹੈ ਵਾਸ਼ਿੰਗਟਨ ਫਰੇਟ ਸਰਵਿਸ। ਜਗਦੇਵ ਸਿੰਘ ਸੰਧੂ ਨੂੰ ਕਾਲ ਕਰ ਸਕਦੇ ਹੋ, ਨੰਬਰ ਹੈ 253 266 6924 253 266 6924 ਤੇ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਸਿਆਟਲ ਇਲਾਕੇ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਹਮੇਸ਼ਾ ਯਾਦ ਰੱਖੋ। ਇਸੇ ਤਰ੍ਹਾਂ ਵੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੂ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ। ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ ਤੇ ਇੱਥੇ ਤੁਸੀਂ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਲੈ ਸਕਦੇ ਹੋ। ਟਰੱਕ ਧਵਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ।
एड्रैस है 2201 100 यूनियन एवेन्यू, बेकर्सफील्ड, कैलिफोर्निया, जिप कोड 93307। रोडवेज ट्रांसपोर्ट वाले सुखी घुम्मण होरां दा यह कारोबार है, जिन्हां दा नंबर है 661 304 7500 661 304 7500। जय घुम्मण होरां दा नंबर है 661 304 7500। सॉरी, जय घुम्मण होरां दा नंबर है 661 885 88 58 661 885 8858 नंबर है जय घुम्मण होरां दा। शरीकेबाजी इन्नी हो गई, बीबी महेंद्र कौर जोश ने झंडे गाड़ दिते ने बोलोवाल सेखड़ी दे विच, ते बसपा अकाली गठजोड़ के हक दे विच अकाली दल के प्रधान सुखबीर बादल वालों रैली की गई। उस रैली तो कुछ 100 मीटर की दूरी ते जिहड़ा अकाली दल बादल की 3 बार MLA रह चुकी बीबी महेंद्र कौर ने भी जोश चा के रैली की। टिकट ना मिलण के रोस दे विचों बागी तेवर दिखाउंदिआं बीबी जोश ने भी जोश ते होश दे नाल इह बयान दिता कि वह आजाद चोण लड़नगे। इस मौके उन्हां दा पुत्तर NRA भी शायद रहा करमजीत सिंह बबलू जोश, उसने भी रैली में संबोधन किया कि उन्होंने रैली दे विच ना सिर्फ शाम 84 हल्के दे लोग ने बल्कि अकाली बसपा रैली दे विच हुशियारपुर दे 7 विधान सभा हल्कों तो इकट्ठ किया गया, ते उन्होंने रैली सिर्फ शाम 84 हल्के दे लोग ने, जबकि सुखबीर की रैली 7 विधान सभा के हल्कों के लोगों को इकट्ठा किया, पर साडे कोल भी कहते इकट्ठ घट नहीं है। सो इस करके शाम 84 के नाल असीं आखिरी समय तक रहे हैं ते शाम 84 तो जोश परिवार आजाद चोण लड़ेगा। काबिल जिक्र है कि सुखबीर बादल वालों दसड़का की रैली के दौरान बीबी जोश नूं अकाली दल दे विचों बर्खास्त करने का ऐलान कर दिता गया सी। इस मौके कई जिहड़े लोग ने वो बीबी महेंद्र कौर जोश दे नाल खड़े नज़र आउंदे ने कि वो अकाली दल बादल छड्ड के महेंद्र कौर जोश के परिवार नाल ही रहणगे। सो इस तरह काफ़ी जिहड़ा सिलसिला चल रहा है। इधर मोदी साहब की रैली हुण 5 तरीक नूं है ते राहुल ने रैली करनी सी किली चालां दे विच, वो शायद किली अजे छोटी पै गई है जां किली अजे बेली नहीं है, ते इस करके राहुल ने 3 जनवरी की रैली सुरक्षा कारणों करके रद्द कर दी है। डॉक्टर हरजोत कमल ने मोगा तो उन्होंने ये स्पष्ट किया कि चोण जाब्ता लागू होने तो बाद ही रैली की जाएगी, इसका लाभ होगा, तो इस ते कारण हुण रैली चोण जाब्ते तो बाद ही होगी। सो सुरक्षा के कारणों करके ये रैली रद्द की गई है, तो 3 जनवरी की बजाय ये हुण आने वाले दिनों के विच होगी। ते इसे दौरान कांग्रेस ने बाघा पुराणा दे विच राहुल गांधी की रैली नूं लैके वर्करां नूं लामबंद करने लई एक सभा बुलाई सी, जिस विच राजा वड़िंग ने भी आउणा सी, पर हुण जदों राहुल की रैली रद्द होगी तो वड़िंग आउण वाली भी रद्द हो गई है। ते सुरक्षा के मद्देनज़र ये रैली रद्द हुई है। हालांकि राहुल गांधी इटली गए हुए ने ते जिस कारण उन्हां दा दौरा रद्द किया गया। मुंडा नानकी गया जी, ते वैसे भी ठंड है, जाना चाहिए है ना। हुण कल्ले ने बेचारे पोह दा महीना, कल्ला बंदा की करे, है ना। सो नानी मां कोल गया होना परौंठे खाण इटालियन, ते उधर लूण हराम होने का सिलसिला काफ़ी वध रहा है, पर लूण नूं की करोगे जे लूण ही नकली होवे। ਅੰਮ੍ਰਿਤਸਰ ਦੇ ਵਿੱਚ ਲੂਣ ਮੰਡੀ ਵੀ ਹੈ, ਇੱਥੇ ਨਕਲੀ ਲੂਣ ਬਣਾਉਣ ਦੀਆਂ ਫੈਕਟਰੀਆਂ ਫੜੀ ਗਈਆਂ ਨੇ। ਟਾਟਾ ਕੰਪਨੀ ਤੇ ਪੁਲਿਸ ਨੇ ਇਹ ਰੇਡ ਕੀਤੀ ਹੈ। ਅੰਮ੍ਰਿਤਸਰ ਲੂਣ ਵੀ ਯਾਰ ਨਕਲੀ, ਕੀ ਕਰੋਗੇ ਤੁਸੀਂ। 4 ਥਾਵਾਂ ਤੇ ਸਸਤੇ ਲੂਣ ਨੂੰ ਟਾਟਾ ਦੇ ਪੈਕਟ ਦੇ ਵਿੱਚ ਵੇਚਿਆ ਜਾ ਰਿਹਾ ਸੀ। ਸੋ ਕੁਇੰਟਲਾਂ ਦੇ ਕੁਇੰਟਲ ਲੂਣ ਬਰਾਮਦ ਹੋਇਆ। ਸੋ ਟਾਟਾ ਨੇ ਇਹ ਰੇਡ ਕਰਵਾਈ ਹੈ ਕਿ ਸਾਡੇ ਬ੍ਰਾਂਡ ਦੇ ਅਧੀਨ ਨਕਲੀ ਲੂਣ ਵੇਚਿਆ ਜਾ ਰਿਹਾ ਸੀ, ਜੋ ਸਬ ਸਟੈਂਡਰਡ ਹੈ। ਜਾਨਵਰਾਂ ਨੂੰ ਪਾਉਣ ਵਾਲਾ ਲੂਣ ਹੈ, ਉਹ ਬੰਦਿਆਂ ਨੂੰ ਵੇਚਿਆ ਜਾ ਰਿਹਾ। कदे 54 की थैली होंदी सी लूण दी, हुण 20-25 रुपए किलो हो गया, महंगी आइटम हो गई है। सो इस करके जिहड़ा जानवरां नूं पाउण वाला 6-7 रुपए किलो दा लूण है, वो खरीद के टाटा दे पैकटां दे विच पैक कीता जा रहा सी। सो इस करके ना तो आयोडाइज हुंदा ते ना ही उस दे विच होर गुणवत्ता हुंदी है, ते इह जानवरां वाला लूण खाण नाल बंदिਆਂ ਨੂੰ बहुत दिक्कतां आउंदियां ने। सो ਅੰਮ੍ਰਿਤਸਰ ਦੇ ਵਿੱਚ ਇਹ ਜਿਹੜੀਆਂ 4 फैक्टरियां फड़ियां गईयां ने ਜਿਹੜੀਆਂ इस तरह दा नकली सब स्टैंडर्ड लूण बना रही सी। फिर अगला कहता लूण खा के आराम ना करी, पर जो लूण ही पाई इदां दा होवे ते बंदा करे ते करेगी। खैर, ते सानू सपोर्ट कीता है
ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ CPA ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਕਿਸੇ ਦੋਸਤ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਸਾਕ ਸੰਬੰਧੀ ਨੂੰ ਅਮਰੀਕਾ ਸੱਦਣਾ ਤਾਂ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੀਆਂ ਸੇਵਾਵਾਂ ਲੈ ਸਕਦੇ ਹੋ ਪੇਪਰ ਫਾਈਲਿੰਗ ਦੀਆਂ ਇਹਨਾਂ ਦੇ ਕੋਲੋਂ। ਤੇ CPA ਤਰਸੇਮ ਸਿੰਘ ਗਿੱਲ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ ਤੇ ਸਾਡਾ ਜ਼ਿਕਰ ਕਰਨ ਦੇ ਹੋਰ ਰਾਇਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇਹ ਪੇਪਰ ਫਾਈਲਿੰਗ ਦੀਆਂ, ਇਮੀਗ੍ਰੇਸ਼ਨ ਦੀਆਂ ਤੇ ਟੈਕਸ ਰਿਟਰਨ ਫਾਈਲਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ। CPA ਤਰਸੇਮ ਸਿੰਘ ਗਿੱਲ ਨੂੰ ਕਾਲ ਕਰੋ 484 764 9861 484 7649861 ਨੰਬਰ ਹੈ CPA ਤਰਸੇਮ ਸਿੰਘ ਗਿੱਲ ਹੋਰਾਂ ਦਾ। ਲਓ ਦੋਸਤੋ, ਹੁਣ ਦਿਓ ਆ ਗਿਆ ਤੇ ਸਵੇਰੇ ਫਿਰ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰੇ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਤੇ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।